ਪੇਸ਼ ਹੈ ਲੇਖਿਕਾ ਅਜੀਤ ਕੌਰ ਦੀ ਸਵੈ-ਜੀਵਨੀ ਕੂੜਾ ਕਬਾੜਾ। ਆਵਾਜ਼ ਮਨਪ੍ਰੀਤ ਸਹੋਤਾ। ਇਹ ਹੈ ਇਸ ਆਤਮ ਕਥਾ ਦਾ ਪਹਿਲਾ ਹਿੱਸਾ। 1 ਜ਼ਾਹਿਰ ਹੈ ਦਾਰਜੀ ਨੇ ਹੀ ਫੈਸਲਾ ਕੀਤਾ ਹੋਵੇਗਾ, ਕਿਉਂਕਿ ਘਰ ਵਿੱਚ ਸਾਰੇ ਫੈਸਲੇ ਦਾਰਜੀ ਹੀ ਕਰਦੇ ਸਨ ਕਿ ਕੁੜੀ ਨੂੰ ਸਕੂਲ ਨਹੀਂ ਭੇਜਣਾ। ਸਕੂਲ ਜਾਣ ਨਾਲ ਕੁੜੀਆਂ ਚੌੜ ਹੋ ਜਾਂਦੀਆਂ ਨੇ। ਸੋ ਘਰ ਵਿੱਚ ਹੀ ਇੱਕ ਮਾਸਟਰ ਰੱਖ ਦਿੱਤਾ ਗਿਆ। ਉਹ ਸਵੇਰੇ ਆਉਂਦਾ, ਕਦੇ ਅੰਗਰੇਜ਼ੀ ਪੜ੍ਹਾਉਂਦਾ, ਕਦੇ ਹਿਸਾਬ। ਬਸ 2 ਹੀ ਚੀਜ਼ਾਂ ਪੜ੍ਹਾਉਣੀਆਂ ਜ਼ਰੂਰੀ ਸਮਝੀਆਂ ਜਾਂਦੀਆਂ ਸਨ ਸ਼ਾਇਦ। ਹਿਸਾਬ ਮੈਨੂੰ ਕਦੇ ਆਇਆ ਹੀ ਨਹੀਂ, ਤੇ ਜਿਹੋ ਜਿਹੀ ਅੰਗਰੇਜ਼ੀ ਉਹ ਪੜ੍ਹਾਉਂਦਾ ਸੀ ਉਹੋ ਹੀ ਪੜ੍ਹਦੀ ਰਹਿੰਦੀ ਤੇ ਖਿਚੜੀ ਹੀ ਬਣ ਜਾਣੀ ਸੀ। ਬੀਜੀ ਤਾਂ ਸਾਰਾ ਦਿਨ ਜਾਂ ਮਾਲਸ਼ਾਂ ਕਰਵਾਉਂਦੇ ਰਹਿੰਦੇ ਜਾਂ ਆਪਣੇ ਸਹਿਕ ਕੇ ਲਏ, ਇਹੀ ਕਹਿੰਦੇ ਸਨ ਉਹ ਮੇਰੀਆਂ ਮਾਸੀਆਂ ਨੂੰ ਤੇ ਹੋਰ ਰਿਸ਼ਤੇਦਾਰਾਂ ਨੂੰ, ਆਪਣੇ ਛੋਟੇ ਨਵਾਬ ਯਾਨੀ ਘੁੱਗੀ ਨੂੰ ਦੁਲਾਰਦੇ ਰਹਿੰਦੇ। ਕਦੇ-ਕਦੇ ਉਹਨੂੰ ਆਪਣੇ ਗੋਡਿਆਂ ਤੇ, ਭਾਵੇਂ ਕਿੰਨੀ ਵੀ ਪੀੜ ਹੋ ਰਹੀ ਹੋਵੇ ਗੋਡਿਆਂ ਤੇ ਲੱਤਾਂ ਵਿੱਚ, ਮੂਧਿਆਂ ਲਟਾ ਕੇ ਸਰੋਂ ਦੇ ਤੇਲ ਦੀ ਮਾਲਿਸ਼ ਕਰਦੇ। ਇੱਕ ਔਰਤ ਰੱਖੀ ਹੋਈ ਸੀ ਘਰ ਵਿੱਚ ਜਦੋਂ ਦਾ ਘੁੱਗੀ ਯਾਨੀ ਜਸਬੀਰ ਜੰਮਿਆ ਸੀ। ਅੱਜ ਦੇ ਜ਼ਮਾਨੇ ਵਿੱਚ ਉਹਨੂੰ ਆਇਆ ਕਿਹਾ ਜਾਂਦਾ, ਪਰ ਉਦੋਂ ਪਤਾ ਨਹੀਂ ਕਿਉਂ ਉਸ 25-30 ਵਰ੍ਹਿਆਂ ਦੀ ਕੁੜੀ ਨੂੰ ਵੀ ਮਾਈ ਕਿਹਾ ਜਾਂਦਾ ਸੀ। ਉਹ ਘੁੱਗੀ ਨੂੰ ਟੱਬ ਵਿੱਚ ਨਹਾਉਂਦੀ, ਬੀਜੀ ਨਿਹਾਲ ਹੋਏ ਤੱਕਦੇ ਰਹਿੰਦੇ। ਘੁੱਗੀ ਦੀਆਂ ਕਿਲਕਾਰੀਆਂ ਸੁਣ ਕੇ ਕੁਰਬਾਨ ਹੁੰਦੇ ਰਹਿੰਦੇ। ਫੇਰ ਉਹਨੂੰ ਆਪਣੀ ਝੋਲੀ ਵਿੱਚ ਲਟਾ ਕੇ ਸਾਰੇ ਪਿੰਡੇ ਤੇ ਪਾਊਡਰ ਮਲਦੇ। ਕਮਰਾ ਖੁਸ਼ਬੋ ਹੋ ਜਾਂਦਾ। ਜਿਹੜੀ ਰਾਲ ਉਹਦੀ ਠੋਡੀ ਤੋਂ ਟਪਕਦੀ, ਉਹ ਆਪਣੇ ਸਫੈਦ ਲੈਸਾਂ ਵਾਲੇ ਨਰਮ ਦੁਪੱਟੇ ਨਾਲ ਪੂੰਝ ਕੇ ਹੱਸਦੇ। ਫੇਰ ਦੁਪੱਟੇ ਦਾ ਝੁੰਗਲ ਮਾਟਾ ਜਿਹਾ ਮਾਰ ਕੇ ਉਹਨੂੰ ਛਾਤੀ ਨਾਲ ਚਿਪਕਾ ਲੈਂਦੇ ਤੇ ਦੁੱਧ ਪਿਆਉਂਦੇ। ਉਹਨਾਂ ਦੇ ਚਿਹਰੇ ਤੋਂ ਅਜੀਬ ਨੂਰ ਤੇ ਨਸ਼ਾ ਟਪਕਦਾ ਰਹਿੰਦਾ। ਘੁੱਗੀ ਦੀਆਂ ਨਿੱਕੀਆਂ ਲੱਤਾਂ ਛੜੀਆਂ ਮਾਰਦੀਆਂ ਦੁਪੱਟੇ ਦੇ ਤੰਬੂ ਵਿੱਚੋਂ ਬਾਹਰ ਨਿਕਲ ਆਉਂਦੀਆਂ। ਨਿੱਕੀਆਂ ਬਾਹਾਂ ਅਤੇ ਮੁੱਠੀਆਂ ਚੱਪੂਆਂ ਵਾਂਗੂ ਹਿਲਦੀਆਂ। ਮੈਨੂੰ ਉਹਨਾਂ ਗੋਲ, ਨਰਮ, ਗੁਦਾਜ਼, ਗੋਰੀਆਂ, ਗੁਲਾਬੀ ਮੁੱਠੀਆਂ ਤੇ ਬੜਾ ਪਿਆਰ ਆਉਂਦਾ। ਪਰ ਇਹ ਵੀ ਲੱਗਦਾ ਕਿ ਪੂਰੇ ਘਰ ਵਿੱਚ ਘੁੱਗੀ ਹੀ ਘੁੱਗੀ ਏ, ਮੈਂ ਤਾਂ ਕਿਧਰੇ ਹਾਂ ਹੀ ਨਹੀਂ। ਬੇਹੱਦ ਇਕੱਲ ਸੀ। 4-5 ਵਰ੍ਹਿਆਂ ਦੀ ਨੰਨੀ ਜਿਹੀ ਜ਼ਿੰਦਗੀ ਜਿਉਣ ਤੋਂ ਉਪਰਾਮ ਸੀ। ਆਸ-ਪਾਸ ਦੇ ਬੱਚੇ ਸਵੇਰੇ ਚੁਲਬੁਲ ਕਰਦੇ, ਚਹਿਕਦੇ, ਮਹਿਕਦੇ, ਮੋਢਿਆਂ ਤੇ ਬਸਤੇ ਲਟਕਾਈ, ਸਾਫ਼ ਕੱਪੜੇ ਪਾਈ, ਲਿਸ਼ਕਦੇ ਬੂਟਾਂ ਵਿੱਚ ਆਪਣੇ ਨਿੱਕੇ ਪੈਰ ਠੁਮਕ ਧਰਦੇ, ਚਾਹ ਦੇ ਹੁਲਾਰ ਨਾਲ ਟਪੂ ਕਰਦੇ ਸਕੂਲ ਜਾਂਦੇ ਹੁੰਦੇ। ਮੈਂ ਉਹਨਾਂ ਨੂੰ ਆਪਣੇ ਘਰ ਦੇ ਛੱਜੇ ਤੋਂ ਵੇਖਦੀ। ਲੰਮਾ ਤੇ ਚੌੜਾ ਛੱਜਾ ਜਿਹੜਾ ਐਨ ਸੜਕ ਤੇ ਖੁੱਲ੍ਹਦਾ ਸੀ ਤੇ ਸੜਕ ਦੀ ਚਹਿਲ-ਪਹਿਲ ਕਾਹਲ ਵਿੱਚ, ਲੋਕਾਂ ਦੀ ਆਵਾਜਾਈ ਵਿੱਚ, ਟਾਂਗਿਆਂ ਤੇ ਬੱਗੀਆਂ ਤੇ ਮੋਟਰਾਂ ਤੇ ਸਾਈਕਲਾਂ ਦੀ ਰੇਲਮ ਪੇਲ ਵਿੱਚ ਇੱਕ ਠਹਿਰੇ ਹੋਏ, ਸਦੀਆਂ ਤੋਂ ਇੱਕੋ ਥਾਈਂ ਰੁਕੇ ਹੋਏ ਜਜ਼ੀਰੇ ਵਾਂਗੂ ਜਾਪਦਾ ਸੀ। ਤੇ ਉਸ ਜਜ਼ੀਰੇ ਤੇ ਕੈਦ ਸਾਂ ਮੈਂ, ਰੁਕੇ ਹੋਏ ਵਕਤ ਦੇ ਸਦੀਆਂ ਪੁਰਾਣੇ ਚਿੱਤਰ ਵਾਂਗੂ, ਜਿਹੜਾ ਸਦੀਆਂ ਪੁਰਾਣੀ ਕਿਸੇ ਭੁਰਭੁਰੀ ਜਰਜਰ ਇਮਾਰਤ ਦੀ ਬੇਰੰਗ ਪਲਸਤਰ ਉਖੜੀ ਕੰਧ ਨਾਲ ਠੁੱਕਿਆ ਹੋਇਆ ਸੀ। ਉਦੋਂ ਤਸ਼ਬੀਹਾਂ ਨਹੀਂ ਸਨ ਸੁੱਝਦੀਆਂ। ਉਦੋਂ ਕੁਝ ਵੀ ਨਹੀਂ ਸੀ ਸੁੱਝਦਾ। ਇਹ ਵੀ ਨਹੀਂ ਸੀ ਸੋਚਣ ਦਾ ਖਿਆਲ ਆਉਂਦਾ ਕਿ ਜਦੋਂ ਬਾਕੀ ਬੱਚੇ ਸਕੂਲ ਜਾ ਸਕਦੇ ਨੇ ਤੇ ਮੈਂ ਹੀ ਕਿਉਂ ਨਹੀਂ ਜਾ ਸਕਦੀ। ਉਦੋਂ ਬਸ ਸਭ ਕੁਝ ਜਿਵੇਂ ਸੀ ਉਸੇ ਤਰ੍ਹਾਂ ਮੌਜੂਦ ਸੀ। ਉਹ ਚੰਗਾ ਸੀ ਜਾਂ ਮਾੜਾ, ਜਾਇਜ਼ ਸੀ ਜਾਂ ਨਾਜਾਇਜ਼, ਉਹਦੇ ਵਿੱਚ ਇਨਸਾਫ ਸੀ ਜਾਂ ਤਸ਼ੱਦਦ, ਉਹਦੇ ਵਿੱਚ ਪਿਆਰ ਸੀ ਜਾਂ ਵਿਤਕਰਾ, ਇਹ ਸੋਚਣ ਜੋਗੀ ਸੋਚ ਹੀ ਨਹੀਂ ਸੀ ਹਾਲੀ। ਉਹ ਤਾਂ ਮਹਿਜ਼ ਅਹਿਸਾਸ ਦੀ ਉਮਰ ਸੀ, ਸਪੰਜ ਵਾਂਗੂ ਆਪਣੇ ਆਸ-ਪਾਸ ਤੁਰਦੀ ਜ਼ਿੰਦਗੀ ਨੂੰ ਸੋਖਣ ਦੀ। ਤੇ ਅਹਿਸਾਸ ਵਿੱਚ ਅੰਦਰੇ ਹੀ ਅੰਦਰ ਖੁਰਦੀ ਉਦਾਸੀ ਸੀ। ਅੰਦਰਲੇ ਖਾਲੀ ਖੂਹ ਵਿੱਚੋਂ ਆਉਂਦੀ ਹੁੰਕਾਰ ਸੀ। ਘਟਾ ਟੋਪ ਉਦਾਸੀ ਸੀ ਜਿਹਦਾ ਕੋਈ ਨਾਂ ਨਹੀਂ ਸੀ। ਪੂਰੇ ਬਦਨ ਦੇ ਅੰਦਰਵਾਰ ਕਾਲੇ ਬੋਲੇ ਬੱਦਲ ਭਰੇ ਹੋਏ ਸਨ, ਜਿਹੜੇ ਨਾ ਹਿਲਦੇ ਸਨ, ਨਾ ਤੁਰਦੇ ਸਨ, ਨਾ ਵਸਦੇ ਸਨ। ਉਹਨਾਂ ਨੂੰ ਉਂਗਲ ਲਾ ਕੇ ਛੋਹਿਆ ਵੀ ਨਹੀਂ ਸੀ ਜਾ ਸਕਦਾ। ਉਹਨਾਂ ਨੂੰ 2 ਹੱਥਾਂ ਨਾਲ ਧੱਕ ਕੇ ਪਰਾਂ ਧਕੇਲਿਆ ਵੀ ਨਹੀਂ ਸੀ ਜਾ ਸਕਦਾ। ਕੋਈ ਚੀਜ਼ ਠੋਸ ਹੋਵੇ ਤਾਂ ਉਹਦੇ ਨਾਲ ਬੰਦਾ ਧੱਕਾ ਮੁੱਕੀ ਵੀ ਕਰ ਲਵੇ। ਬੱਦਲਾਂ ਵਰਗੀ ਚੀਜ਼ ਦਾ ਕੋਈ ਕੀ ਕਰੇ? ਬੀਜੀ ਦਾ ਉਂਝ ਵੀ ਘਰ ਦੀ ਸਲਤਨਤ ਵਿੱਚ ਬਹੁਤਾ ਦਖਲ ਨਹੀਂ ਸੀ, ਪਰ ਹੁਣ ਤਾਂ ਜਦੋਂ ਦਾ ਮੇਰਾ ਛੋਟਾ ਭਰਾ ਘੁੱਗੀ ਜਸਬੀਰ ਜੰਮਿਆ, ਉਹਨਾਂ ਦੀਆਂ ਲੱਤਾਂ ਨੂੰ ਪਤਾ ਨਹੀਂ ਕੀ ਹੋ ਗਿਆ ਸੀ। ਸ਼ੀਲਾ ਦਾਈ ਤਕਰੀਬਨ ਰੋਜ਼ ਚੱਕਰ ਲਾਂਦੀ। ਇੱਕ ਹੋਰ ਨਿੱਕੀ ਨਰਸ ਵੀ ਉਸਨੇ ਰਖਵਾ ਦਿੱਤੀ ਹੋਈ ਸੀ, ਜਿਹੜੀ ਬੀਜੀ ਨੂੰ ਨੁਹਾਉਂਦੀ, ਧੁਆਉਂਦੀ, ਸਪੰਜ ਕਰਦੀ, ਪਿੰਡੇ ਤੇ ਪਾਊਡਰ ਮਲਦੀ, ਕੱਪੜੇ ਬਦਲਵਾਉਂਦੀ, ਕੰਘੀ ਕਰਦੀ, ਤੇ ਘੁੱਗੀ ਨੂੰ ਵੀ ਨੁਹਾਉਂਦੀ, ਧੁਆਉਂਦੀ, ਮਾਲਿਸ਼ ਕਰਦੀ ਜਦੋਂ ਬੀਜੀ ਬਹੁਤਾ ਹੀ ਬਿਮਾਰ ਹੁੰਦੇ। ਕੱਪੜੇ ਬਦਲ ਕੇ ਸਫੈਦ ਛੋਟੀ ਜਿਹੀ ਚੱਦਰ ਵਿੱਚ ਲਪੇਟ ਕੇ ਬੀਜੀ ਦੀ ਝੋਲੀ ਵਿੱਚ ਜਾ ਰੱਖਦੀ ਤੇ ਬੀਜੀ ਉਹਨੂੰ ਦੁੱਧ ਪਿਲਾਉਂਦੇ। ਮੈਂ ਹੈਰਾਨ ਹੁੰਦੀ ਕਿ ਜਿਸ ਬੱਚੇ ਨੇ ਉਹਨਾਂ ਨੂੰ ਇੰਨੀ ਤਕਲੀਫ ਦਿੱਤੀ ਸੀ, ਉਹਨਾਂ ਨੂੰ ਤੁਰਨੋਂ ਫਿਰਨੋਂ ਵੀ ਮਜਬੂਰ ਕਰ ਦਿੱਤਾ ਸੀ, ਉਹਨੂੰ ਉਹ ਇੰਨਾ ਪਿਆਰ ਕਿਸ ਤਰ੍ਹਾਂ ਕਰ ਸਕਦੇ ਸਨ? ਕਿਸ ਤਰ੍ਹਾਂ ਆਪਣੀ ਗੋਦੀ ਵਿੱਚ ਲਟਾ ਕੇ ਦੁਪੱਟੇ ਨਾਲ ਕੱਜ ਕੇ ਉਹਨੂੰ ਦੁੱਧ ਪਿਆ ਸਕਦੇ ਸਨ?
ਕਿਸ ਤਰ੍ਹਾਂ ਉਹਦੇ ਵੱਲ ਪਿਘਲੀਆਂ ਤੇ ਗਰੂਰ ਭਰੀਆਂ ਨਜ਼ਰਾਂ ਨਾਲ ਤੱਕ ਸਕਦੇ ਸਨ। ਮੈਨੂੰ ਤਾਂ ਉਹਨਾਂ ਨੇ ਕਦੇ ਨਹੀਂ ਸੀ ਇਸ ਤਰ੍ਹਾਂ ਗੋਦੀ ਵਿੱਚ ਬਿਠਾਇਆ, ਮੇਰੇ ਵੱਲ ਤਾਂ ਕਦੇ ਨਹੀਂ ਸੀ ਇਸ ਤਰ੍ਹਾਂ ਲਾਡ ਨਾਲ ਤੱਕਿਆ। ਫੇਰ ਵੀ ਪਤਾ ਨਹੀਂ ਕਿਉਂ ਮੈਂ ਜਸਬੀਰ ਨੂੰ ਬੜਾ ਹੀ ਮੋਹ ਕਰਦੀ ਸਾਂ ਤੇ ਮੈਂ ਇੱਕ ਕਮਰੇ ਤੋਂ ਦੂਜੇ ਕਮਰੇ ਤੱਕ ਬੇਕਾਰ ਤੇ ਬੇਜ਼ਾਰ ਡੋਲਦੀ ਰਹਿੰਦੀ। ਸ਼ਾਮ ਵੇਲੇ ਛੱਤ ਤੇ ਜਾ ਕੇ ਧਰਿੰਗੀ ਜਿਹੀ ਮੰਜੀ ਤੇ ਲੇਟ ਜਾਂਦੀ ਤੇ ਡੁੱਬਦੇ ਸੂਰਜ ਨੂੰ ਵੇਖਦੀ, ਘਰਾਂ ਨੂੰ ਪਰਤਦੀਆਂ ਕਾਵਾਂ ਦੀਆਂ ਡਾਰਾਂ ਨੂੰ ਤੱਕਦੀ। ਕਿਸ ਤਰ੍ਹਾਂ ਚਾਉਂ ਚਾਈ ਉਹ ਖੰਭਾਂ ਦੇ ਪਤਵਾਰ ਫੈਲਾਉਂਦੇ ਸਮੇਟਦੇ, ਸਮੁੰਦਰ ਵਰਗੇ ਅਸਮਾਨ ਦੇ ਨੀਲੇ ਵਿਸਥਾਰ ਵਿੱਚ ਆਪਣੀ ਹੋਂਦ ਨੂੰ ਅੰਕਿਤ ਕਰਦੇ, ਗਾਉਂਦੇ ਬੋਲਦੇ ਗੱਲਾਂ ਕਰਦੇ, ਅਸਮਾਨ ਦੇ ਨੀਲੇ ਕੈਨਵਸ ਤੇ ਆਪਣੀ ਪਰਵਾਜ਼ ਦੀਆਂ ਕਾਲੀਆਂ ਲੀਕਾਂ ਵਾਹੁੰਦੇ ਕਾਹਲੀ ਕਾਹਲੀ ਆਪਣੇ ਆਲ੍ਹਣਿਆਂ ਵੱਲ ਜਾ ਰਹੇ ਹੁੰਦੇ, ਆਪਣੇ ਘਰਾਂ ਨੂੰ। ਜ਼ਰੂਰ ਉਹਨਾਂ ਦੇ ਘਰ ਸਾਡੇ ਘਰ ਨਾਲੋਂ ਜ਼ਿਆਦਾ ਸੋਹਣੇ ਹੋਣਗੇ। ਜ਼ਰੂਰ ਉਹਨਾਂ ਘਰਾਂ ਵਿੱਚ ਉਹਨਾਂ ਦੇ ਬੱਚੇ ਹੋਣਗੇ ਜਿਹੜੇ ਆਪਣੀਆਂ ਮਾਵਾਂ ਆਪਣੇ ਪਿਓਾਂ ਨੂੰ ਉਡੀਕਦੇ ਹੋਣਗੇ। ਜ਼ਰੂਰ ਇਹਨਾਂ ਕਾਵਾਂ ਨੂੰ ਆਪਣੇ ਬੱਚਿਆਂ ਨਾਲ ਮੋਹ ਹੋਵੇਗਾ। 2 ਗੁਆਂਢ ਵਿੱਚ ਜਿਹੜੀ ਇੱਕ ਕੁੜੀ ਸੀ ਰੋਹਿਣੀ, ਸਿਰਫ ਉਹਦੇ ਨਾਲ ਹੀ ਰਤਾ ਨੂੰ ਖੇਡਣ ਦੀ ਇਜਾਜ਼ਤ ਸੀ। ਰੋਹਿਣੀ ਦੇ ਘਰ ਦਾ ਥੜਾ ਸਾਡੇ ਘਰ ਦੇ ਥੜੇ ਨਾਲ ਜੁੜਿਆ ਹੋਇਆ ਸੀ। ਅਸੀਂ ਦੋਵੇਂ ਉਸ ਥੜੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਡੋਲਦੀਆਂ ਰਹਿੰਦੀਆਂ। ਸਾਡੇ ਥੜੇ ਦੇ ਇੱਕ ਸਿਰੇ ਤੋਂ ਟਰਾਈਸਿਕਲ ਚਲਾਉਣਾ ਸ਼ੁਰੂ ਕਰੋ ਤੇ ਰੋਹਿਣੀ ਦੇ ਥੜੇ ਦੇ ਅਖੀਰਲੇ ਸਿਰੇ ਤੱਕ ਚਲਾਉਂਦੇ ਚਲੇ ਜਾਓ, ਦੁਨੀਆ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ। ਸਾਡੀ ਦੋਹਾਂ ਦੀ ਇਕੱਠੀ ਦੁਨੀਆ ਉਸੇ ਥੜੇ ਤੇ ਸਿਮਟੀ ਰਹਿੰਦੀ। ਬਸ ਉਹੀ ਸਾਡਾ ਖੇਡਣ ਦਾ ਮੈਦਾਨ ਸੀ, ਉਹੀ ਸਾਡੇ ਬਚਪਨ ਦੀ ਜੰਨਤ। ਅਜੇ ਰਤਾ ਕੁ ਚਿਰ ਹੀ ਲੰਘਿਆ ਹੁੰਦਾ ਕਿ ਰੋਹਿਣੀ ਦਾ ਜਾਂ ਸਾਡਾ ਨੌਕਰ ਆ ਜਾਂਦਾ। ਘੱਲਿਆ ਜਾਂਦਾ ਉਹਨੂੰ ਕਿ ਕੁੜੀਆਂ ਨੂੰ ਅੰਦਰ ਸੱਦ ਲਿਆਵੇ ਤੇ ਬਸ ਉਹ ਆਪਣੇ ਘਰ ਵਿੱਚ ਜਾ ਕੇ ਕੈਦ ਹੋ ਜਾਂਦੀ, ਮੈਂ ਆਪਣੇ ਘਰ ਵਿੱਚ। ਉਂਝ ਸਾਡੇ ਦੋਹਾਂ ਦੇ ਘਰ ਅੰਦਰੋਂ ਬੜੇ ਮੋਕਲੇ ਸਨ, ਪੁਰਾਣੀਆਂ ਹਵੇਲੀਆਂ ਵਰਗੇ, ਪਰ ਘਰਾਂ ਦੇ ਅੰਦਰ ਜਾ ਕੇ ਅਸੀਂ ਖਾਮੋਸ਼ ਹੋ ਜਾਂਦੀਆਂ ਸਾਂ। ਖੇਡ ਖੂਡ ਸਭ ਭੁੱਲ ਜਾਂਦੀ ਸੀ। ਹਵਾ ਹੀ ਇਹੋ ਜਿਹੀ ਸੀ ਦੋਹਾਂ ਘਰਾਂ ਦੀਆਂ ਅੰਦਰਲੀਆਂ ਕੰਧਾਂ ਵਿੱਚ ਘਿਰੀ ਹੋਈ, ਅਜੀਬ ਜਿਹੀ ਘੁੱਟੀ ਘੁੱਟੀ ਹਵਾ। ਰੋਹਿਣੀ ਸਵੇਰ ਸਾਰ ਸੋਹਣੀ ਜਿਹੀ ਫਰਾਕ ਪਾ ਕੇ ਤਿਆਰ ਹੋ ਕੇ ਆਪਣੇ ਦਾਦਾ ਜੀ ਦੀ 2 ਘੋੜਿਆਂ ਵਾਲੀ ਬੱਗੀ ਵਿੱਚ ਬਹਿ ਕੇ ਸਕੂਲ ਜਾਂਦੀ। ਉਹਦੇ ਕੋਲ ਤਸਵੀਰਾਂ ਵਾਲੀਆਂ ਕਿਤਾਬਾਂ ਸਨ ਤੇ ਇੱਕ ਵੱਡੀ ਸਾਰੀ ਕਾਪੀ, ਮੋਟੇ ਸਫੈਦ ਕਾਗਜ਼ਾਂ ਵਾਲੀ, ਜਿਹਦੇ ਵਿੱਚ ਉਹ ਰੰਗਦਾਰ ਚੌਕਾਂ ਨਾਲ ਦਰਖਤ ਤੇ ਘਰ ਤੇ ਚਿੜੀਆਂ ਤੇ ਕਾਂ ਬਣਾਉਂਦੀ। ਉਂਝ ਰੋਹਿਣੀ ਦੇ ਘਰ ਕੰਧਾਂ ਦੇ ਅੰਦਰਵਾਰ ਸੰਗਮਰਮਰ ਦੇ ਫਰਸ਼ਾਂ, ਖੁੱਲ੍ਹੇ ਮੋਕਲੇ ਕਮਰਿਆਂ, ਪਾਮ ਦੇ ਗਮਲਿਆਂ, ਨੌਕਰਾਂ ਚਾਕਰਾਂ ਤੇ 2 ਘੋੜਿਆਂ ਵਾਲੀ ਬੱਗੀ ਦੇ ਬਾਵਜੂਦ ਬੇਹੱਦ ਉਦਾਸੀ ਸੀ, ਗਾੜੇ ਧੂਏ ਵਾਂਗੂ ਸਾਰੇ ਘਰ ਵਿੱਚ ਭਰੀ ਹੋਈ। ਰੋਹਿਣੀ ਅਜੇ ਮਸਾਂ 1.25 ਸਾਲ ਦੀ ਸੀ ਕਿ ਉਹਦੇ ਪਿਤਾ ਦੀ ਮੌਤ ਹੋ ਗਈ ਸੀ। ਇਹਦੇ ਬਾਰੇ ਕਈ ਵਾਰੀ ਬੀਜੀ ਤੇ ਦਾਰਜੀ ਨੂੰ ਮੈਂ ਗੱਲਾਂ ਕਰਦਿਆਂ ਸੁਣਿਆ ਸੀ। ਰੋਹਿਣੀ ਦੇ ਦਾਦਾ ਜੀ ਨੂੰ ਸਾਰੇ ਰਾਏ ਸਾਹਿਬ ਕਹਿੰਦੇ ਸਨ। ਦਾਰਜੀ ਕਹਿੰਦੇ ਸਨ ਰਾਏ ਸਾਹਿਬ ਐਵੇਂ ਤੇ ਨਹੀਂ ਬਣ ਗਿਆ, ਉਹ ਅੰਗਰੇਜ਼ ਸਰਕਾਰ ਦੀ ਚਾਪਲੂਸੀ ਕਰਕੇ ਬਣਿਆ ਏ। ਤੇ ਦਾਰਜੀ ਸਨ ਅੰਗਰੇਜ਼ ਹਕੂਮਤ ਦੇ ਸਖਤ ਖਿਲਾਫ। ਇਸੇ ਕਰਕੇ ਰਾਏ ਸਾਹਿਬ ਨਾਲ ਉਹਨਾਂ ਦੀ ਰਸਮੀ ਜਿਹੀ ਸਾਹਿਬ ਸਲਾਮ ਹੀ ਸੀ, ਗੁਆਂਢੀ ਜੋ ਸਨ। ਰਾਏ ਸਾਹਿਬ ਨੇ ਆਪਣੇ ਪੁੱਤਰ ਨੂੰ ਬੈਰਿਸਟਰੀ ਕਰਨ ਵਲੈਤ ਭੇਜਿਆ ਸੀ। ਉਹ ਖੁਦ ਚਾਰਟਰਡ ਅਕਾਊਂਟੈਂਟ ਸਨ। ਵਲੈਤ ਜਾਣ ਤੋਂ ਕੁਝ ਚਿਰ ਪਹਿਲਾਂ ਹੀ ਉਹਦਾ ਵਿਆਹ ਕੀਤਾ ਸੀ ਉਹਨਾਂ ਨੇ। ਗੁੱਡੀ ਦੀ ਗੁੱਡੀ ਲੱਗਦੀ ਸੀ ਰੋਹਿਣੀ ਦੀ ਮਾਂ, ਇੰਨੀ ਸੋਹਣੀ, ਇੰਨੀ ਨਾਜ਼ਕ ਜਿਹੀ। ਵਲੈਤ ਗਿਆ ਤੇ ਆਪਣੀ ਬੀਵੀ ਨੂੰ ਸੱਸ ਸਹੁਰੇ ਦੀ ਖਿਦਮਤ ਕਰਨ ਲਈ ਪਿੱਛੇ ਛੱਡ ਗਿਆ। ਨਾਲੇ ਉਦੋਂ ਰੋਹਿਣੀ ਵੀ ਹੋਣ ਵਾਲੀ ਸੀ। ਜਦੋਂ ਰੋਹਿਣੀ ਜੰਮੀ, ਉਹਦੇ ਪਿਤਾ ਵਲੈਤ ਹੀ ਸਨ। ਵਾਪਸ ਆਏ ਤਾਂ ਇੱਕ ਦਿਨ ਚੁੱਪਚਾਪ ਮਰ ਗਏ। ਰੋਹਿਣੀ ਨੂੰ ਆਪਣੇ ਪਿਤਾ ਦੀ ਕੋਈ ਯਾਦ ਨਹੀਂ ਸੀ। ਉਹਦੇ ਨਾਲ ਕੋਈ ਗੱਲ ਵੀ ਨਹੀਂ ਸੀ ਕਰਦਾ ਉਹਦੇ ਪਿਤਾ ਬਾਰੇ। ਰੋਹਿਣੀ ਨੂੰ ਸ਼ਾਇਦ ਆਪਣੇ ਦਾਦਾ ਜੀ ਹੀ ਪਿਤਾ ਲੱਗਦੇ ਹੋਣਗੇ, ਜਿਹੜੇ ਦਾਰਜੀ ਵਾਂਗੂ ਹੀ ਘਰ ਦੇ ਧੁਰ ਹੇਠਲੇ ਹਿੱਸੇ ਵਿੱਚ ਆਪਣੀ ਚਾਰਟਰਡ ਅਕਾਊਂਟੈਂਸੀ ਦੀ ਪ੍ਰੈਕਟਿਸ ਕਰਦੇ ਸਨ। ਇੱਕ ਦਾਦੀ ਜੀ ਸਨ ਜਿਹੜੇ ਹਰ ਵੇਲੇ ਜਾਂ ਤਾਂ ਪੂਜਾ ਵਾਲੇ ਕਮਰੇ ਵਿੱਚ ਬੈਠੇ ਰਹਿੰਦੇ ਤੇ ਪੂਜਾ ਵਾਲੇ ਕਮਰੇ ਵਿੱਚੋਂ ਹੌਲੀ-ਹੌਲੀ ਗੁਣਗੁਣਾਉਣ ਦੀ ਆਵਾਜ਼ ਆਉਂਦੀ ਰਹਿੰਦੀ, ਜਿਵੇਂ ਕੋਈ ਦਰਦ ਨਾਲ ਕਰਾਹ ਰਿਹਾ ਹੋਵੇ, ਤੇ ਅਗਰਬੱਤੀਆਂ ਦੀ ਖੁਸ਼ਬੂ ਆਉਂਦੀ ਰਹਿੰਦੀ। ਤੇ ਜਾਂ ਫਿਰ ਉਹ ਆਪਣੇ ਕਮਰੇ ਦੇ ਚੌੜੇ ਪਲੰਘ ਤੇ ਲੇਟੇ ਰਹਿੰਦੇ, ਹਮੇਸ਼ਾ ਕੰਧ ਵਾਲੇ ਪਾਸੇ ਮੂੰਹ ਕਰਕੇ। ਰੋਹਿਣੀ ਦੇ ਘਰ ਦੇ ਖੁੱਲ੍ਹੇ ਚੌਂਕੇ ਵਿੱਚ ਇੱਕ ਵੱਡੇ ਸਾਰੇ ਪਟੜੇ ਤੇ ਉਹਦੀ ਮਾਂ ਬੈਠੀ ਰਹਿੰਦੀ, ਮਲਮਲ ਦੀ ਸਫੈਦ ਧੋਤੀ ਵਿੱਚ ਲਿਪਟੀ। ਸਾਰਾ ਦਿਨ ਕੁਝ ਕੱਟ ਰਹੀ ਹੁੰਦੀ, ਕੁਝ ਰਿੰਨ ਰਹੀ ਹੁੰਦੀ, ਕੁਝ ਪਕਾ ਰਹੀ ਹੁੰਦੀ, ਕੁਝ ਤਲ ਰਹੀ ਹੁੰਦੀ। ਨੌਕਰ ਸਿਰਫ ਮਸਾਲੇ ਪੀਂਦੇ ਜਾਂ ਚਟਣੀਆਂ। ਸੱਸ ਸਹੁਰੇ ਦੇ ਪਾਨਾਂ ਵਾਸਤੇ ਉਹ ਸੁਪਾਰੀਆਂ ਕੱਟਦੀ ਰਹਿੰਦੀ। ਸੁਪਾਰੀਆਂ ਕੱਟਣ ਵਾਲਾ ਸਰੋਤਾ ਉਹਦੇ ਹੱਥਾਂ ਵਿੱਚ ਜਾਦੂ ਵਾਂਗੂ ਚੱਲਦਾ ਤੇ ਸਕਿੰਟਾਂ ਵਿੱਚ ਗੋਲ ਮੋਟੀ ਸੁਪਾਰੀ ਦੀਆਂ ਛੋਟੀਆਂ-ਛੋਟੀਆਂ ਕਤਰਨਾਂ ਦਾ ਥਾਲੀ ਵਿੱਚ ਢੇਰ ਲੱਗ ਜਾਂਦਾ। ਰੋਹਿਣੀ ਦੀ ਮਾਂ ਖੁਦ ਪਾਨ ਨਹੀਂ ਸੀ ਖਾਂਦੀ। ਸ਼ਾਇਦ ਵਿਧਵਾ ਔਰਤਾਂ ਨੂੰ ਪਾਨ ਖਾਣ ਦੀ ਮਨਾਹੀ ਹੁੰਦੀ ਹੋਵੇਗੀ। ਪਾਨ ਸਿਰਫ ਰੋਹਿਣੀ ਦੇ ਦਾਦਾ ਜੀ ਤੇ ਦਾਦੀ ਖਾਂਦੇ ਸਨ। ਰੋਹਿਣੀ ਦੀ ਮਾਂ ਸਿਰਫ ਸੁਪਾਰੀ ਕੁਤਰਦੀ ਰਹਿੰਦੀ ਸੀ। ਸਫੈਦ ਸਾੜੀ ਵਿੱਚ ਲਿਪਟੀ ਉਹ ਬੇਹੱਦ ਗਰੀਬੜੀ ਜਿਹੀ ਔਰਤ
ਉਸ ਵੱਡੇ ਸਾਰੇ ਰਈਸੀ ਘਰ ਵਿੱਚ ਸਾਹ ਲੈਣੋਂ ਵੀ ਤਰਿੰਦੀ ਰਹਿੰਦੀ। ਰੋਹਿਣੀ ਦੀ ਦਾਦੀ ਜਦੋਂ ਗੁੱਸੇ ਵਿੱਚ ਹੁੰਦੀ, ਉਹ ਉਹਨੂੰ ਪਤਾ ਨਹੀਂ ਕੀ ਕਹਿੰਦੀ, ਉੱਚੀ ਬੋਲ ਕੇ, ਕਈ ਵਾਰੀ ਆਪਣੇ ਕਮਰੇ ਵਿੱਚੋਂ ਹੀ ਉੱਚੀ ਉਹਨੂੰ ਸੁਣਾ ਕੇ ਕਿ ਉਹ ਆਪਣੇ ਗੋਡਿਆਂ ਵਿੱਚ ਸਿਰ ਰੱਖ ਕੇ ਹੁਬਕੀ ਰੋਂਦੀ ਰਹਿੰਦੀ, ਮੂੰਹ ਗੋਡਿਆਂ ਵਿੱਚ ਲੁਕਾ ਕੇ। ਸਿਰਫ ਉਹਦਾ ਕਾਲੇ ਸ਼ਾਹ ਵਾਲਾਂ ਦਾ ਵੱਡਾ ਸਾਰਾ ਜੂੜਾ ਕੰਬਦਾ ਨਜ਼ਰ ਆਉਂਦਾ ਤੇ ਉਹਦੀ ਬੇਹੱਦ ਵਿਚਾਰੀ ਜਿਹੀ ਧੌਣ, ਬਹੁਤ ਹੀ ਗੋਰੀ ਤੇ ਪੀਲੀ ਜਿਹੀ ਧੌਣ ਦਾ ਪਿਛਲਾ ਹਿੱਸਾ ਜਿਵੇਂ ਮੋਮਬੱਤੀ ਕੰਬ ਰਹੀ ਹੋਵੇ। ਰੋਹਿਣੀ ਉਹਦੇ ਗਲ ਵਿੱਚ ਬਾਹਾਂ ਵਲਾ ਕੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ, ਨਹੀਂ ਅੰਮਾ, ਨਹੀਂ ਅੰਮਾ, ਨਹੀਂ, ਤੇ ਖੁਦ ਵੀ ਰੋਣ ਲੱਗਦੀ। ਉਹਦੇ ਰੋਣ ਦੀ ਆਵਾਜ਼ ਜੇ ਹੇਠਾਂ ਦਾਦਾ ਜੀ ਤੱਕ ਪਹੁੰਚ ਜਾਂਦੀ ਤਾਂ ਉਹ ਦਨਾਉਂਦੇ ਹੋਏ ਉੱਤੇ ਆਉਂਦੇ ਤੇ ਆਪਣੀ ਗਰਜਦਾਰ ਕੜਕਵੀਂ ਆਵਾਜ਼ ਵਿੱਚ ਡਾਂਟਦੇ, ਬਹੂ, ਇਸ ਘਰ ਵਿੱਚ ਰੋਣਾ ਧੋਣਾ ਨਹੀਂ ਚੱਲੇਗਾ। ਨਿੱਕੀ ਜਿਹੀ ਬਾਲੜੀ ਦਾ ਵੀ ਖਿਆਲ ਨਹੀਂ ਤੈਨੂੰ? ਰੁਆ ਦਿੱਤਾ ਵਿਚਾਰੀ ਨੂੰ। ਤੇ ਉਹ ਰੋਹਿਣੀ ਨੂੰ ਵਰਚਾਉਂਦੇ ਹੋਏ ਹੇਠਾਂ ਆਪਣੇ ਦਫ਼ਤਰ ਵਿੱਚ ਲੈ ਜਾਂਦੇ ਤੇ ਕਿਸੇ ਨੂੰ ਉਹਦੇ ਵਾਸਤੇ ਚਾਕਲੇਟ ਜਾਂ ਆਈਸਕ੍ਰੀਮ ਲਿਆਉਣ ਲਈ ਦੌੜਾ ਦਿੰਦੇ। ਹੁਣ ਸੋਚਦੀ ਹਾਂ ਤਾਂ ਲੱਗਦਾ ਏ ਰੋਹਿਣੀ ਦੇ ਦਾਦਾ ਤੇ ਦਾਦੀ ਉਹਨੂੰ ਉਹਦੀ ਮਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਦਾਦੀ ਉਹਨੂੰ ਆਪਣੇ ਬਿਸਤਰੇ ਵਿੱਚ ਸਵਾਂਦੀ। ਦਾਦੀ ਦਾ ਪਲੰਗ ਬਹੁਤ ਵੱਡਾ ਸੀ ਤੇ ਉਹਦੀ ਰੇਸ਼ਮੀ ਰਜ਼ਾਈ ਬੜੀ ਨਿੱਘੀ ਤੇ ਕੂਲੀ ਸੀ। ਰੋਹਿਣੀ ਦੀ ਮਾਂ ਪਤਾ ਨਹੀਂ ਰਾਤੀ ਕਿਹੜੇ ਵੇਲੇ ਆਪਣੇ ਕਮਰੇ ਵਿੱਚ ਜਾ ਕੇ ਸੌਂਦੀ ਤੇ ਸਵੇਰੇ ਸਾਰਿਆਂ ਦੇ ਉੱਠਣ ਤੋਂ ਪਹਿਲਾਂ ਜਾਗ ਪੈਂਦੀ। ਨੌਕਰਾਂ ਨੂੰ ਉਠਾਉਣਾ, ਦੁੱਧ ਮੰਗਵਾਉਣਾ, ਦਹੀਂ ਰਿੜਕਣੀ, ਦਾਦਾ ਜੀ ਤੇ ਦਾਦੀ ਦੀ ਚਾਹ ਬਣਾਉਣੀ, ਇਹ ਸਭ ਕੰਮ ਖਤਮ ਹੋ ਚੁੱਕੇ ਹੁੰਦੇ ਤਾਂ ਰੋਹਿਣੀ ਨੂੰ ਉਹਦੀ ਦਾਦੀ ਵਰਚਾ ਕੇ ਉਠਾਉਂਦੀ। ਉਠਾਉਣ ਤੋਂ ਮਗਰੋਂ ਰੋਹਿਣੀ ਨੂੰ ਸਕੂਲ ਲਈ ਤਿਆਰ ਕਰਨਾ ਰੋਹਿਣੀ ਦੀ ਮਾਂ ਦੇ ਜ਼ਿੰਮੇ ਸੀ। ਸ਼ਾਇਦ ਉਹ ਰੋਹਿਣੀ ਨੂੰ ਉਹਦੀ ਮਾਂ ਤੋਂ ਇਸ ਕਰਕੇ ਦੂਰ ਰੱਖਦੇ ਹੋਣ ਕਿਉਂਕਿ ਉਹਨਾਂ ਦੇ ਮਨ ਵਿੱਚ ਉਹਦੇ ਲਈ ਜ਼ਰੂਰ ਨਫ਼ਰਤ ਹੋਵੇਗੀ। ਜਿਨ੍ਹਾਂ ਦਾ ਇੱਕੋ ਇੱਕ ਜਵਾਨ ਪੁੱਤਰ ਵਲੈਤੋਂ ਬੈਰਿਸਟਰੀ ਪਾਸ ਕਰਕੇ ਭਰੀ ਜਵਾਨੀ ਵਿੱਚ ਤੁਰ ਗਿਆ ਹੋਵੇ, ਉਹ ਜ਼ਰੂਰ ਇਹੀ ਸੋਚਦੇ ਹੋਣਗੇ ਕਿ ਉਹਨਾਂ ਦੀ ਨਹਿਸ਼ ਨੂੰਹ ਦੇ ਪੁੱਠੇ ਕਦਮਾਂ ਤੇ ਚੰਦਰੇ ਸਿਤਾਰਿਆਂ ਕਰਕੇ ਹੀ ਇਹ ਪਰਲੋ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਆਈ ਏ। ਪੁੱਤਰ ਤੋਂ ਮਗਰੋਂ ਉਹ ਦੋਵੇਂ ਆਪਣੀ ਪੋਤਰੀ ਨਾਲ ਜੁੜ ਗਏ ਸਨ। ਉਹਨਾਂ ਦੇ ਪੁੱਤਰ ਦੀ ਇੱਕੋ ਇੱਕ ਨਿਸ਼ਾਨੀ, ਉਹਨਾਂ ਦੇ ਏਡੇ ਵੱਡੇ ਵੰਸ਼ ਦਾ ਇੱਕੋ ਇੱਕ ਚਿਰਾਗ। ਉਹ ਉਹਨੂੰ ਆਪਣੀ ਨੂੰਹ ਦੇ ਨਹਿਸ਼ ਪਰਛਾਵੇਂ ਤੋਂ ਬਚਾ ਕੇ ਰੱਖਦੇ ਤੇ ਉਹਨੂੰ ਵਲੇਟ ਕੇ ਪਾਲਦੇ। ਉਂਝ ਉਹ ਤਿੰਨੇ ਜੀ, ਰੋਹਿਣੀ ਦੇ ਦਾਦਾ ਜੀ ਤੇ ਦਾਦੀ ਤੇ ਮਾਂ, ਬੇਹੱਦ ਜ਼ਖਮੀ ਸਨ, ਕਾਇਲ, ਆਪਣੇ ਜ਼ਖਮਾਂ ਨੂੰ ਇੱਕ ਦੂਜੇ ਦੀ ਓਟ ਵਿੱਚ ਛੁਪਾ ਰਹੇ ਸਨ। ਸ਼ਾਇਦ ਮੇਰੀਆਂ ਪਹਿਲੀਆਂ ਯਾਦਾਂ ਵਿੱਚ ਸਿਰਫ ਰੋਹਿਣੀ ਦੀ ਦੋਸਤੀ ਏ। ਦਾਰਜੀ ਕਿਧਰੇ ਹੋਰ ਯਾਨੀ ਆਂਢ ਗੁਆਂਢ ਵਿੱਚ ਹੀ ਖੇਡਣ ਨਹੀਂ ਸਨ ਜਾਣ ਦਿੰਦੇ ਕਿਉਂਕਿ ਉਹ ਸੋਚਦੇ ਸਨ ਕਿ ਕੁੜੀਆਂ ਨੂੰ ਆਵਾਰਾਗਰਦੀ ਨਹੀਂ ਕਰਨੀ ਚਾਹੀਦੀ, ਊਟ ਪਟਾਂਗ ਬੱਚਿਆਂ ਨਾਲ ਨਹੀਂ ਖੇਡਣਾ ਚਾਹੀਦਾ, ਨਹੀਂ ਤੇ ਚੌੜ ਹੋ ਜਾਂਦੀਆਂ ਨੇ। ਉਹ ਮੇਰੇ ਸਾਰੇ ਅਹਿਸਾਸਾਂ, ਸਾਰੀਆਂ ਸੋਚਾਂ, ਸਾਰੀ ਬੋਲਚਾਲ, ਸਾਰਾ ਤੁਰਨਾ ਫਿਰਨਾ ਖੇਡਣਾ ਤੇ ਮੇਰੇ ਮਨ ਦੇ ਅੰਦਰ ਹੋਣ ਵਾਲੀ ਸਾਰੀ ਉਥਲ-ਪੁਥਲ ਨੂੰ ਵੀ ਆਪਣੇ ਸਿੱਧੇ ਕੰਟਰੋਲ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਸਨ। ਕੋਸ਼ਿਸ਼ ਵੀ ਨਹੀਂ ਸ਼ਾਇਦ, ਕਿਉਂਕਿ ਜਦੋਂ ਪਿੰਜਰਾ ਹੀ ਬੰਦ ਕਰ ਦਿੱਤਾ ਤੇ ਉਸ ਨੂੰ ਜੰਦਰਾ ਮਾਰ ਕੇ ਚਾਬੀ ਆਪਣੇ ਬੋਝੇ ਵਿੱਚ ਖਿਸਕਾ ਦਿੱਤੀ ਤਾਂ ਕੋਸ਼ਿਸ਼ ਕਾਹਦੀ? ਮੇਰੇ ਹੋਰ ਸਾਰੇ ਰਾਹ ਬੰਦ ਸਨ। ਸਿਰਫ ਸਾਡੇ ਥੜੇ ਤੇ ਤੁਰਦਿਆਂ ਰੋਹਿਣੀ ਦੇ ਥੜੇ ਤੇ ਪਹੁੰਚ ਜਾਣ ਦਾ ਰਾਹ ਖੁੱਲ੍ਹਾ ਸੀ ਕਿਉਂਕਿ ਦਾਰਜੀ ਨੂੰ ਪਤਾ ਸੀ ਕਿ ਰੋਹਿਣੀ ਦੀ ਵੀ ਕਟਾਈ ਛਟਾਈ ਉਸਦੇ ਦਾਦਾ ਜੀ ਬੜੀ ਮੁਸਤੈਦੀ ਨਾਲ ਕਰ ਰਹੇ ਸਨ। ਆਖਰ ਦਾਦਾ ਜੀ ਵਲੈਤ ਤੇ ਪੜ੍ਹੇ ਹੋਏ ਸਨ, ਚਾਰਟਰਡ ਅਕਾਊਂਟੈਂਟ ਸਨ, ਵੱਡੇ ਸਰਕਾਰੀ ਮਹਿਕਮਿਆਂ ਦੇ ਹਿਸਾਬ ਕਿਤਾਬ ਦੀ ਨਿਰਖ ਪਰਖ ਵੀ ਕਰਦੇ ਸਨ। ਇੱਕ ਪਾਈ ਦੀ ਵੀ ਗਲਤੀ ਹੋਵੇ ਤਾਂ ਫੜ ਲੈਂਦੇ ਸਨ। ਰੋਹਿਣੀ ਦੀ ਤਰਬੀਅਤ ਵਿੱਚ ਵੀ ਉਹ ਪਾਈ ਪਰ ਗਲਤੀ ਨਹੀਂ ਸਨ ਕਰ ਰਹੇ। ਵਲੈਤ ਪੜ੍ਹੇ ਬੰਦੇ ਉਂਝ ਤੇ ਥੋੜ੍ਹੇ ਜਿਹੇ ਮੋਕਲੇ ਖਿਆਲਾਂ ਦੇ ਹੁੰਦੇ ਹੀ ਹੋਣਗੇ, ਨਜ਼ਰੀਆ ਤਾਂ ਥੋੜ੍ਹਾ ਜਿਹਾ ਵਸੀਹ ਹੋਇਆ ਹੀ ਹੋਵੇਗਾ ਉਹਨਾਂ ਦਾ ਵੀ। ਜੇ ਉਹਨਾਂ ਦਾ ਬੇਟਾ ਜਿਉਂਦਾ ਹੁੰਦਾ ਤੇ ਸ਼ਾਇਦ ਰੋਹਿਣੀ ਨੂੰ ਮੋਕਲਾ ਸਾਹ ਮਿਲ ਸਕਦਾ। ਹੁਣ ਸ਼ਾਇਦ ਰਾਏ ਸਾਹਿਬ ਸੋਚਦੇ ਹੋਣਗੇ ਕਿ ਉਹ ਕਿੰਨਾ ਚਿਰ ਬਹਿ ਰਹਿਣਗੇ ਇਸ ਦੁਨੀਆ ਵਿੱਚ। ਬਿਨਾਂ ਪਿਓ ਦੀ ਬੱਚੀ ਏ, ਪਿੱਛੋਂ ਇਕੱਲੀ ਰਹਿ ਜਾਵੇਗੀ। ਜੇ ਚੰਗੀ ਤਰ੍ਹਾਂ ਛਿੱਲ ਤਰਾਸ਼ ਕੇ ਪਾਲਿਆ ਤੇ ਕਿਧਰੇ ਵੀ, ਯਾਨੀ ਜਿਸ ਘਰ ਵਿੱਚ ਵੀ ਵਿਆਹੀ ਜਾਵੇਗੀ, ਐਡਜਸਟ ਹੋ ਜਾਵੇਗੀ, ਰਚ ਮਿਚ ਜਾਵੇਗੀ। ਉਂਝ ਰੋਹਿਣੀ ਬੜੀ ਮਸਤ ਤੇ ਖੁਸ਼ ਰਹਿੰਦੀ, ਹਰ ਵੇਲੇ ਖਿੜੀ ਪੁੜੀ, ਨੌਕਰਾਂ ਤੇ ਹੁਕਮ ਚਾੜ ਰਹੀ। ਆਪਣੀ ਮਾਂ ਤੇ ਵੀ ਉਹ ਉਸੇ ਤਰ੍ਹਾਂ ਹੁਕਮ ਚਾੜਦੀ ਜਿਸ ਤਰ੍ਹਾਂ ਨੌਕਰਾਂ ਤੇ ਚਾੜਦੀ ਸੀ। ਉਹਦੀਆਂ ਨਜ਼ਰਾਂ ਵਿੱਚ ਉਹਦੀ ਮਾਂ ਦੀ ਹੈਸੀਅਤ ਇੱਕ ਨੌਕਰਾਨੀ ਤੋਂ ਜ਼ਿਆਦਾ ਨਹੀਂ ਸੀ। ਏਡੇ ਵੱਡੇ ਘਰ ਵਿੱਚ ਉਹ ਸਭਨਾਂ ਨਾਲੋਂ, ਨੌਕਰਾਂ ਨਾਲੋਂ ਵੀ ਗਰੀਬੜੀ ਔਰਤ ਸੀ। ਉਸ ਉਦਾਸੀ ਦੇ ਧੂਏ ਨਾਲ ਭਰੇ ਘਰ ਵਿੱਚ ਰੋਹਿਣੀ ਦਾ ਚਹਿਕਣਾ ਮੈਨੂੰ ਅੱਜ ਵੀ ਯਾਦ ਹੈ। ਅੱਜ ਵੀ ਯਾਦ ਹੈ ਉਸਦੀ ਮਾਂ ਦਾ ਸਫੈਦ ਸੂਤੀ ਸਾੜੀ ਵਿੱਚ ਲਿਪਟਿਆ ਪੀਲਾ ਗੋਰਾ ਸੰਗਮਰਮਰੀ ਬਦਨ। ਸਾਰਾ ਦਿਨ ਰਸੋਈ ਦੇ ਪਟੜੇ ਤੇ ਬੈਠੀ ਉਹ ਜਿਵੇਂ ਸਭ ਦੀਆਂ ਨਜ਼ਰਾਂ ਤੋਂ ਬਚਦੀ ਰਹਿੰਦੀ। ਉਹਦੀ ਉਦਾਸੀ ਮੇਰੇ ਅੰਦਰ ਉਸ ਹਨੇਰੀ ਕੋਠੜੀ ਵਿੱਚ ਜਾ ਬੈਠੀ ਜਿਸ ਵਿੱਚ ਮੇਰੀ ਆਪਣੀ ਉਦਾਸ ਇਕੱਲ ਗੁੱਛਾ ਮੁੱਛਾ ਹੋ ਕੇ ਬੈਠੀ ਹੋਈ ਸੀ। 3 ਸਵੇਰੇ ਮਾਸਟਰ ਆਉਂਦਾ ਤੇ ਮੈਨੂੰ ਅੰਗਰੇਜ਼ੀ ਤੇ ਹਿਸਾਬ ਪੜ੍ਹਾਉਣ ਦੀ ਕੋਸ਼ਿਸ਼ ਕਰਦਾ। ਮੈਨੂੰ ਗੁੱਸਾ ਆਉਂਦਾ ਉਹਦੇ ਤੇ। ਜੇ ਉਹ ਆਉਣ ਤੋਂ ਇਨਕਾਰ ਕਰ ਦੇਵੇ ਤਾਂ ਦਾਰਜੀ ਨੂੰ ਮੈਨੂੰ ਸਕੂਲੇ ਭੇਜਣਾ ਹੀ ਪਵੇ। ਪਰ ਉਹ ਤੇ ਰੋਜ਼ ਆ ਜਾਂਦਾ ਸੀ ਤੇ ਮੈਂ ਸਾਂ ਕਿ ਕੁਝ ਵੀ ਪੜ੍ਹਨ ਤੋਂ ਇਨਕਾਰੀ ਸਾਂ।
ਦੂਣੀ ਦਾ ਪਹਾੜਾ ਵੀ ਜਦੋਂ ਉਹ ਮੈਨੂੰ ਕਈ ਮਹੀਨੇ ਨਹੀਂ ਸਿਖਾ ਸਕਿਆ ਤਾਂ ਇੱਕ ਦਿਨ ਉਹਨੇ ਵਿਹੜੇ ਵਿਚਲੇ ਵੱਡੇ ਖੁਰੇ ਦੀ ਮੋਰੀ ਅੱਗੋਂ ਵੱਡਾ ਸਾਰਾ ਡੋਲ ਉਰਾਂ ਘਸੀਟਿਆ ਤੇ ਕਿਹਾ, ਮੈਂ ਇਸ ਮੋਰੀ ਵਿੱਚ ਸਿਰ ਵਾੜ ਕੇ ਮਰ ਜਾਵਾਂਗਾ ਜੇ ਤੂੰ ਪਹਾੜਾ ਨਹੀਂ ਯਾਦ ਕੀਤਾ ਤਾਂ। ਮੈਂ ਬਹੁਤ ਡਰ ਗਈ। ਹਾਏ ਕਿਧਰੇ ਸੱਚੀ ਮੁੱਚੀ ਹੀ ਨਾ ਮੋਰੀ ਵਿੱਚ ਸਿਰ ਵਾੜ ਕੇ ਮਰ ਜਾਵੇ। ਤੇ ਮੈਂ ਫਟਾਫਟ ਪਹਾੜਾ ਯਾਦ ਕਰ ਲਿਆ। 10 ਤੱਕ ਪਹਾੜੇ ਯਾਦ ਹੋ ਗਏ। ਰਤਾ ਮਸਾ ਜਮਾ ਤਫਰੀਕ ਜ਼ਰਬ ਕਰਨੀ ਆ ਗਈ। ਅੰਗਰੇਜ਼ੀ ਦੀ ਪਹਿਲੀ ਨਿਕਲਸਨ ਰੀਡਰ ਪੜ੍ਹ ਲਈ। ਇਹ ਸਭ ਕੁਝ ਵਿੱਚ ਸਾਲ ਭਰ ਲੱਗਾ ਹੋਵੇਗਾ। ਤਾਈਏ ਇੱਕ ਘਟਨਾ ਘਟੀ। 10 ਤੋਂ ਅੱਗੇ ਪਹਾੜੇ ਮੈਨੂੰ ਯਾਦ ਹੀ ਨਹੀਂ ਸਨ ਹੁੰਦੇ। ਖਾਸ ਕਰਕੇ 13 ਦੇ ਪਹਾੜੇ ਨਾਲ ਮੈਨੂੰ ਸ਼ਦੀਦ ਨਫ਼ਰਤ ਸੀ। ਮਾਸਟਰ ਮੈਨੂੰ ਗੋਦੀ ਵਿੱਚ ਬਿਠਾ ਕੇ ਵਰੂ ਕੇ ਪਹਾੜੇ ਯਾਦ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਹ ਦਾਰਜੀ ਆ ਗਏ। ਇੱਕ ਨਜ਼ਰ ਤੇ ਜਿਵੇਂ ਕੋਈ ਪਹਾੜ ਗੜਗੜਾਉਂਦਾ ਹੋਇਆ ਟੁੱਟ ਪਿਆ ਹੋਵੇ। ਭੁਚਾਲ ਆ ਗਿਆ ਹੋਵੇ ਜਿਵੇਂ। ਮੈਨੂੰ ਬਾਹੋਂ ਖਿੱਚ ਕੇ ਉਹਨਾਂ ਨੇ ਭੁਆਂ ਕੇ ਪਰਾਂ ਸੁੱਟਿਆ ਤੇ ਮਾਸਟਰ ਨੂੰ ਕੁੱਟਣ ਲੱਗ ਪਏ। ਉਹ ਤਰਲੇ ਕਰ ਰਿਹਾ ਸੀ। ਪਤਾ ਨਹੀਂ ਕੀ ਕਹਿ ਰਿਹਾ ਸੀ। ਉਹਦੀ ਆਵਾਜ਼ ਵਿੱਚ ਕੰਬਦਾ ਹੋਇਆ ਰੋਣਾ ਸੀ। ਉਹਨੂੰ ਮੈਂ ਅੱਜ ਵੀ ਸੁਣ ਸਕਦੀ ਹਾਂ। ਮਾਸਟਰ ਨੂੰ ਰੂੰ ਵਾਂਗੂ ਧੁਣ ਕੇ ਉਹਨਾਂ ਨੇ ਪੌੜੀਆਂ ਵਿੱਚੋਂ ਹੇਠਾਂ ਰੇੜ ਦਿੱਤਾ ਤੇ ਮੇਰੀ ਪੜ੍ਹਾਈ ਖਤਮ ਹੋ ਗਈ। ਮੈਂ ਖੁਸ਼ ਸਾਂ ਪਰ ਉਦਾਸ ਵੀ ਬਹੁਤ ਸਾਂ ਕਿਉਂਕਿ ਮੈਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਮਾਸਟਰ ਨੂੰ ਇੰਨਾ ਕੁੱਟਿਆ ਕਿਉਂ ਸੀ ਦਾਰਜੀ ਨੇ। ਉਹਦੀਆਂ ਕੰਬਦੀਆਂ, ਲਰਜ਼ਦੀਆਂ ਤੇ ਅਥਰੂਆਂ ਨਾਲ ਗਿੱਲੀਆਂ ਫਰਿਆਦਾਂ ਦੀ ਆਵਾਜ਼ ਵੇਲੇ ਕੁਵੇਲੇ ਮੇਰੇ ਦੁਆਲੇ ਮੰਡਰਾਉਣ ਲੱਗਦੀ ਤੇ ਮੇਰੀ ਰੂਹ ਕੰਬ ਜਾਂਦੀ। 4 ਸ਼ਾਇਦ ਦਾਰਜੀ ਨੇ ਰਾਏ ਸਾਹਿਬ ਨਾਲ ਸਲਾਹ ਕੀਤੀ ਜਾਂ ਕਿਸੇ ਹੋਰ ਨਾਲ ਤੇ ਮੈਨੂੰ ਸੇਕਰਡ ਹਾਰਟ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਪਰ ਰੋਹਿਣੀ ਉਸ ਸਕੂਲ ਵਿੱਚ ਨਹੀਂ ਸੀ। ਉਹ ਪਤਾ ਨਹੀਂ ਕਿਹੜੇ ਸਕੂਲ ਜਾਂਦੀ ਸੀ। ਚੈਂਬਰਲੇਨ ਰੋਡ ਤੋਂ ਨਿਕਲ ਕੇ ਜਿਹਦੇ ਤੇ ਸਾਡਾ ਘਰ ਸੀ, ਦਿੱਲੀ ਵਾਲੇ ਹਲਵਾਈ ਦੇ ਅੱਗੋਂ ਲੰਘ ਕੇ, ਸੜਕ ਟੱਪ ਕੇ, ਭਾਰਤ ਬਿਲਡਿੰਗ ਦੇ ਵਿਚਕਾਰਲੇ ਰਸਤੇ ਤੋਂ ਲੰਘ ਕੇ ਸਕੂਲ ਆਉਂਦਾ ਸੀ। ਇੱਕ ਮਾਈ ਸੀ ਜਿਹੜੀ ਮੈਨੂੰ ਘਰੋਂ ਸਕੂਲ ਤੇ ਸਕੂਲੋਂ ਘਰ ਲਿਆਉਂਦੀ ਸੀ। ਸਕੂਲ ਦੇ ਗੇਟ ਤੋਂ ਸਕੂਲ ਦੀ ਇਮਾਰਤ ਤੱਕ ਵੱਡੇ ਚੌੜੇ ਲੌਨ ਸਨ, ਘਾਹ ਨਾਲ ਤੇ ਰੁੱਖਾਂ ਨਾਲ ਤੇ ਫੁੱਲਾਂ ਨਾਲ ਭਰੇ ਹੋਏ। ਲੌਨ ਦੇ ਨਾਲ-ਨਾਲ ਬਜਰੀ ਵਾਲਾ ਰਾਹ ਸਕੂਲ ਦੀ ਇਮਾਰਤ ਤੱਕ ਜਾਂਦਾ ਸੀ ਤੇ ਇਸ ਰਸਤੇ ਦੇ ਦੋਹੀਂ ਪਾਸੇ ਸਫੈਦ ਤਣਿਆਂ ਵਾਲੇ ਉੱਚੇ-ਉੱਚੇ ਯੂਕਲਿਪਟਸ ਦੇ ਦਰਖਤ ਸਨ। ਸਕੂਲ ਦੇ ਕਿਸੇ ਵੀ ਪੌਦੇ ਨੂੰ, ਫੁੱਲ ਨੂੰ ਹੱਥ ਲਾਉਣਾ ਮਨਾ ਸੀ, ਪਰ ਯੂਕਲਿਪਟਸ ਦੇ ਦਰਖਤਾਂ ਦੇ ਹੇਠਾਂ ਜਿਹੜੀਆਂ ਪੱਤੀਆਂ ਝੜ ਕੇ ਡਿੱਗੀਆਂ ਹੁੰਦੀਆਂ, ਉਹਨਾਂ ਨੂੰ ਚੁੱਕ ਕੇ ਮੈਂ ਤਲੀ ਤੇ ਮਲਦੀ ਤੇ ਸਾਰੇ ਜਹਾਨ ਦੀਆਂ ਖੁਸ਼ਬੂਆਂ ਨਾਲ ਸਰਾਬੋਰ ਹੋ ਜਾਂਦੀ। ਇਸ ਸਕੂਲ ਵਿੱਚ ਕਾਲੇ ਗਾਊਨਾਂ ਵਾਲੀਆਂ ਨਨਜ਼ ਸਨ, ਗਲੇ ਵਿੱਚ ਸਲੀਬਾਂ ਦੀਆਂ ਮਾਲਾਂ ਲਟਕਾਈ, ਸਿਰ ਤੇ ਚਟਖ ਸਫੈਦ ਵੱਡੇ-ਵੱਡੇ ਰੁਮਾਲ ਲਪੇਟੀ ਉਹ ਇੰਨੀਆਂ ਸੋਹਣੀਆਂ ਲੱਗਦੀਆਂ ਕਿ ਭਾਵੇਂ 13 ਛੱਡ ਕੇ 23 ਤੇ 33 ਦੇ ਪਹਾੜੇ ਰੱਟਣ ਲਈ ਕਹਿੰਦੀਆਂ, ਫਰ ਰੱਟ ਲੈਣੇ ਸਨ ਮੈਂ। ਪਰ ਉਸ ਸਕੂਲ ਵਿੱਚ ਪਹਾੜਿਆਂ ਤੇ ਜ਼ੋਰ ਨਹੀਂ ਸੀ ਦਿੱਤਾ ਜਾਂਦਾ। ਅੰਗਰੇਜ਼ੀ, ਜੁਗਰਾਫੀਆ ਤੇ ਹੋਰ 10,000 ਚੀਜ਼ਾਂ ਸਨ ਜਿਹੜੀਆਂ ਪੜ੍ਹਾਈਆਂ ਜਾਂਦੀਆਂ ਸਨ, ਬੜੇ ਸਹਿਜ ਨਾਲ, ਆਰਾਮ ਨਾਲ, ਕੋਈ ਜ਼ੋਰ ਜ਼ਬਰਦਸਤੀ ਨਹੀਂ। ਇਹ 1.5 ਵਰ੍ਹਾ ਮੇਰੇ ਬਚਪਨ ਦਾ ਸਭ ਤੋਂ ਚੰਗਾ ਵਰ੍ਹਾ ਸੀ ਸ਼ਾਇਦ। ਉਂਝ ਪਿੱਛੋਂ ਮੁੜ ਕੇ ਵੇਖਿਆ ਇਹੀ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਬਚਪਨ ਤੇ ਆਇਆ ਹੀ ਨਹੀਂ ਸੀ। ਸਿਰਫ ਇਹੀ ਇੱਕ ਛੋਟਾ ਜਿਹਾ ਟੁਕੜਾ ਹੈ ਬਚਪਨ ਦਾ ਤੇ ਉਸ ਤੋਂ ਮਗਰੋਂ ਮੈਂ ਇੱਕਦਮ ਵੱਡੀ ਹੋ ਗਈ ਸਾਂ। ਉਂਝ ਸੋਚਿਆ ਜਾਵੇ ਤਾਂ ਜਵਾਨੀ ਵੀ ਕਦੋਂ ਆਈ? ਆਈ ਹੀ ਨਹੀਂ। ਜੇ ਆਈ ਵੀ ਤੇ ਸਾਰਿਆਂ ਦੀ ਇਹੀ ਕੋਸ਼ਿਸ਼ ਰਹੀ ਕਿ ਉਸ ਨੂੰ ਦੱਬ ਘੁੱਟ ਕੇ ਜ਼ਬਾ ਕਰ ਦਿੱਤਾ ਜਾਵੇ। ਜਦੋਂ ਹੋਸ਼ ਸੰਭਾਲੀ ਮੈਂ ਜਵਾਨੀ ਵੀ ਪਾਰ ਕਰ ਚੁੱਕੀ ਸਾਂ। ਅਜੀਬ ਨਹੀਂ ਲੱਗਦਾ ਇਹ ਸੋਚ ਕੇ ਕਿ ਕੋਈ ਇਹੋ ਜਿਹੀ ਜ਼ਿੰਦਗੀ ਵੀ ਹੈ ਜਿਹਦੇ ਵਿੱਚੋਂ ਬਚਪਨ ਤੇ ਜਵਾਨੀ ਗਾਇਬ ਹੋ ਗਏ ਹੋਣ। ਖੈਰ, ਗੱਲ ਸੇਕਰਡ ਹਾਰਟ ਸਕੂਲ ਦੀ ਹੋ ਰਹੀ ਸੀ। ਕਦੇ ਸੋਚਦੀ ਹਾਂ ਇਹੀ ਇੱਕ ਚੰਗਾ ਵਰ੍ਹਾ ਸੀ ਜਦੋਂ ਮੈਂ ਬਾਕਾਇਦਾ ਸਕੂਲ ਜਾ ਰਹੀ ਸਾਂ ਤੇ ਢੇਰਾਂ ਦੇ ਢੇਰ ਨਵੀਆਂ ਚੀਜ਼ਾਂ ਨਾਲ ਵਾਕਫੀਅਤ ਹੋ ਰਹੀ ਸੀ। ਦੁਨੀਆ ਕਿਹੋ ਜਿਹੀ ਸੀ, ਅਸਮਾਨ ਤੇ ਜਗਣ ਵਾਲੇ ਤਾਰੇ ਕੀ ਸਨ, ਸੂਰਜ ਕੀ ਸੀ, ਸਾਡੀ ਧਰਤੀ ਨਾਲ ਸੂਰਜ ਦਾ ਕੀ ਰਿਸ਼ਤਾ ਸੀ ਤੇ ਇਹ ਵੀ ਕਿ ਚੰਨ ਵਿੱਚ ਕੋਈ ਬੁੱਢੀ ਚਰਖਾ ਨਹੀਂ ਸੀ ਕੱਤ ਰਹੀ। 5 ਜਦੋਂ ਮੈਂ ਇਸ ਸਕੂਲ ਵਿੱਚ ਦਾਖਲ ਹੋਈ, ਦਾਰਜੀ ਨੇ ਮਕਾਨ ਬਦਲ ਲਿਆ। ਉਸੇ ਸੜਕ ਦੇ ਪਰਲੇ ਪਾਸੇ ਤਕਰੀਬਨ ਸਾਹਮਣੇ ਹੀ ਡਾਕਟਰ ਰਘਬੀਰ ਸਿੰਘ ਦੇ ਮਕਾਨ ਦੇ ਨਾਲ ਵਾਲਾ ਮਕਾਨ। ਉਂਝ ਉਹ ਵੀ ਡਾਕਟਰ ਰਘਬੀਰ ਸਿੰਘ ਦਾ ਹੀ ਸੀ। ਇੱਕ ਵੱਡਾ, ਵਿਸ਼ਾਲ, ਸੰਗਮਰਮਰ ਦੇ ਚੌੜੇ ਥੜੇ ਵਾਲਾ ਘਰ ਉਹਨਾਂ ਨੇ ਆਪਣੇ ਲਈ ਬਣਾਇਆ ਸੀ ਤੇ ਇੱਕ ਰਤਾ ਛੋਟਾ ਘਰ ਆਪਣੇ ਘਰ ਦੀ ਵੱਖੀ ਨਾਲ ਲੱਗਦਾ ਸ਼ਾਇਦ ਕਿਰਾਏ ਤੇ ਦੇਣ ਲਈ ਹੀ ਬਣਾਇਆ ਹੋਵੇਗਾ। ਪਰ ਦਾਰਜੀ ਨੂੰ ਉਹਨਾਂ ਨੇ ਇਹੀ ਕਿਹਾ ਸੀ, ਤੂੰ ਮੇਰਾ ਨਿੱਕਾ ਭਰਾ ਏ, ਆ ਮੇਰੇ ਨਾਲ ਵਾਲੇ ਘਰ ਵਿੱਚ ਰਹੋ, ਦੋਵੇਂ ਭਰਾ ਇਕੱਠੇ ਰਵਾਂਗੇ। ਪਰ ਉਹਨਾਂ ਦੇ ਘਰ ਦੇ ਤੇ ਸਾਡੇ ਘਰ ਦੇ ਵਿਚਕਾਰ ਹਰ ਛੱਤੇ ਜਿਹੜੇ ਦਰਵਾਜ਼ੇ ਸਨ, ਉਹ ਸਾਲਾਂ ਦੇ ਸਾਲ ਨਾ ਕਦੇ ਉਧਰੋਂ ਖੁੱਲ੍ਹੇ ਨਾ ਇੱਧਰੋਂ। ਪਰ ਦੁਪਹਿਰ ਵੇਲੇ ਮਰੀਜ਼ਾਂ ਦਾ ਵਕਤ ਖਤਮ ਹੋਣ ਤੋਂ ਮਗਰੋਂ ਕਈ ਵਾਰੀ ਡਾਕਟਰ ਰਘਬੀਰ ਸਿੰਘ ਹੇਠਾਂ ਦਾਰਜੀ ਦੇ ਕਲੀਨਿਕ ਵਿੱਚ ਆ ਜਾਂਦੇ ਤੇ ਦੋਵੇਂ ਪਤਾ ਨਹੀਂ ਕੀ ਗੱਲਾਂ ਕਰਦੇ ਰਹਿੰਦੇ, ਕਿੰਨਾ ਚਿਰ। ਉਸ ਦਿਨ ਬੀਜੀ ਨੂੰ ਬੜਾ ਗੁੱਸਾ ਚੜ੍ਹਦਾ। 100 ਵਿੱਚੋਂ 99 ਵਾਰੀ ਤਾਂ ਬੀਜੀ ਆਪਣਾ ਸਾਰਾ ਗੁੱਸਾ, ਸਾਰੀਆਂ ਸ਼ਿਕਾਇਤਾਂ, ਸਾਰੀਆਂ ਨਾਉਮੀਦੀਆਂ, ਸਾਰੀਆਂ ਉਲਝਣਾਂ ਪੀ ਜਾਂਦੇ ਸਨ। ਇਹੀ ਤਰਬੀਅਤ ਲੈ ਕੇ ਆਏ ਸਨ ਉਹ ਆਪਣੀ ਮਾਂ ਕੋਲੋਂ।
ਤੇ ਇਹੀ ਤਰਬੀਅਤ ਚੁੱਪਚਾਪ ਉਹ ਮੇਰੇ ਲਹੂ ਵਿੱਚ ਉਤਾਰ ਰਹੇ ਸਨ। ਪਰ ਕਦੇ-ਕਦੇ ਦੱਬੀ ਜ਼ੁਬਾਨ ਵਿੱਚ ਮੈਂ ਉਹਨਾਂ ਨੂੰ ਸ਼ਿਕਾਇਤ ਕਰਦਿਆਂ ਸੁਣਦੀ। ਫਿਰ ਆਇਆ ਸੀ ਆਪਣੀ ਰਖੇਲ ਦੀਆਂ ਗੱਲਾਂ ਕਰਨ ਕਿ ਆਪਣੀ ਵਹੁਟੀ ਦੀਆਂ ਸ਼ਿਕਾਇਤਾਂ ਲਾਣ। ਦਾਰ ਜੀ ਚੁੱਪ ਰਹਿੰਦੇ, ਚੁੱਪਚਾਪ ਰੋਟੀ ਖਾਂਦੇ ਰਹਿੰਦੇ, ਕਿਉਂਕਿ ਰੋਟੀ ਖਾਣ ਤੋਂ ਮਗਰੋਂ ਉਹਨਾਂ ਨੇ ਸੌਣਾ ਹੁੰਦਾ ਸੀ। ਬੀਜੀ ਕਹਿੰਦੇ, ਵਹੁਟੀ ਵਿਚਾਰੀ ਨੇ ਤੇ ਕਲਪਨਾ ਹੀ ਹੋਇਆ, ਨਰਸਾਂ ਨਾਲ ਵੀ ਕੋਈ ਯਾਰੀਆਂ ਲਾਂਦਾ ਏ। ਕੁਝ ਤੇ ਸ਼ਰਮ ਕਰੇ, ਏਡਾ ਵੱਡਾ ਡਾਕਟਰ ਏ, ਜਵਾਨ ਮੁੰਡੇ ਕੁੜੀਆਂ ਨੇ, ਇਸੇ ਕਰਕੇ ਹੀ ਤੇ ਮੁੰਡੇ ਨੇ ਵੀ ਆਪਣੀ ਮਰਜ਼ੀ ਦੀ ਕੁੜੀ ਵਿਆਹ ਲਿਆਂਦੀ ਨਾ। ਜੋ ਪਿਓ ਕਰੇਗਾ ਬੱਚੇ ਉਹੀ ਤੇ ਸਿੱਖਣਗੇ। ਪਰ ਦਾਰ ਜੀ ਕਹਿੰਦੇ, ਤੈਨੂੰ ਤੇ ਵਹਿਮ ਦੀ ਬਿਮਾਰੀ ਏ। ਡਾਕਟਰ ਕੋਲ ਨਰਸ ਤੇ ਹੋਣੀ ਹੋਈ। ਹਰ ਨਰਸ ਤੇ ਡਾਕਟਰ ਆਸ਼ਿਕ ਹੋਣ ਲੱਗਣ ਤੇ ਕੱਲ ਨੂੰ ਕੋਈ ਮਰੀਜ਼ ਵੜੇਗਾ ਉੱਥੇ। ਅਕਲ ਕਰ ਕੁਝ। ਬੀਜੀ ਉਂਝ ਤੇ ਦਾਰ ਜੀ ਦੀਆਂ 10,000 ਜ਼ਿਆਦਤੀਆਂ ਚੁੱਪਚਾਪ ਸਹਾਰ ਲੈਂਦੇ ਸਨ। ਸਿਰਫ ਇਹੀ ਇੱਕ ਗੱਲ ਸੀ ਜਿਹਦੇ ਬਾਰੇ ਉਹ ਕਦੇ-ਕਦਾਈਂ ਸ਼ਿਕਾਇਤ ਕਰਦੇ। ਪਤਾ ਨਹੀਂ ਕੀ ਸੋਚ ਕੇ। ਸ਼ਾਇਦ ਉਹ ਸੋਚਦੇ ਹੋਣਗੇ ਕਿ ਕਿਧਰੇ ਦਾਰ ਜੀ ਵੀ ਨਾ ਚੌੜ ਹੋ ਜਾਣ, ਉਹ ਵੀ ਨਾ ਕੋਈ ਰਖੇਲ ਰੱਖ ਲੈਣ। ਮਰਦਾਂ ਦਾ ਕੀ ਭਰੋਸਾ, ਜੋ ਵੀ ਕਰ ਗੁਜ਼ਰਨ ਥੋੜ੍ਹਾ ਏ। ਜਾਂ ਸ਼ਾਇਦ ਬੀਜੀ ਦੇ ਦਿਲ ਵਿੱਚ ਇਹ ਸ਼ੱਕ ਵੀ ਗੁਜ਼ਰਦਾ ਹੋਵੇ ਕਿ ਕਿਧਰੇ ਦੋਵੇਂ ਆਪੋ ਆਪਣੀਆਂ ਰਖੇਲਾਂ ਦੀਆਂ ਗੱਲਾਂ ਕਰਨ ਵਾਸਤੇ ਤੇ ਨਹੀਂ ਦੁਪਹਿਰੇ ਇਕੱਠੇ ਹੁੰਦੇ। ਉਂਝ ਮੈਨੂੰ ਉਦੋਂ ਕੁਝ ਨਹੀਂ ਸੀ ਪਤਾ ਕਿ ਰਖੇਲ ਕੀ ਹੁੰਦੀ ਏ। ਜ਼ਰੂਰ ਕੋਈ ਚੁੜੇਲ ਭੂਤਨੀ ਹੁੰਦੀ ਹੋਵੇਗੀ ਜਿਸ ਕਰਕੇ ਬੀਜੀ ਇਸ ਤਰ੍ਹਾਂ ਕਲਪਦੇ ਸਨ, ਮੈਂ ਸੋਚਦੀ ਤੇ ਚੁੱਪ ਰਹਿੰਦੀ। ਨਵਾਂ ਘਰ, ਇਹ ਘਰ ਮੈਨੂੰ ਹੋਰ ਵੀ ਇਕੱਲਾ ਕਰ ਗਿਆ, ਕਿਉਂਕਿ ਰੋਹਿਣੀ ਸੜਕੋਂ ਪਾਰ ਸੀ ਤੇ ਵਿਚਕਾਰ ਸੀ ਲੋਕਾਂ ਦਾ, ਸਾਈਕਲਾਂ ਦਾ, ਮੋਟਰਾਂ ਦਾ, ਬੱਗੀਆਂ ਦਾ, ਫਿਟਨਾਂ ਦਾ, ਟਾਂਗਿਆਂ ਦਾ ਨਿਰੰਤਰ ਵਹਿੰਦਾ ਦਰਿਆ। ਪਹਿਲੋਂ ਪਹਿਲ ਤਾਂ ਮੈਂ ਆਪਣੇ ਛੱਜੇ ਤੇ ਖੜੋਂਦੀ, ਰੋਹਿਣੀ ਆਪਣੇ ਛੱਜੇ ਤੇ ਅਸੀਂ ਇਸ਼ਾਰਿਆਂ ਨਾਲ, ਜਿਸ ਤਰ੍ਹਾਂ ਗੂੰਗੇ ਬੋਲੇ ਲੋਕ ਗੱਲਾਂ ਕਰਦੇ ਨੇ, ਰਤਾ ਮਾਸਾ ਗੱਲ ਕਰ ਲੈਂਦੀਆਂ। ਪਰ ਘਰ ਬਦਲਣ ਦੇ ਫੌਰਨ ਬਾਅਦ ਕੁਝ ਦਿਨਾਂ ਵਿੱਚ ਹੀ ਜਦੋਂ ਸਾਰਾ ਫਰਨੀਚਰ ਥਾਂ ਥਾਈਂ ਟਿਕ ਗਿਆ, ਰਸੋਈ ਮੁੜ ਕੇ ਜਮਾ ਲਈ ਗਈ, 5 ਮੰਜ਼ਲਾਂ ਦੇ 20 ਕੁ ਕਮਰਿਆਂ ਵਿੱਚ ਕੀ ਹੋਵੇਗਾ ਇਹਦਾ ਫੈਸਲਾ ਹੋ ਚੁੱਕਾ, ਤਾਂ ਛੱਜਿਆਂ ਵੱਲ ਖੁੱਲ੍ਹਣ ਵਾਲੇ ਦਰਵਾਜ਼ਿਆਂ ਤੇ ਮੁੜ ਕੇ ਚਿਕਾਂ ਲਟਕਾ ਦਿੱਤੀਆਂ ਗਈਆਂ ਤੇ ਦਾਰ ਜੀ ਦਾ ਮੁਗਲ ਬਾਦਸ਼ਾਹੀ ਹੁਕਮ ਮੁੜ ਕੇ ਸੁਣਾ ਦਿੱਤਾ ਗਿਆ ਕਿ ਚਿੱਕ ਚੁੱਕ ਕੇ ਬਾਹਰ ਛੱਜੇ ਤੇ ਨਹੀਂ ਜਾਣਾ। ਇੱਕੋ ਇੱਕ ਮੇਰੀ ਸਹੇਲੀ, ਤੇ ਉਹ ਵੀ ਇੰਨੀ ਦੂਰ, ਸੜਕ ਦੇ ਵਹਿੰਦੇ ਦਰਿਆ ਦੇ ਪਰਲੇ ਪਾਰ। 6 ਸਕੂਲ ਵਿੱਚ ਮੇਰੀ ਕੋਈ ਵੀ ਸਹੇਲੀ ਨਹੀਂ ਸੀ। ਇਸ ਗੱਲ ਦੀ ਉਦੋਂ ਤਾਂ ਸਮਝ ਨਹੀਂ ਸੀ, ਪਰ ਅੱਜ ਪਿੱਛੇ ਮੁੜ ਕੇ ਵੇਖਿਆ ਸਭ ਕੁਝ ਸਮਝ ਆਉਂਦੀ ਹੈ ਕਿ ਉਸ 1.5 ਕੁ ਸਾਲ ਵਿੱਚ, ਇੰਨੇ ਲੰਮੇ ਦਿਨਾਂ ਵਿੱਚ ਮੇਰੀ ਇੱਕ ਵੀ ਸਹੇਲੀ ਕਿਉਂ ਨਹੀਂ ਸੀ ਬਣ ਸਕੀ। ਸ਼ਾਇਦ ਮੇਰੇ ਕੱਪੜੇ ਉਹਨਾਂ ਸਭ ਦੇ ਕੱਪੜਿਆਂ ਨਾਲੋਂ ਘਟੀਆ ਹੁੰਦੇ ਸਨ। ਇਸ ਕਰਕੇ ਨਹੀਂ ਕਿ ਦਾਰ ਜੀ ਕੋਲ ਪੈਸਿਆਂ ਦਾ ਘਾਟਾ ਸੀ। ਇਸ ਕਰਕੇ ਕਿਉਂਕਿ ਦਾਰ ਜੀ ਤੇ ਬੀਜੀ ਦੋਹਾਂ ਦਾ ਫੈਸਲਾ ਸੀ ਕਿ ਕੁੜੀਆਂ ਨੂੰ ਕਦੇ ਵੀ ਸੋਹਣੇ ਕੱਪੜੇ ਨਹੀਂ ਪਾਣ ਦੇਣੇ ਚਾਹੀਦੇ, ਚੌੜ ਹੋ ਜਾਂਦੀਆਂ ਨੇ, ਵਿਗੜ ਜਾਂਦੀਆਂ ਨੇ। ਪਾਪਲੀਨ ਦੀਆਂ ਫਰਾਕਾਂ ਜਿਹੜੀਆਂ ਕਦੇ ਮੇਰੀਆਂ ਮਾਸੀਆਂ ਸਿਉਂ ਦਿੰਦੀਆਂ, ਕਦੇ ਜਦੋਂ ਬੀਜੀ ਦੀਆਂ ਲੱਤਾਂ ਵਿੱਚ ਘੱਟ ਪੀੜ ਹੁੰਦੀ ਉਹੀ ਮਸ਼ੀਨ ਡਾਹ ਕੇ ਸਿਉਂ ਦਿੰਦੇ। ਕੱਛੀਆਂ ਬੁਣਾਣਾ ਵੀ ਜ਼ਿਆਦਾਤਰ ਘਰ ਹੀ ਸੀਤੀਆਂ ਜਾਂਦੀਆਂ। ਉਸੇ ਪਾਪਲੀਨ ਦੇ ਸੂਟ ਐਮਏ ਪੜ੍ਹਦਿਆਂ ਵੀ ਮੈਂ ਪਾਉਂਦੀ ਰਹੀ। ਸ਼ਾਇਦ ਇਸ ਕਰਕੇ ਵੀ ਕਿਉਂਕਿ ਲੰਚ ਲਈ ਬਾਕੀ ਕੁੜੀਆਂ ਰੰਗ-ਬਰੰਗੇ ਡੱਬਿਆਂ ਵਿੱਚ ਸੈਂਡਵਿਚਾਂ ਤੇ ਕੇਕ ਚਾਕਲੇਟਾਂ ਲਿਆਉਂਦੀਆਂ ਸਨ ਤੇ ਮੈਨੂੰ ਮਿਲਦੀ ਸੀ ਇੱਕ ਨਿੱਕੀ ਜਿਹੀ ਪਰੌਂਠੀ, ਜਿਹਨੂੰ ਮੈਂ ਕਿਸੇ ਨਾ ਕਿਸੇ ਕੋਨੇ ਵਿੱਚ ਲੁੱਕ ਕੇ ਖਾ ਲੈਂਦੀ। ਸੈਂਡਵਿਚ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ, ਕਿਉਂਕਿ ਦਾਰ ਜੀ ਕਹਿੰਦੇ ਸਨ ਕਿ ਡਬਲ ਰੋਟੀ ਵਰਗੀ ਗਲੀਜ਼ ਚੀਜ਼ ਹੀ ਹੋਰ ਕੋਈ ਨਹੀਂ ਹੁੰਦੀ, ਕਿਉਂਕਿ ਉਹਦਾ ਆਟਾ ਪੈਰਾਂ ਨਾਲ ਗੁੰਨਦੇ ਨੇ ਗੰਦੇ ਮੰਦੇ ਨੌਕਰ। ਮੈਂ ਆਪਣੇ ਆਪ ਵਿੱਚ ਸਿਮਟੀ ਲੰਚ ਦੀ ਛੁੱਟੀ ਦੇ ਘੰਟੇ ਵਿੱਚ ਪਰੌਂਠੀ ਫਟਾਫਟ ਅੰਦਰ ਲੰਘਾਉਂਦੀ ਤੇ ਮਗਰੋਂ ਯੂਕਲਿਪਟਸ ਦੀਆਂ ਪੱਤੀਆਂ ਨੂੰ ਤਲੀਆਂ ਤੇ ਮਲ-ਮਲ ਕੇ ਸੁੰਘਦੀ। ਮੇਰੇ ਆਸ-ਪਾਸ ਰੰਗ-ਬਰੰਗੀਆਂ ਤਿਤਲੀਆਂ ਵਰਗੀਆਂ ਕੁੜੀਆਂ ਖੁਸ਼-ਖੁਸ਼ ਚਹਿਕਦੀਆਂ ਰਹਿੰਦੀਆਂ, ਹੱਸਦੀਆਂ ਖੇਡਦੀਆਂ ਰਹਿੰਦੀਆਂ, ਪਰ ਮੈਨੂੰ ਤੱਕ ਕੇ ਜਿਸ ਵੇਲੇ ਕੋਈ ਆਪਣੀ ਤਲੀ ਦਾ ਉੱਲਾ ਕਰਕੇ ਆਪਣੀ ਕਿਸੇ ਸਹੇਲੀ ਦੇ ਕੰਨ ਵਿੱਚ ਕੁਝ ਫੁਸਫੁਸਾਂਦੀ ਤੇ ਫਿਰ ਜਦੋਂ ਦੋਵੇਂ ਖਿੱਚ-ਖਿੱਚ ਕਰਦੀਆਂ ਹੱਸ ਪੈਂਦੀਆਂ, ਮੈਨੂੰ ਲੱਗਦਾ ਮੇਰੀ ਪੂਰੀ ਹੋਂਦ ਗੁਬਾਰੇ ਵਾਂਗੂ ਫਟ ਜਾਵੇਗੀ। 7 ਤੇ ਇਸ ਤਰ੍ਹਾਂ ਸਿਮਟੀ ਸਿਮਟਾਈ ਇਕੱਲ ਨਾਲ ਘਿਰੀ ਆਪਣੇ ਅੰਦਰ ਹੀ ਅੰਦਰ ਕਿਸੇ ਹਨੇਰੀ ਗੁਫਾ ਵੱਲ ਪੌੜੀ ਦਰ ਪੌੜੀ ਉਤਰਦੀ ਮੈਂ ਸ਼ਾਇਦ 8 ਸਾਲਾਂ ਦੀ ਹੋ ਗਈ। ਇਸ ਦੌਰਾਨ ਮੇਰੇ ਸਭ ਤੋਂ ਪਿਆਰੇ, ਸਭ ਤੋਂ ਖੂਬਸੂਰਤ, ਭਰੇ ਡਲਕਦੇ ਟਹਿਕਦੇ ਉਹ ਦਿਨ ਹੁੰਦੇ ਜਿਹੜੇ ਅਸੀਂ ਪਹਾੜ ਤੇ ਗੁਜ਼ਾਰਦੇ। ਪਹਿਲੀ ਵਾਰੀ ਦਾਰ ਜੀ ਜਦੋਂ ਸਾਨੂੰ ਪਹਾੜ ਤੇ ਲੈ ਕੇ ਗਏ, ਮੈਂ ਮਸਾਂ 4.5 ਵਰ੍ਹਿਆਂ ਦੀ ਸਾਂ। 1939 ਦਾ ਸਾਲ ਸੀ। ਅਸੀਂ ਪਹਾੜ ਤੇ ਹੀ ਸਾਂ ਜਦੋਂ ਦੂਜੀ ਵੱਡੀ ਜੰਗ ਸ਼ੁਰੂ ਹੋਈ। ਮੈਂ ਖਾਨਾ ਬਦੋਸ਼ ਵਿੱਚ ਲਿਖਿਆ ਸੀ ਕਿ ਦਾਰ ਜੀ ਨੂੰ ਕਿਸੇ ਉਹਨਾਂ ਦੇ ਮਰੀਜ਼ ਨੇ, ਜਿਹੜੇ ਮਹਾਤਮਾ ਵੀ ਸਨ, ਦੱਸਿਆ ਸੀ ਕਿ ਜੰਗ ਸ਼ੁਰੂ ਹੋਣ ਵਾਲੀ ਏ, ਸਭ ਫਨਾਹ ਹੋ ਜਾਵੇਗਾ, ਸਿਰਫ ਉਹੀ ਬਚਣਗੇ ਜਿਹੜੇ ਪਹਾੜਾਂ ਤੇ ਹੋਣਗੇ, ਤੇ ਪਹਾੜ ਵੀ ਸਿਰਫ ਹਿਮਾਲਿਆ ਪਰਬਤ, ਕਿਉਂਕਿ ਇੰਨੇ ਰਿਸ਼ੀਆਂ ਦੇ ਤਪ ਨਾਲ ਇਹ ਪਰਬਤ ਬੜੇ ਮਹਿਫੂਜ਼ ਹੋ ਗਏ ਹੋਏ ਨੇ, ਮਹਿਫੂਜ਼ ਤੇ ਪਵਿੱਤਰ। ਦਾਰ ਜੀ ਨੇ ਜਦੋਂ ਇਹ ਪੜ੍ਹਿਆ ਤਾਂ ਹੱਸ ਪਏ, ਕਹਿਣ ਲੱਗੇ, ਕਮਲੀ ਏ ਤੂੰ ਵੀ, ਕਿਹੋ ਜਿਹੀ ਝੱਲਿਆਂ ਵਾਲੀ ਗੱਲ ਛੁਪਵਾ ਦਿੱਤੀ। ਅੱਜ ਤੱਕ ਮੈਂ ਕਿਸੇ ਮਹਾਤਮਾ ਦੀ ਗੱਲ ਮੰਨੀ ਹੈ ਜਿਹੜੀ ਉਦੋਂ ਮੰਨਣੀ ਸੀ। ਉਹ ਤੇ ਮੈਂ ਸਾਰਿਆਂ ਨੂੰ ਐਵੇਂ ਗੱਪ ਮਾਰੀ ਸੀ, ਤੇ ਤੂੰ ਸਿਆਣੀ ਬਿਆਣੀ ਹੋ ਕੇ ਕਿਸ ਤਰ੍ਹਾਂ ਯਕੀਨ ਕਰ ਲਿਆ।
ਮੇਰੇ ਕੋਲੋਂ ਤੇ ਪੁੱਛ ਲੈਂਦੀ। ਅਸਲ ਵਿੱਚ ਗੱਲ ਇਹ ਸੀ ਕਿ ਜਸਬੀਰ ਨੂੰ ਗਰਮੀਆਂ ਵਿੱਚ ਨਿੱਕਾ ਜਿਹਾ ਬੁਖਾਰ ਰਹਿਣ ਲੱਗ ਪੈਂਦਾ ਸੀ। ਭੁੱਖ ਵੀ ਨਹੀਂ ਸੀ ਲੱਗਦੀ ਉੱਕਾ ਹੀ। ਇਸੇ ਕਰਕੇ ਗਰਮੀਆਂ ਦੇ 2 ਮਹੀਨੇ ਮੈਂ ਕਲੀਨਿਕ ਨੂੰ ਛੱਡ ਛਡਾ ਕੇ ਉਹਨੂੰ ਪਹਾੜ 'ਤੇ ਲੈ ਜਾਂਦਾ ਸਾਂ। ਨਹੀਂ ਤੇ ਕੋਈ ਡਾਕਟਰ ਲਗਾਤਾਰ 2 ਮਹੀਨੇ ਕਲੀਨਿਕ ਨੂੰ ਇਸ ਤਰ੍ਹਾਂ ਛੱਡ ਕੇ ਜਾ ਸਕਦਾ ਹੈ ਕਿਧਰੇ? ਪਰ ਜਸਬੀਰ ਦੀ ਖਾਤਰ ਤੇ ਉਹਨਾਂ ਦੀਆਂ ਅੱਖਾਂ ਭਰ ਆਈਆਂ। ਠੀਕ ਹੀ ਤੇ ਕਹਿ ਰਹੇ ਸਨ। ਸਿਰਫ 1939 ਵਿੱਚ ਹੀ ਤੇ ਨਹੀਂ ਸਾਂ ਗਏ ਅਸੀਂ ਪਹਾੜ 'ਤੇ। 1947 ਤੱਕ ਹਰ ਸਾਲ ਜਾਂਦੇ ਰਹੇ ਸਾਂ। ਪਹਿਲੀ ਵਾਰੀ ਧਰਮਸ਼ਾਲਾ ਗਏ ਸਾਂ ਤੇ ਉਸ ਤੋਂ ਮਗਰੋਂ ਹਰ ਸਾਲ ਕਸ਼ਮੀਰ। 47 ਵਿੱਚ ਜਦੋਂ ਮੁਲਕ ਦੇ 2 ਟੋਟੇ ਹੋ ਗਏ ਉਦੋਂ ਵੀ ਅਸੀਂ ਸ਼ਿਮਲੇ ਸਾਂ। ਉਸੇ ਤਰ੍ਹਾਂ 2 ਮਹੀਨਿਆਂ ਵਾਸਤੇ ਸ਼ਿਮਲੇ ਗਏ ਸਾਂ। ਇਹ ਪਤਾ ਹੀ ਨਹੀਂ ਸੀ ਕਿ ਮੁੜ ਕੇ ਲਾਹੌਰ ਆਪਣੇ ਘਰ ਦਾ ਮੂੰਹ ਵੇਖਣਾ ਨਸੀਬ ਹੀ ਨਹੀਂ ਹੋਣਾ। ਪਹਾੜਾਂ ਦੇ ਇਹ 2 ਮਹੀਨੇ ਜਿਵੇਂ ਮੈਂ ਸਾਬਤ ਹੋ ਜਾਂਦੀ ਸਾਂ। ਸਾਰੀ ਟੁੱਟ ਭੱਜ ਖਤਮ। ਮੇਰੀ ਦੋਸਤੀ ਦੇਵਦਾਰ ਦੇ ਰੁੱਖਾਂ ਨਾਲ ਸੀ। ਮੇਰੀ ਦੋਸਤੀ ਉਸ ਚੰਨ ਤੇ ਉਹਨਾਂ ਤਾਰਿਆਂ ਨਾਲ ਸੀ ਜਿਹੜੇ ਇੰਨੀ ਨੇੜੇ ਜਾਪਦੇ ਕਿ ਭਾਵੇਂ ਕਿਸੇ ਰੁੱਖ ਦੀ ਟਾਹਣੀ ਤੇ ਚੜ੍ਹ ਕੇ ਚੰਨ ਨੂੰ ਸੰਤਰੇ ਵਾਂਗੂ ਤੋੜ ਕੇ ਚੂਪ ਲਵੋ। ਤਾਰਿਆਂ ਦੀ ਬੁੱਕ ਭਰ ਕੇ ਚੁੱਪਚਾਪ ਆਪਣੇ ਸਿਰਹਾਣੇ ਦੇ ਹੇਠਾਂ ਜਾ ਲੁਕਾਓ। ਮੇਰੀ ਦੋਸਤੀ ਉਸ ਚਾਂਦਨੀ ਨਾਲ ਸੀ ਜਿਹੜੀ ਦੇਵਦਾਰਾਂ ਦੀਆਂ ਸੂਈਆਂ ਵਰਗੀਆਂ ਪੱਤੀਆਂ ਤੇ ਫਿਸਲਦੀ ਸੀ ਤੇ ਲਿੱਦੜ ਦੇ ਪਾਣੀਆਂ ਵਿੱਚ ਘੁਲ ਜਾਂਦੀ ਸੀ। ਮੇਰੀ ਦੋਸਤੀ ਉਹਨਾਂ ਅਣਵੇਖੇ ਚੀਤਿਆਂ ਤੇ ਲੱਕੜਬੱਗਿਆਂ ਨਾਲ ਵੀ ਸੀ ਜਿਹੜੇ ਕਦੇ-ਕਦੇ ਰਾਤੀ ਸਾਡੇ ਤੰਬੂਆਂ ਦੇ ਬਾਹਰ ਮੰਡਰਾਉਂਦੇ ਤੇ ਨੌਕਰ ਫਟਾਫਟ ਤੰਬੂ ਦੇ ਅੰਦਰ ਲੱਕੜਾਂ ਦੀ ਅੱਗ ਬਾਲ ਦਿੰਦੇ। ਮੇਰੀ ਦੋਸਤੀ ਘਾਹ ਦੀ ਹਰ ਤਿੜ ਨਾਲ ਸੀ ਜਿਹੜੀ ਰਾਤ ਭਰ ਬਾਹਰ ਠੁਰਕਦੀ ਰਹਿੰਦੀ ਸੀ ਤੇ ਜਿਹਦੇ ਤੇ ਸਵੇਰ ਸਾਰ ਤਰੇਲ ਦੇ ਕਤਰੇ ਬਰਫ਼ ਦੇ ਨਿੱਕੇ-ਨਿੱਕੇ ਹੀਰਿਆਂ ਵਾਂਗੂ ਜਮੇ ਹੁੰਦੇ ਸਨ। ਸੂਰਜ ਚਮਕਦਾ ਤੇ ਉਹਨਾਂ ਬਰਫ਼ ਹੀਰਿਆਂ ਵਿੱਚੋਂ ਸੂਰਜ ਦੀ ਰੌਸ਼ਨੀ ਦੇ ਸੱਤੇ ਰੰਗ ਝਾਕਦੇ ਤੇ ਪਲ ਵਿੱਚ ਪਿਘਲ ਕੇ ਪਾਣੀ ਹੋ ਜਾਂਦੇ। ਪਾਣੀ ਦੀ ਬੂੰਦ ਜਿਹਦੇ ਵਿੱਚ ਚੰਨ ਦੀ ਚਾਨਣੀ, ਸੂਰਜ ਦੀ ਰੌਸ਼ਨੀ ਤੇ ਘਾਹ ਦੀ ਹਰਿਆਲੀ ਸਾਹ ਲੈਂਦੀ। ਪਹਾੜ ਅੱਜ ਵੀ ਮੈਨੂੰ ਜ਼ਿੰਦਗੀ ਦਾ ਬਹੁਤ ਸਾਰਾ ਗਮ ਭੁਲਾ ਦਿੰਦੇ ਨੇ। ਪਹਾੜ ਅੱਜ ਵੀ ਮੈਨੂੰ ਛੋਟਾ ਜਿਹਾ ਬੱਚਾ ਬਣਾ ਦਿੰਦੇ ਨੇ। ਪਹਾੜ ਮੈਨੂੰ ਆਪਣੇ ਜਨਮਾਂ ਦੇ ਸਾਥੀ ਲੱਗਦੇ ਨੇ। ਮੈਂ ਅੱਜ ਵੀ ਕਿਸੇ ਪਹਾੜੀ ਝਰਨੇ ਵਿੱਚ, ਆਬਸ਼ਾਰ ਵਿੱਚ, ਤੇਜ਼ ਵਹਿੰਦੇ ਨਦੀ ਨਾਲੇ ਵਿੱਚ ਖੁਰ ਸਕਦੀ ਹਾਂ। ਮੈਂ ਅੱਜ ਵੀ ਕਿਸੇ ਪਹਾੜੀ ਰਾਤ ਨੂੰ, ਹਨੇਰੀ ਰਾਤ ਨੂੰ ਤਾਰਿਆਂ ਦੀ ਬੁੱਕ ਭਰ ਕੇ ਚੁੰਨੀ ਦੇ ਪੱਲੇ ਬੰਨ੍ਹਣ ਲਈ ਮਚਲ ਸਕਦੀ ਹਾਂ। ਪਹਾੜਾਂ ਦਾ ਜਨੂੰਨ ਹੈ ਮੈਨੂੰ। ਕਦੇ-ਕਦੇ ਸੋਚਦੀ ਹਾਂ ਇਹ ਖੁਸ਼ੀ ਵੀ ਮੈਨੂੰ ਮੇਰੇ ਕਰਕੇ ਨਹੀਂ ਸੀ ਮਿਲੀ, ਜਸਬੀਰ ਕਰਕੇ ਮਿਲੀ ਸੀ। ਜੇ ਉਹਨੂੰ ਗਰਮੀਆਂ ਦੀ ਰੁੱਤੇ ਨਿੱਕਾ-ਨਿੱਕਾ ਬੁਖਾਰ ਨਾ ਹੁੰਦਾ, ਜੇ ਉਹਦੀ ਭੁੱਖ ਗਰਮੀਆਂ ਦੀ ਰੁੱਤੇ ਗਾਇਬ ਨਾ ਹੋਈ ਹੁੰਦੀ ਤਾਂ ਮੇਰਾ ਕੀ ਹੁੰਦਾ? ਤੇ ਜੇ ਕਦੇ ਉਹਦੀ ਥਾਵੇਂ ਮੈਨੂੰ ਨਿੱਕਾ-ਨਿੱਕਾ ਬੁਖਾਰ ਹੁੰਦਾ ਤੇ ਦਾਰਜੀ ਸਭ ਕੁਝ ਛੱਡ ਛਡਾ ਕੇ, ਕਲੀਨਿਕ ਨੂੰ ਭੁੱਲ ਕੇ, ਸਾਰੇ ਟੱਬਰ ਨੂੰ ਤੇ ਨੌਕਰਾਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਪਹਾੜ ਤੇ ਜਾਂਦੇ? 8 ਇਹ ਉਹੀ ਜ਼ਮਾਨਾ ਸੀ ਜਦੋਂ ਸਾਡੇ ਗੁਆਂਢੀਆਂ ਦੀ ਧੀ ਮੂੰਆਂ ਪੀਲੇ ਸੰਗਮਰਮਰ ਵਿੱਚੋਂ ਘੜੀ ਮੂਰਤੀ ਵਰਗੀ ਚੁੱਪਚਾਪ ਇਕੱਲੀ ਲੇਟ-ਲੇਟ ਕੇ ਵੱਖਰੇ ਭਾਂਡਿਆਂ ਵਿੱਚ ਰਤਾ-ਮਾਸਾ ਰੋਟੀ ਖਾ-ਖਾ ਕੇ ਇੱਕ ਦਿਨ ਚੁੱਪ-ਚੁਪੀਤੀ ਮਰ ਗਈ। ਦਾਰਜੀ ਬੀਜੀ ਨੂੰ ਦੱਸ ਰਹੇ ਸਨ, ਟੀਬੀ ਸੀ ਕੁੜੀ ਨੂੰ, ਮਾਪਿਆਂ ਨੇ ਇਲਾਜ ਹੀ ਨਹੀਂ ਕਰਵਾਇਆ। 4-5 ਦਿਨਾਂ ਮਗਰੋਂ ਹੀ ਉਸਦੀ ਮਾਂ, ਜਿਸ ਨੂੰ ਸਾਰੇ ਝਾਈ ਜੀ ਕਹਿੰਦੇ ਸਨ, ਰੋਜ਼ ਵਾਂਗੂ ਮੂੰਹ ਤੇ ਮਲਾਈ ਵਾਲਾ ਵੱਟਣਾ ਮਲ ਰਹੇ ਸਨ। ਸਾਰੇ ਘਰ ਦੇ ਲੋਕ ਘਰ ਨੂੰ ਚੰਗੀ ਤਰ੍ਹਾਂ ਧੋ-ਧਾ ਕੇ, ਫਿਨਾਇਲ ਨਾਲ ਰਗੜ ਕੇ, ਮੂੰਹਾਂ ਦੇ ਕਮਰੇ ਵਿੱਚ ਕਲੀ ਕਰਵਾ ਕੇ ਨਿਸ਼ਚਿੰਤ ਹੋ ਗਏ ਸਨ, ਜਿਸ ਤਰ੍ਹਾਂ ਕੁਝ ਹੋਇਆ ਹੀ ਨਹੀਂ ਹੁੰਦਾ। ਜਿਹੜੀ ਉਦਾਸੀ ਨੇ ਮੇਰੇ ਮਨ ਵਿੱਚ ਇਸ ਅਹਿਸਾਸ ਤੋਂ ਜਨਮ ਲਿਆ ਸੀ ਕਿ ਬੀਜੀ ਸਿਰਫ ਆਪਣੇ ਪੁੱਤਰ ਨੂੰ ਪਿਆਰ ਕਰਦੇ ਨੇ, ਮੈਨੂੰ ਨਹੀਂ ਕਰਦੇ। ਜਿਹੜੀ ਉਦਾਸੀ ਰੋਹਿਣੀ ਦੀ ਮਾਂ ਨੂੰ ਵੇਖਦਿਆਂ ਹੋਰ ਗਹਿਰਾ ਗਈ ਸੀ। ਜਿਹੜੀ ਉਦਾਸੀ ਮੇਰੀ ਮਾਸੀ ਦੀ ਮੌਤ ਨਾਲ ਤੇ ਮੇਰੀ ਨਾਨੀ ਦੇ ਤਕਰੀਬਨ ਪਾਗਲ ਹੋਣ ਨਾਲ ਮਨ ਦੀ ਧਰਤੀ ਵਿੱਚ ਡੂੰਘੀਆਂ ਜੜ੍ਹਾਂ ਫੜ ਗਈ ਸੀ। ਜਿਸ ਮਾਸੀ ਨੂੰ ਉਹਦੇ ਘਰਵਾਲੇ ਨੇ ਜ਼ਹਿਰ ਦੇ ਦਿੱਤਾ ਸੀ ਤੇ ਜਿਸ ਨੇ ਆਖਰੀ ਦਮ ਤੱਕ ਆਪਣੇ ਪਤੀ ਪਰਮੇਸ਼ਰ ਦੇ ਖਿਲਾਫ ਬਿਆਨ ਨਹੀਂ ਸਨ ਦਿੱਤੇ ਤੇ ਚੁੱਪਚਾਪ ਮਰ ਗਈ ਸੀ। ਜਿਸ ਮੌਤ ਦਾ ਜ਼ਿਕਰ ਮੈਂ ਆਪਣੀ ਇੱਕ ਕਹਾਣੀ, ਇਹ ਵੀ ਇੱਕ ਇਤਿਹਾਸ ਹੈ, ਵਿੱਚ ਕੀਤਾ ਏ, ਉਹੀ ਉਦਾਸੀ ਮੂੰਆਂ ਦੀ ਮੌਤ ਨਾਲ ਧੂੰਆਂ ਬਣ ਕੇ ਮੇਰੇ ਅੰਦਰ ਭਰ ਗਈ। ਮੂੰਆਂ ਦੀ ਮੌਤ ਦਾ ਤਫਸੀਲੀ ਜ਼ਿਕਰ ਮੈਂ ਖਾਨਾ ਬਦੋਸ਼ ਵਿੱਚ ਕੀਤਾ ਏ। 9 ਤਾਈਏ ਅੰਮ੍ਰਿਤਾ ਪ੍ਰੀਤਮ ਦੇ ਪਿਤਾ ਗਿਆਨੀ ਕਰਤਾਰ ਸਿੰਘ ਹਿਤਕਾਰੀ ਸਾਡੇ ਘਰ ਆਏ। ਗੁਜਰਾਂਵਾਲਿਓਂ ਉਹ ਲਾਹੌਰ ਚਲੇ ਆਏ ਸਨ ਕਿਉਂਕਿ ਉਹਨਾਂ ਦੀ ਬੇਟੀ ਲਾਹੌਰ ਵਿਆਹੀ ਗਈ ਸੀ, ਸਰਦਾਰ ਜਗਤ ਸਿੰਘ ਕਵਾਤੜਾ ਦੇ ਪੁੱਤਰ ਪ੍ਰੀਤਮ ਸਿੰਘ ਨਾਲ। ਗੁਜਰਾਂਵਾਲੇ ਮੇਰੇ ਨਾਨਾ ਜੀ ਯਾਨੀ ਬਾਪੂ ਜੀ ਈਸ਼ਰ ਸਿੰਘ ਹੋਰਾਂ ਨਾਲ ਉਹਨਾਂ ਦੀ ਬੜੀ ਨੇੜਤਾ ਸੀ। ਬਾਪੂ ਜੀ ਦੇ ਕਈ ਅਹਿਸਾਨ ਸਨ ਉਹਨਾਂ ਤੇ ਦੋਸਤੀ ਵੀ ਸੀ। ਬਾਪੂ ਜੀ ਗੁਜਰਾਂਵਾਲੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਨ ਕਈ ਸਾਲਾਂ ਤੋਂ, ਤੇ ਹਿਤਕਾਰੀ ਜੀ ਪ੍ਰਬੰਧਕ ਕਮੇਟੀ ਵਿੱਚ ਹੀ ਕੰਮ ਕਰਦੇ ਸਨ। ਆਲਮ ਫਾਜ਼ਲ ਸਨ, ਕਵੀ ਸਨ ਤੇ ਬਾਪੂ ਜੀ ਇਹੋ ਜਿਹੇ ਲੋਕਾਂ ਦੀ ਬੜੀ ਕਦਰ ਕਰਦੇ ਸਨ। ਹਿਤਕਾਰੀ ਜੀ ਲਾਹੌਰ ਵਿੱਚ ਕਿਸੇ ਚੰਗੀ ਨੌਕਰੀ ਦੀ ਤਲਾਸ਼ ਵਿੱਚ ਸਨ। ਬਾਪੂ ਜੀ ਨੇ ਉਹਨਾਂ ਨੂੰ ਦਾਰਜੀ ਕੋਲ ਭੇਜਿਆ ਸੀ। ਦਾਰਜੀ ਖਾਲਸਾ ਸਕੂਲ, ਕਾਲਜ ਦੇ ਪ੍ਰਬੰਧਕ ਬੋਰਡ ਦੇ ਮੈਂਬਰ ਸਨ। ਉਂਝ ਤਾਂ ਕਵਾਤੜਾ ਜੀ ਵੀ ਉਸੇ ਬੋਰਡ ਦੇ ਮੈਂਬਰ ਸਨ, ਪਰ ਕੁੜਮ ਕੋਲੋਂ ਕੌਣ ਮਦਦ ਮੰਗ ਸਕਦਾ ਏ? ਦਾਰਜੀ ਨੇ ਕਿਹਾ,
ਅਗਲੀ ਮੀਟਿੰਗ ਵਿੱਚ ਉਹ ਹਿਤਕਾਰੀ ਜੀ ਨੂੰ ਉਸੇ ਸਕੂਲ ਤੇ ਕਾਲਜ ਵਿੱਚ ਪੰਜਾਬੀ ਪੜ੍ਹਾਉਣ ਲਈ ਰੱਖਣ ਵਾਸਤੇ ਜ਼ੋਰ ਲਾਣਗੇ। ਹੋ ਜਾਏਗਾ ਕੰਮ। ਇਹ ਵੀ ਕੋਈ ਕੰਮਾਂ ਵਿੱਚੋਂ ਕੰਮ ਏ, ਦਾਰਜੀ ਨੇ ਕਿਹਾ। ਹਿਤਕਾਰੀ ਜੀ ਨੇ ਕਿਹਾ, ਉਨਾ ਚਿਰ ਮੈਂ ਜੀਤ ਨੂੰ ਪੰਜਾਬੀ ਪੜ੍ਹਾਉਣਾ ਵਾਂ। ਬਾਪੂ ਈਸ਼ਰ ਸਿੰਘ ਦੀ ਦੋਹਤਰੀ ਈਸਾਈਆਂ ਦੇ ਸਕੂਲ ਵਿੱਚ ਪੜ੍ਹ ਰਹੀ ਏ, ਅੰਗਰੇਜ਼ੀ ਤੇ ਹੋਰ ਲਟਰਮ-ਪਟਰਮ। ਇਹਨੂੰ ਪੰਜਾਬੀ ਤਾਂ ਆਉਣੀ ਹੀ ਚਾਹੀਦੀ ਏ। ਸੋ ਫੌਰਨ ਮੈਨੂੰ ਸੇਕਰਡ ਹਾਰਟ ਸਕੂਲ ਤੋਂ ਉਠਾ ਕੇ ਹਿਤਕਾਰੀ ਜੀ ਦੇ ਹਵਾਲੇ ਕਰ ਦਿੱਤਾ ਗਿਆ। ਉਹਨਾਂ ਨੇ ਬੁੱਧੀਮਾਨੀ ਦੇ ਕੋਰਸ ਦੀਆਂ ਕਿਤਾਬਾਂ ਖਰੀਦਵਾਈਆਂ ਤੇ ਮੈਨੂੰ ਪੜ੍ਹਾਉਣ ਲੱਗ ਪਏ। ਇੱਕ ਲਾਲ ਜਿਲਦ ਵਾਲੀ ਕਿਤਾਬ ਉਹ ਹਰ ਵੇਲੇ ਛਾਤੀ ਨਾਲ ਲਾਈ ਰੱਖਦੇ ਸਨ। ਲਾਲ ਜਿਲਦ ਉੱਤੇ ਸੁਨਹਿਰੀ ਅੱਖਰਾਂ ਨਾਲ ਕਿਤਾਬ ਦਾ ਨਾਂ ਲਿਖਿਆ ਹੋਇਆ ਸੀ, ਅੰਮ੍ਰਿਤ ਲਹਿਰਾਂ, ਤੇ ਲੇਖਕਾ ਦਾ ਨਾਂ ਅੰਮ੍ਰਿਤ ਕੌਰ। ਅੰਮ੍ਰਿਤਾ ਪ੍ਰੀਤਮ ਦਾ ਨਾਂ ਉਦੋਂ ਅਜੇ ਅੰਮ੍ਰਿਤ ਕੌਰ ਹੀ ਸੀ ਤੇ ਇਹ ਉਹਨਾਂ ਦੀ ਪਹਿਲੀ ਕਿਤਾਬ ਸੀ। ਇਹ ਕਿਤਾਬ ਵੀ ਬੁੱਧੀਮਾਨੀ ਦੇ ਕੋਰਸ ਵਿੱਚ ਲੱਗੀ ਹੋਈ ਸੀ। ਮੈਨੂੰ ਹਮੇਸ਼ਾ ਰਸ਼ਕ ਆਉਂਦਾ, ਜੀ ਕਰਦਾ ਮੈਂ ਵੀ ਕਵਿਤਾ ਲਿਖਾਂ। ਫਿਰ ਏਡੀ ਸੋਹਣੀ ਲਾਲ ਜਿਲਦ ਤੇ ਸੁਨਹਿਰੀ ਅੱਖਰਾਂ ਵਾਲੀ ਕਿਤਾਬ ਛਪੇ। ਸ਼ਾਇਦ ਉਸ ਕਿਤਾਬ ਨੂੰ ਦਾਰਜੀ ਵੀ ਇਸੇ ਤਰ੍ਹਾਂ ਛਾਤੀ ਨਾਲ ਲਾਈ ਫਿਰਨ। ਮੈਂ ਉਦੋਂ ਮਸਾਂ 8 ਕੁ ਵਰ੍ਹਿਆਂ ਦੀ ਸਾਂ ਜਦੋਂ ਮੈਂ ਵਾਰਸ ਦੀ ਹੀਰ ਰਾਂਝਾ, ਪੀਲੂ ਦੀ ਮਿਰਜ਼ਾ ਸਾਹਿਬਾਂ, ਹਾਸ਼ਮ ਦੀ ਸੱਸੀ ਪੁੰਨੂ ਤੇ ਹੋਰ ਤਮਾਮ ਇਸ਼ਕੀਆ ਕਿੱਸੇ ਪੜ੍ਹ ਰਹੀ ਸਾਂ। ਉਦੋਂ ਇਹਨਾਂ ਦੀ ਸਮਝ ਬਿਲਕੁਲ ਨਹੀਂ ਸੀ। ਸਿਰਫ ਲਫ਼ਜ਼ਾਂ ਦੇ ਮਹਿਣੇ ਤੇ ਸ਼ਾਇਰ ਦੀ ਅਜ਼ੀਮ ਸ਼ਾਇਰੀ ਬਾਰੇ ਜੋ ਹਿਤਕਾਰੀ ਜੀ ਦੱਸਦੇ ਸਨ, ਲਿਖਵਾਉਂਦੇ ਸਨ, ਯਾਦ ਕਰਨਾ ਹੁੰਦਾ ਸੀ, ਰਟਣਾ ਹੁੰਦਾ ਸੀ। ਪਰ ਇਹਨਾਂ ਕਿੱਸਿਆਂ ਦੇ ਬੀਜ ਮਨ ਦੀ ਪੋਲੀ ਮਿੱਟੀ ਵਿੱਚ ਉਦੋਂ ਹੀ ਜ਼ਰੂਰ ਖਿੱਲਰ ਗਏ ਹੋਣਗੇ ਜਿਨ੍ਹਾਂ ਨੇ ਵਰ੍ਹਿਆਂ ਦੇ ਵਰ੍ਹੇ ਮੈਨੂੰ ਇਸੇ ਸੁਪਨੇ ਵਿੱਚ, ਆਸ ਵਿੱਚ, ਜੁਸਤਜੂ ਵਿੱਚ ਬੰਨੀ ਰੱਖਿਆ ਕਿ ਬੰਦੇ ਨੂੰ ਇਸੇ ਤਰ੍ਹਾਂ ਦਾ ਇਸ਼ਕ ਮਿਲਣਾ ਚਾਹੀਦਾ ਹੈ। ਇਸੇ ਇਸ਼ਕ ਦੀ ਤਲਾਸ਼ ਮੈਂ ਬਲਦੇਵ ਕੋਲੋਂ ਕੀਤੀ ਤੇ ਮਗਰੋਂ ਬੇਵਕੂਫੀ ਦੀ ਇੰਤਹਾ ਨਾਲ ਇਸੇ ਇਸ਼ਕ ਦੀ ਉਮੀਦ ਆਪਣੇ ਖਾਵੰਦ ਕੋਲੋਂ ਕੀਤੀ। ਭਲਾ ਵਿਆਹ ਦਾ ਇਸ਼ਕ ਨਾਲ ਕੀ ਵਾਸਤਾ? ਵਿਆਹ ਬਸ ਵਿਆਹ ਹੁੰਦਾ ਏ ਤੇ ਉਹ ਮਰਦ ਜਿਹੜਾ ਖਾਵੰਦ ਹੁੰਦਾ ਏ ਆਸ਼ਿਕ ਹੋ ਹੀ ਨਹੀਂ ਸਕਦਾ। 13 ਵਰ੍ਹੇ ਲੱਗੇ ਇਹ ਸਮਝ ਆਉਂਦਿਆਂ। ਸਭ ਤੋਂ ਔਖੀ ਸੀ ਜੈਤਸਰੀ ਦੀ ਵਾਰ ਤੇ ਗੁਰਬਾਣੀ ਦੀ ਵਿਆਕਰਣ। ਹਰ ਔਂਕੜ ਨਾਲ ਲਫ਼ਜ਼ ਦਾ ਹੋਰ ਮਹਿਣਾ ਬਣ ਜਾਂਦਾ ਸੀ ਤੇ ਹਰ ਸਿਹਾਰੀ ਨਾਲ ਹੋਰ। ਹਰ ਔਂਕੜ ਤੇ ਹਰ ਸਿਹਾਰੀ ਜਿਹੜੀ ਪਹਿਲੋਂ ਗੁਰਬਾਣੀ ਵਿੱਚ ਫਾਲਤੂ ਜਾਪਦੀ ਸੀ, ਹੁਣ ਉਹਦੇ ਮਤਲਬ ਸਮਝ ਆਉਣ ਲੱਗੇ। ਪਰ ਇੰਨੀਆਂ ਕਿਤਾਬਾਂ, ਇੰਨੀ ਗੁਰਬਾਣੀ, ਇੰਨੇ ਆਸ਼ਕੀਆਂ ਦੇ ਕਿੱਸੇ, ਇੰਨੀ ਕਵਿਤਾ, ਇੰਨੇ ਨਾਵਲ, ਲੱਗਦਾ ਸੀ ਮੇਰਾ ਕਚੂਮਰ ਨਿਕਲ ਜਾਵੇਗਾ। ਕਿਸੇ ਵੇਲੇ ਇੰਜ ਲੱਗਦਾ ਸਿਰ ਵਿੱਚ ਸਾਰਾ ਕੁਝ ਮਧਾਣੀ ਨਾਲ ਰਿੜਕਿਆ ਜਾ ਰਿਹਾ ਏ। ਸਾਰਾ ਦਿਨ ਬਾਵਾ ਬੁੱਧ ਸਿੰਘ ਤੇ ਪੂਰਨ ਸਿੰਘ ਤੇ ਵਾਰਸ ਤੇ ਹਾਸ਼ਮ ਤੇ ਪੀਲੂ ਨਾਲ ਬੀਤ ਜਾਂਦਾ। ਉਡੀਕ ਹੁੰਦੀ ਤਾਂ ਸਿਰਫ ਸ਼ਾਮ ਦੀ, ਜਦੋਂ ਭਾਈਆ ਜੀ ਯਾਨੀ ਮੇਰੇ ਦਾਦਾ ਜੀ ਮੈਨੂੰ ਤੇ ਜਸਬੀਰ ਨੂੰ ਲਾਰੈਂਸ ਗਾਰਡਨ ਜਾਂ ਸ਼ਿਮਲਾ ਪਹਾੜੀ ਜਾਂ ਚਿੜੀਆ ਘਰ ਲੈ ਜਾਂਦੇ। ਪਰ ਹਿਤਕਾਰੀ ਜੀ ਖੁਸ਼ ਸਨ, ਦਾਰਜੀ ਖੁਸ਼ ਸਨ ਕਿ ਉਹਨਾਂ ਦੀ ਐਨੀ ਨਿੱਕੀ ਜਿਹੀ ਧੀ ਯੂਨੀਵਰਸਿਟੀ ਦਾ ਇਮਤਿਹਾਨ ਦੇਵੇਗੀ। ਬੀਜੀ ਖੁਸ਼ ਸਨ। ਉਂਝ ਮੈਂ ਉਹਨਾਂ ਨੂੰ ਕਦੇ ਖੁਸ਼ ਵੇਖਿਆ ਹੀ ਨਹੀਂ, ਸਿਵਾਏ ਉਹਨਾਂ ਘੜੀਆਂ ਦੇ ਜਦੋਂ ਪਹਿਲੋਂ ਉਹ ਜਸਬੀਰ ਨੂੰ ਝੋਲੀ ਵਿੱਚ ਲੈ ਕੇ ਬੈਠੇ ਰਹਿੰਦੇ ਤੇ ਮਗਰੋਂ ਜਦੋਂ ਉਹ ਵੱਡਾ ਹੋ ਗਿਆ, ਸਕੂਲ ਜਾਣ ਲੱਗ ਪਿਆ ਤਾਂ ਤਰਲੇ ਕਰ ਕਰਕੇ ਪਰੌਂਠੀ ਵਿੱਚ ਮੱਖਣ ਗੁੰਨ-ਗੁੰਨ ਕੇ ਖਵਾਉਂਦੇ। ਜਸਬੀਰ ਨੂੰ ਨਾ ਕੋਈ ਸਬਜ਼ੀ ਚੰਗੀ ਲੱਗਦੀ ਸੀ, ਨਾ ਕੋਈ ਦਾਲ। ਮੀਟ ਮੁਰਗੇ ਸਾਡੇ ਘਰ ਬਣਦੇ ਨਹੀਂ ਸਨ। ਕਦੇ-ਕਦਾਈਂ ਜਦੋਂ ਦਾਰਜੀ ਦੇ ਕੋਈ ਦੂਰ ਦੇ ਰਿਸ਼ਤੇਦਾਰ ਜਾਂ ਕੋਈ ਆਂਢੀ-ਗੁਆਂਢੀ ਭੇਰਿਓਂ ਲਾਹੌਰ ਆਉਂਦੇ, ਕਿਉਂਕਿ ਲਾਹੌਰ ਉਹਨਾਂ ਨੂੰ ਜਾਂ ਤੇ ਕਿਸੇ ਕਚਹਿਰੀ ਵਿੱਚ ਕੰਮ ਹੁੰਦਾ ਜਾਂ ਕਿਸੇ ਬਿਮਾਰ ਨੂੰ ਹਸਪਤਾਲ ਵਿਖਾਣਾ ਜਾਂ ਦਾਖਲ ਕਰਵਾਉਣਾ ਹੁੰਦਾ, ਜਾਂ ਮੁੰਡੇ ਵਾਲਿਆਂ ਨੇ ਕੋਈ ਕੁੜੀ ਵੇਖਣੀ ਹੁੰਦੀ, ਜਾਂ ਕੁੜੀ ਵਾਲਿਆਂ ਨੇ ਲਾਹੌਰ ਰਹਿੰਦਾ ਮੁੰਡਾ ਤੱਕ ਕੇ ਪਸੰਦ ਕਰਨਾ ਹੁੰਦਾ, ਤਾਂ ਉਹਨਾਂ ਵਾਸਤੇ ਖਾਸ ਤੌਰ ਤੇ ਮਾਂ ਪ੍ਰਸ਼ਾਦ ਬਣਦਾ। ਇਹੀ ਕਹਿੰਦੇ ਸਨ ਸਾਰੇ ਉਦੋਂ ਗੋਸ਼ਤ ਨੂੰ। ਮਾਂ ਪ੍ਰਸ਼ਾਦ ਬਣਾਉਣ ਲਈ ਬੀਜੀ ਨੇ ਵੱਖਰਾ ਚੁੱਲ੍ਹਾ ਤੇ ਵੱਖਰੇ ਭਾਂਡੇ ਰੱਖੇ ਹੋਏ ਸਨ, ਭਾਵੇਂ ਉਹ ਸਾਲ ਵਿੱਚ 1 ਵਾਰੀ ਵਰਤੇ ਜਾਣ, ਭਾਵੇਂ 10 ਵਾਰੀ। ਵਰਤ ਕੇ ਉਹ ਟੋਕਰੀ ਵਿੱਚ ਪਾ ਕੇ ਪੜਛੱਤੀ ਵਿੱਚ ਰੱਖ ਦਿੱਤੇ ਜਾਂਦੇ। ਮਾਂ ਪ੍ਰਸ਼ਾਦ ਵਿੱਚ ਛੋਟੇ-ਛੋਟੇ ਆਲੂ ਪਾਏ ਜਾਂਦੇ ਚੋਂਬੜਾਂ ਦੇ ਕੇ। ਉਹ ਆਲੂ ਮੈਂ ਵੀ ਖਾ ਲੈਂਦੀ, ਜਸਬੀਰ ਵੀ। ਮਗਰੋਂ ਉਹਨੂੰ ਆਲੂ ਵੀ ਚੰਗੇ ਲੱਗਣ ਲੱਗ ਪਏ, ਹਰ ਤਰ੍ਹਾਂ ਨਾਲ ਬਣੇ ਹੋਏ ਆਲੂ। ਆਲੂ ਤੇ ਦਹੀਂ ਵਿੱਚ ਸ਼ੱਕਰ। ਹਾਂ, ਮੈਂ ਕਹਿ ਰਹੀ ਸਾਂ ਕਿ ਬੀਜੀ ਵੀ ਜ਼ਾਹਰ ਏ ਖੁਸ਼ੀ ਹੋਣਗੇ, ਕਿਉਂਕਿ ਹੁਣ ਮੈਂ ਸਾਰਾ ਦਿਨ ਕੋਠੇ ਤੇ ਨਹੀਂ ਸਾਂ ਚੜ੍ਹੀ ਰਹਿੰਦੀ। ਬਸੰਤ ਵਾਲੇ ਮਹੀਨੇ ਗੁੱਡੀਆਂ ਉਡਾਉਣ ਲਈ ਜ਼ਿੱਦ ਨਹੀਂ ਸਾਂ ਕਰਦੀ। ਚਿੱਕਦੇ ਓਲਿਓਂ ਸੜਕ ਦੇ ਪਾਰ ਰੋਹਿਣੀ ਨੂੰ ਇਸ਼ਾਰੇ ਨਹੀਂ ਸਾਂ ਕਰਦੀ ਤੇ ਸਕੂਲ ਵੀ ਨਹੀਂ ਸਾਂ ਜਾਂਦੀ, ਜਿੱਥੇ ਚੌੜ ਹੋਣ ਦੀ ਬਹੁਤ ਸਾਰੀ ਗੁੰਜਾਇਸ਼ ਸੀ। ਮਾਸਟਰ ਦੀ ਵੀ ਕਿਸੇ ਬਦਤਮੀਜ਼ੀ ਦੀ ਕੋਈ ਚਿੰਤਾ ਨਹੀਂ ਸੀ, ਕਿਉਂਕਿ ਬਜ਼ੁਰਗ ਤੇ ਬੀਬੀ ਤੇ ਸਫੈਦ ਹੋ ਰਹੀ ਦਾੜੀ ਵਾਲੇ ਅਚਕਨ ਪਜਾਮਾ ਪਾਉਣ ਵਾਲੇ ਤੇ ਬੀਬੀ ਜਿਹੀ ਪੱਗ ਬੰਨਣ ਵਾਲੇ ਹਿਤਕਾਰੀ ਜੀ ਮੈਨੂੰ ਪੜ੍ਹਾ ਰਹੇ ਸਨ। ਸਾਰਾ ਦਿਨ ਮੈਂ ਬੀਜੀ ਦੀਆਂ ਨਜ਼ਰਾਂ ਦੀ ਨਿਗਰਾਨੀ ਹੇਠਾਂ ਸਾਂ, ਇਸ ਕਰਕੇ ਮਹਿਫੂਜ਼ ਸਾਂ। ਇਹੀ ਸਭ ਸੋਚ ਕੇ ਖੁਸ਼ ਹੁੰਦੇ ਹੀ ਹੋਣਗੇ। ਬਾਪੂ ਜੀ ਵੀ ਜਦੋਂ ਗੁਜਰਾਂ ਵਾਲਿਓਂ ਲਾਲ ਮਾਲਟਿਆਂ ਦੇ ਟੋਕਰੇ ਭਰ ਕੇ ਲਿਆਉਂਦੇ ਤਾਂ ਬੜੇ ਖੁਸ਼ ਹੁੰਦੇ। ਉਹਨਾਂ ਦੀ ਦੋਹਤਰੀ ਇੰਨੀ ਨਿੱਕੀ ਉਮਰੇ ਕਿੰਨੀਆਂ ਆਲਮਾਂ ਫਾਜ਼ਲਾਂ ਵਾਲੀਆਂ ਕਿਤਾਬਾਂ ਪੜ੍ਹ ਰਹੀ ਸੀ ਤੇ ਨਾਲੇ ਗੁਰਬਾਣੀ ਦੇ ਅਰਥ ਸਮਝ ਰਹੀ ਸੀ। ਜਦੋਂ ਬੁੱਧੀਮਾਨੀ ਦਾ ਇਮਤਿਹਾਨ ਹੋਇਆ, ਮੈਂ 9 ਵਰ੍ਹਿਆਂ ਦੀ ਸਾਂ। ਹਿਤਕਾਰੀ ਜੀ ਮੈਨੂੰ ਪੁਚਕਾਰ ਕੇ, ਧਰੀਕ ਕੇ, ਕੁੱਛੜ ਚੁੱਕ ਕੇ ਇਮਤਿਹਾਨ ਵਾਲੇ ਹਾਲ ਦੀ ਕੁਰਸੀ ਤੇ ਬਿਠਾ ਆਉਂਦੇ ਸਨ, ਰੋਜ਼।
ਮੇਰਾ ਦਿਲ ਤੇ ਕਰਦਾ ਸੀ ਹਿਤਕਾਰੀ ਜੀ ਕੋਲੋਂ ਬਦਲਾ ਲਵਾਂ। ਮੈਨੂੰ ਇੰਨੇ ਚੰਗੇ ਸਕੂਲੋਂ ਉਠਾ ਕੇ ਪੜ੍ਹਾਉਣ ਲੱਗ ਪਏ ਦੁਨੀਆ ਭਰ ਦੀਆਂ ਕਿਤਾਬਾਂ। ਫੇਲ ਹੋ ਜਾਵਾਂ ਤਾਂ ਹਿਤਕਾਰੀ ਜੀ ਨਾ ਦਾਰਜੀ ਦੇ ਸਾਹਮਣੇ ਨਜ਼ਰ ਚੁੱਕ ਸਕਣਗੇ ਨਾ ਬਾਪੂ ਜੀ ਦੇ ਸਾਹਮਣੇ। ਪਰ ਹਿਤਕਾਰੀ ਜੀ ਮੈਨੂੰ ਕਈ ਵਾਰ ਦੱਸ ਚੁੱਕੇ ਸਨ ਕਿ ਉਹ ਆਪਣੀ ਬੇਟੀ ਅੰਮ੍ਰਿਤ ਤੋਂ ਦੂਰ ਨਹੀਂ ਰਹਿ ਸਕਦੇ। ਅੰਮ੍ਰਿਤ ਨੂੰ ਉਹ ਕੁਝ ਇਸ ਤਰ੍ਹਾਂ ਲਾਡ ਨਾਲ ਬੋਲਦੇ, ਇਹ ਨਾਂ ਲੈਣ ਲੱਗਿਆ ਉਹਨਾਂ ਦੀ ਜ਼ੁਬਾਨ ਜਿਵੇਂ ਤੁਤਲਾ ਜਾਂਦੀ ਕਿ ਬਹੁਤੀ ਵਾਰੀ ਅੰਬ ਵਰਗਾ ਹੀ ਕੁਝ ਉਹਨਾਂ ਦੇ ਮੂੰਹੋਂ ਨਿਕਲਦਾ। ਅੰਬ ਜੀ, ਮੈਂ ਹੱਸਣਾ ਚਾਹੁੰਦੀ ਹੋਈ ਵੀ ਹੱਸ ਨਹੀਂ ਸਕਦੀ, ਕਿਉਂਕਿ ਉਹਨਾਂ ਦੀਆਂ ਅੱਖਾਂ ਨਮ ਹੁੰਦੀਆਂ, ਪੇਸ਼ਾਨੀ ਰਤਾ ਕੁ ਝੁਕੀ ਹੋਈ, ਜਿਵੇਂ ਮੇਰਾ ਨਿੱਕਾ ਜਿਹਾ ਤਰਲਾ ਕਰ ਰਹੇ ਹੋਣ। ਚੰਗੀ ਤਰ੍ਹਾਂ ਪੜ੍ਹ ਕੇ ਪਾਸ ਹੋ ਜਾਵੀਂ। ਤੇਰੇ ਪਾਸ ਹੋਣ ਤੇ ਮੇਰੀ ਜ਼ਿੰਦਗੀ ਦਾ, ਮੇਰੀ ਖੁਸ਼ੀ ਦਾ, ਮੇਰਾ ਆਪਣੀ ਲੜਿਕੜੀ ਧੀ ਦੇ ਨੇੜੇ ਤੇੜੇ ਰਹਿਣ ਦਾ ਦਾਰੋ-ਮਦਾਰ ਏ। ਤੇ ਮੈਨੂੰ ਆਪਣੇ ਮੋਢਿਆਂ ਤੇ ਹਿਤਕਾਰੀ ਜੀ ਦੀ ਖੁਸ਼ੀ ਨਾਖੁਸ਼ੀ ਦੇ ਫੈਸਲੇ ਦੀ ਪੰਡ ਰੱਖੀ ਹੋਈ ਜਾਪਦੀ, ਜਿਹੜੀ ਬੇਇੰਤਹਾ ਭਾਰੀ ਸੀ। ਦਾਰਜੀ ਕੋਲੋਂ ਵੀ ਬਦਲਾ ਲੈਣ ਤੇ ਦਿਲ ਕਰਦਾ ਸੀ, ਫੇਲ ਹੋ ਕੇ। ਸਾਰੇ ਬੱਚੇ ਖੁਸ਼-ਖੁਸ਼ ਸਕੂਲ ਜਾਂਦੇ ਸਨ। ਜਸਬੀਰ ਵੀ ਦੁੜੰਗੀਆਂ ਮਾਰਦਾ ਸਕੂਲ ਜਾਂਦਾ ਸੀ। ਨੌਕਰ ਉਹਦਾ ਬਸਤਾ ਚੁੱਕ ਕੇ ਉਹਨੂੰ ਛੱਡਣ ਜਾਂਦਾ, ਨੌਕਰ ਉਹਨੂੰ ਲੈਣ ਜਾਂਦਾ। ਸਕੂਲੋਂ ਆ ਕੇ ਖਾ ਪੀ ਕੇ ਹਾਕੀ ਦੇ ਬੈਟ ਜਾਂ ਰੈਕਟ ਚੁੱਕੀ ਉਹ ਦੋਸਤਾਂ ਨਾਲ ਖੇਡਣ ਤੁਰ ਜਾਂਦਾ। ਜਦੋਂ ਜੀ ਕਰੇ ਜਾਂਦਾ, ਜਦੋਂ ਜੀ ਕਰੇ ਵਾਪਸ ਮੁੜਦਾ। ਤੇ ਇੱਕ ਮੈਂ ਸਾਂ ਕਿ ਮੇਰੀ ਪੜ੍ਹਾਈ ਮਹਿਜ਼ ਤਮਾਸ਼ਾ ਸੀ, ਸਿਰਫ ਮਿਲਣ ਗਿਲਣ ਵਾਲਿਆਂ ਨੂੰ ਦੱਸਣ ਲਈ ਕਿ ਕੁੜੀ ਪੜ੍ਹ ਰਹੀ ਏ। ਮੈਨੂੰ ਕਦੀ ਢਾਕਾ ਤੇ ਕਦੀ ਬੰਗਾਲਾ ਪੜ੍ਹਾਇਆ ਜਾ ਰਿਹਾ ਸੀ। ਸਾਰਾ ਦਿਨ ਘਰ ਬਹਿ ਕੇ ਪੜ੍ਹੋ, ਇਹ ਵੀ ਕੋਈ ਪੜ੍ਹਾਈ ਹੋਈ? ਬਸ ਠਾਹ ਕਰਕੇ ਫੇਲ ਹੋਵਾਂਗੀ ਤਾਂ ਹੀ ਇਹ ਪਤਾ ਲੱਗੇਗਾ ਦਾਰਜੀ ਨੂੰ ਕਿ ਭਾਵੇਂ ਵਿਚਾਰੀ ਕੁੜੀ ਹੀ ਏ, ਉਹਨੂੰ ਵੀ। ਮੈਂ ਅਜੇ ਫੈਸਲਾ ਵੀ ਨਹੀਂ ਸੀ ਕੀਤਾ ਕਿ ਮੈਨੂੰ ਫੇਲ ਹੋ ਕੇ ਹਿਤਕਾਰੀ ਜੀ ਤੇ ਦਾਰਜੀ ਕੋਲੋਂ ਬਦਲਾ ਲੈਣਾ ਚਾਹੀਦਾ ਏ ਕਿ ਨਹੀਂ, ਕਿ ਮੈਂ ਪਾਸ ਹੋ ਗਈ। 9.25 ਸਾਲ ਦੀ ਬੱਚੀ ਯੂਨੀਵਰਸਿਟੀ ਦੇ ਇਮਤਿਹਾਨ ਵਿੱਚੋਂ ਪਾਸ ਹੋਈ। ਟ੍ਰਿਬਿਊਨ ਵਿੱਚ ਤੇ ਮਿਲਾਪ ਵਿੱਚ ਤੇ ਪ੍ਰਤਾਪ ਵਿੱਚ, ਸਭ ਅਖਬਾਰਾਂ ਵਿੱਚ ਮੇਰੀ ਮੋਟੀ ਠੁੱਲੀ ਭੈੜੀ ਜਿਹੀ ਤਸਵੀਰ ਤੇ ਨਾਲ ਇਹ ਖਬਰ। ਕਿਉਂਕਿ ਜਦੋਂ ਅਖਬਾਰਾਂ ਨੇ ਤਸਵੀਰ ਮੰਗੀ, ਬੀਜੀ ਨੇ ਕਿਹਾ, ਮੈਂ ਤੇ ਨਹੀਂ ਕੁੜੀ ਦੀ ਤਸਵੀਰ ਫਰਾਕ ਨਾਲ ਖਿਚਵਾਉਣ ਦੇਣੀ। ਉਦੋਂ ਤੱਕ ਮੇਰੀ ਕੋਈ ਤਸਵੀਰ ਹੈ ਹੀ ਨਹੀਂ ਸੀ। ਨਾ ਕਦੇ ਕਿਸੇ ਨੇ ਖਿੱਚੀ ਸੀ, ਨਾ ਤਸਵੀਰਾਂ ਦਾ ਰਿਵਾਜ ਸੀ ਸਾਡੇ ਘਰ। ਸੋ ਫਟਾਫਟ ਬੂਟੀਆਂ ਵਾਲੇ ਸਾਟਨ ਦੀ ਇੱਕ ਕਮੀਜ਼ ਸੀਤੀ ਗਈ, ਜਿਹਦੇ ਹੇਠਾਂ ਸਫੈਦ ਸਾਟਨ ਦੀ ਖੂਬ ਘੇਰਦਾਰ ਸਲਵਾਰ ਸੀ, ਜਿਹੜੀ ਮੈਨੂੰ ਲੱਗਦਾ ਸੀ ਕਿ ਹੁਣੇ ਡਿੱਗੀ। ਸਿਰ ਤੇ ਚੁੰਨੀ, ਖੂਬ ਸਿਰ ਕੱਜ ਕੇ ਬੁੱਕਲ ਮਾਰੀ ਹੋਈ। ਸਾਟਨ ਦੇ ਉੱਤੇ ਉਹ ਘੜੀ ਤਿਲਕਦੀ। ਤੇ ਤਸਵੀਰ ਵਿੱਚ ਮੈਂ ਇੰਨੀ ਟੈਂਸ ਨਜ਼ਰ ਆ ਰਹੀ ਸਾਂ। ਟੈਂਸ ਕਿਸ ਤਰ੍ਹਾਂ ਨਾ ਹੁੰਦੀ? ਉਧਰੋਂ ਪਹਿਲੀ ਵਾਰੀ ਪਾਈ ਸਲਵਾਰ ਦੇ ਹੇਠਾਂ ਤਿਲਕ ਜਾਣ ਦਾ ਡਰ, ਉਧਰੋਂ ਖਿਸਕ ਜਾਂਦੀ ਚੁੰਨੀ ਨੂੰ ਸੰਭਾਲਣ ਦੀ ਫਿਕਰ। ਸਿਰ ਕੱਜਿਆ ਰਵੇ, ਵਾਲ ਨੰਗੇ ਨਾ ਹੋ ਜਾਣ, ਫਿਕਰ ਹੀ ਫਿਕਰ। ਤਸਵੀਰ ਵਾਲੀ ਕੁੜੀ ਨੂੰ ਜਿਵੇਂ ਕਿਸੇ ਨੇ ਰੂਹ ਵਾਂਗੂ ਧੁਣਕ ਕੇ, ਕੁੱਟ-ਕੁਟਾ ਕੇ, ਥੈਲੇ ਵਿੱਚ ਭਰ ਕੇ ਉੱਥੇ ਬਿਠਾ ਦਿੱਤਾ ਸੀ, ਅਖਬਾਰਾਂ ਦੇ ਪਹਿਲੇ ਸਫ਼ਿਆਂ ਤੇ। 10 ਇਮਤਿਹਾਨ ਤੋਂ ਪਹਿਲਾਂ ਹੀ ਮੈਂ ਹਿਤਕਾਰੀ ਜੀ ਨੂੰ ਖੁਸ਼ ਕਰਨ ਲਈ ਮਾੜੀ ਮੋਟੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਹੋਈ ਸੀ। ਹਿਤਕਾਰੀ ਜੀ ਨੂੰ ਜਦ ਮੈਂ ਝਕਦੀ ਵਿਖਾਂਦੀ, ਐਨਕ ਦੇ ਮੋਟੇ ਸ਼ੀਸ਼ਿਆਂ ਵਿੱਚੋਂ ਉਹਨਾਂ ਦੀਆਂ ਅੱਖਾਂ ਪਿਆਰ ਨਾਲ ਤੇ ਗਰੂਰ ਨਾਲ ਚਮਕਦੀਆਂ। ਉਹ ਬੜੀ ਸੰਜੀਦਗੀ ਨਾਲ ਉਹਦੀ ਸੁਧਾਈ ਕਰਦੇ। ਕਹਿੰਦੇ, ਅੰਮ੍ਰਿਤ ਜੀ ਦੀਆਂ ਕਵਿਤਾਵਾਂ ਵੀ ਤੇ ਮੈਂ ਇਸੇ ਤਰ੍ਹਾਂ ਸੋਧਦਾ। ਜਿਹੜੇ ਲੋਕੀ ਆਪਣੀ ਲਿਖਤ ਨੂੰ ਆਖਰੀ ਸੱਚ ਨਹੀਂ ਸਮਝ ਲੈਂਦੇ, ਸੁਧਾਈ ਕਰਵਾਉਣ ਲਈ ਤਿਆਰ ਰਹਿੰਦੇ ਨੇ, ਉਹੀ ਵੱਡੇ ਲੇਖਕ ਬਣਦੇ ਨੇ। ਉਰਦੂ ਦੇ ਸਾਰੇ ਸ਼ਾਇਰ ਕਈ ਵਰੇ ਆਪਣੇ ਉਸਤਾਦ ਸ਼ਾਇਰਾਂ ਤੋਂ ਆਪਣੀਆਂ ਨਜ਼ਮਾਂ ਦੀ ਸੁਧਾਈ ਕਰਵਾਉਂਦੇ ਰਹੇ। ਹੁਣ ਉਹੀ ਕਵਿਤਾਵਾਂ ਮੈਂ ਚੋਰੀ ਪੰਜ ਦਰਿਆ ਨੂੰ ਤੇ ਫਤਿਹ ਨੂੰ ਭੇਜਣੀਆਂ ਸ਼ੁਰੂ ਕੀਤੀਆਂ। ਸਿਰਫ ਨਾਂ ਹੀ ਲਿਖਦੀ ਸਾਂ, ਪਤਾ ਨਹੀਂ ਸਾਂ ਲਿਖਦੀ। ਇੱਕ ਵਜ੍ਹਾ ਤਾਂ ਇਹ ਸੀ ਕਿ ਡਰ ਲੱਗਦਾ ਸੀ, ਕੀ ਪਤਾ ਇਸੇ ਗੱਲੋਂ ਦਾਰਜੀ ਬੀਜੀ ਨਾਰਾਜ਼ ਨਾ ਹੋ ਜਾਣ। ਮੈਂ ਦਾਰਜੀ ਦੀ ਗਰਜ ਸਾਫ਼ ਸੁਣ ਸਕਦੀ ਸਾਂ। ਸ਼ਰੀਫ ਕੁੜੀਆਂ ਕਦੇ ਇਸ ਤਰ੍ਹਾਂ ਕਵਿਤਾ ਲਿਖਦੀਆਂ ਨੇ? ਅੱਜ ਤੋਂ ਤੇਰਾ ਕੋਠੇ ਤੇ ਜਾਣਾ, ਅਸਮਾਨ ਵੱਲ ਤੱਕਣਾ, ਸਭ ਬੰਦ। ਤੇ ਬੀਜੀ ਦੀ ਦਾਰਜੀ ਦੀ ਹਾਂ ਵਿੱਚ ਹਾਂ ਮਿਲਾਂਦੀ ਆਵਾਜ਼, ਕਿਉਂਕਿ ਉਹਨਾਂ ਦੀ ਆਵਾਜ਼ ਹਮੇਸ਼ਾ ਦਾਰਜੀ ਦੀ ਤਸਦੀਕ ਹੀ ਕਰਦੀ ਸੀ। ਭਾਵੇਂ ਦਾਰਜੀ ਇਹ ਵੀ ਕਹਿ ਦੇਣ ਕਿ ਰਾਤੀ ਦੁਨੀਆ ਗਰਕ ਹੋ ਜਾਣੀ ਏ, ਬੀਜੀ ਨੇ ਜ਼ਰੂਰ ਇਹੀ ਕਹਿਣਾ ਹੁੰਦਾ ਸੀ, ਕਿਉਂ ਨਾ ਹੋਵੇ ਗਰਕ ਤੇ ਹੋ ਹੀ ਜਾਣੀ ਹੋਈ, ਕਿਧਰੇ ਕੋਈ ਨੇਮ ਧਰਮ ਤੇ ਰਹਿ ਹੀ ਨਹੀਂ ਗਿਆ। ਹੋਰ ਕੀ, ਕਿ ਮੈਂ ਅੱਗੇ ਹੀ ਕਹਿੰਦੀ ਸਾਂ, ਕੁੜੀ ਨੂੰ ਮੇਮਾ ਵਾਲੇ ਸਕੂਲ ਵਿੱਚ ਦਾਖਲ ਨਾ ਕਰਵਾਓ। ਸਕੂਲੇ ਦਾਖਲ ਕਰਵਾਉਣਾ ਹੀ ਸੀ ਤੇ ਖਾਲਸਾ ਸਕੂਲ ਜੋ ਹੈ ਉੱਥੇ ਕਰਵਾਉਂਦੇ। ਮੈਂ ਤੇ ਅੱਗੇ ਹੀ ਕਹਿੰਦੀ ਸਾਂ, ਕੁੜੀ ਸਾਰੀ ਸ਼ਾਮ ਮੂੰਹ ਚੁੱਕ ਕੇ ਕੋਠੇ ਤੇ ਚੜੀ ਰਹਿੰਦੀ ਏ, ਕੱਲਿਆਂ ਕੋਠੇ ਤੇ ਬਹਿ ਕੇ ਇਹੀ ਕਵਿਤਾ ਸ਼ਵਿਤਾ ਜੋੜਦੀ ਹੋਵੇਗੀ। ਬੰਦ ਕਰ ਦਿਓ ਇਹਦੀ ਪੜ੍ਹਾਈ ਛੜਾਈ, ਬੰਦ ਕਰ ਦਿਓ ਕੋਠੇ ਤੇ ਜਾਣਾ। ਅੱਗੇ ਘੁੱਗੀ ਨਾਲ ਤੇ ਭਾਈਆ ਜੀ ਨਾਲ ਤੁਸੀਂ ਸ਼ਾਮੀ ਸੈਰ ਕਰਨ ਭੇਜ ਦਿੰਦੇ ਸਾਓ, ਕਰਨਾ ਪਿਆ ਨਾ ਬੰਦ। ਸੈਰਾਂ ਕਰਕੇ ਕੀ ਕਰਨਾ ਹੁੰਦਾ ਏ ਕੁੜੀਆਂ ਨੇ? ਸੈਰਾਂ ਕਰਨ ਭਾਵੇਂ ਨਾ ਕਰਨ, ਇਹਨਾਂ ਨੇ ਤੇ ਕੌੜੀ ਵੇਲ ਵਾਂਗੂ ਵਧੀ ਜਾਣਾ ਹੁੰਦਾ ਏ, ਵਗੈਰਾ ਵਗੈਰਾ। ਦੂਜੀ ਵਜ੍ਹਾ ਇਹ ਸੀ ਕਿ ਪੰਜ ਦਰਿਆ ਵਾਲੇ ਮੋਹਨ ਸਿੰਘ ਜੀ ਵੀ ਤੇ ਫਤਿਹ ਵਾਲੇ ਲਾਭ ਸਿੰਘ ਨਾਰੰਗ ਜੀ ਵੀ ਦਾਰਜੀ ਦੇ ਮਰੀਜ਼ ਸਨ, ਤੇ ਦਾਰਜੀ ਦਾ ਹਰ ਮਰੀਜ਼ ਦਾਰਜੀ ਦਾ ਦੋਸਤ ਬਣ ਜਾਂਦਾ ਸੀ। ਪਤਾ ਨਹੀਂ ਕਿਹੋ ਜਿਹੀ ਮਿਠਾਸ ਉਹਨਾਂ ਦੀਆਂ ਗੱਲਾਂ ਵਿੱਚ ਹੁੰਦੀ ਹੋਵੇਗੀ, ਜਿਹੜੀਆਂ ਉਹ ਆਪਣੇ ਮਰੀਜ਼ਾਂ ਨਾਲ ਕਰਦੇ ਹੋਣਗੇ।
ਪਤਾ ਨਹੀਂ ਕਿਹੋ ਜਿਹੀ ਤਸਕੀਨ ਤੇ ਭਰੋਸਾ ਉਹਨਾਂ ਦੇ ਮਰੀਜ਼ਾਂ ਨੂੰ ਉਹਨਾਂ ਕੋਲੋਂ ਮਿਲਦਾ ਹੋਵੇਗਾ। ਸੋ ਇਹ ਦੋਵੇਂ ਹੀ ਦੋਸਤ ਸਨ ਦਾਰਜੀ ਦੇ, ਤੇ ਮੈਂ ਨਹੀਂ ਸਾਂ ਚਾਹੁੰਦੀ ਕਿ ਪਤੇ ਤੋਂ ਉਹ ਬੁੱਝ ਲੈਣ ਕਿ ਇਹ ਡਾਕਟਰ ਮੱਖਣ ਸਿੰਘ ਬਜਾਜ ਦੀ ਧੀ ਦੀ ਕਵਿਤਾ ਏ ਤੇ ਦਾਰਜੀ ਦੇ ਨਾਂ ਦੇ ਲਿਹਾਜ਼ ਨਾਲ ਛਾਪ ਦੇਣ। ਮੈਂ ਬਜ਼ਾਤੇ ਖੁਦ ਆਪਣੀ ਤੌਫੀਕ ਵੇਖਣਾ ਚਾਹੁੰਦੀ ਸਾਂ ਕਿ ਬਿਨਾਂ ਕਿਸੇ ਪੜਸਾਂਗ ਤੋਂ ਮੈਂ ਕਿੰਨੀ ਉੱਚੀ ਕੰਧ ਚੜ੍ਹ ਸਕਦੀ ਸਾਂ, ਕਿ ਬਿਨਾਂ ਕਿਸੇ ਸਹਾਰੇ ਤੋਂ ਮੈਂ ਕਿੰਨੀ ਦੂਰ ਤੁਰ ਕੇ ਜਾ ਸਕਦੀ ਸਾਂ। ਮੇਰੀ ਕੋਈ ਕਵਿਤਾ ਛਪ ਜਾਂਦੀ, ਕੋਈ ਵਾਪਸ ਆ ਜਾਂਦੀ। 9-9.5 ਸਾਲਾਂ ਦੀ ਉਮਰ ਵਿੱਚ ਆਪਣਾ ਨਾਂ ਅਖਬਾਰ ਰਸਾਲੇ ਵਿੱਚ ਛਪਿਆ ਵੇਖਣਾ ਅਜੀਬ ਸਰੂਰ ਤੇ ਖੁਮਾਰ, ਅਜੀਬ ਗਰੂਰ ਜਿਹਾ ਵੀ, ਸਾਰਾ ਦਾ ਸਾਰਾ ਮੇਰਾ ਆਪਣਾ। ਖੈਰ, ਮੇਰੇ ਯੂਨੀਵਰਸਿਟੀ ਇਮਤਿਹਾਨ ਤੋਂ ਮਗਰੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿੱਚ ਇਹ ਸਵਾਲ ਉਠਾਇਆ ਗਿਆ ਕਿ ਇੰਨੇ ਛੋਟੇ ਬੱਚੇ ਨੂੰ ਯੂਨੀਵਰਸਿਟੀ ਦਾ ਇਮਤਿਹਾਨ ਦੇਣ ਦੀ ਇਜਾਜ਼ਤ ਕਿਸ ਤਰ੍ਹਾਂ ਮਿਲ ਗਈ। ਇਸ ਤਰ੍ਹਾਂ ਤੇ ਲੋਕ ਯੂਨੀਵਰਸਿਟੀ ਨੂੰ ਭੜਪੂੰਜੇ ਦੀ ਹੱਟੀ ਸਮਝਣ ਲੱਗ ਪੈਣਗੇ। ਸੋ ਸੈਨੇਟ ਨੇ ਫੈਸਲਾ ਕੀਤਾ ਕਿ 14 ਸਾਲਾਂ ਦੀ ਉਮਰ ਤੋਂ ਘੱਟ ਦੇ ਕਿਸੇ ਤਾਲਬ ਇਲਮ ਨੂੰ ਯੂਨੀਵਰਸਿਟੀ ਦਾ ਇਮਤਿਹਾਨ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੋ ਯੂਨੀਵਰਸਿਟੀ ਦਾ ਮੇਰਾ ਰਿਕਾਰਡ ਕਦੇ ਟੁੱਟ ਹੀ ਨਹੀਂ ਸਕਦਾ, ਕਿਉਂਕਿ ਮੇਰੀ ਉਮਰ ਦਾ ਕੋਈ ਬੱਚਾ ਕਦੇ ਯੂਨੀਵਰਸਿਟੀ ਦਾ ਇਮਤਿਹਾਨ ਦੇ ਹੀ ਨਹੀਂ ਸਕਦਾ। ਇਹਨੂੰ ਕਹਿੰਦੇ ਨੇ ਅੰਨੇ ਦੇ ਪੈਰਾਂ ਹੇਠ ਬਟੇਰ ਆਉਣਾ। 11 ਬੁੱਧੀਮਾਨੀ ਤਾਂ ਹੋ ਗਈ, ਹੁਣ ਕੀ ਕੀਤਾ ਜਾਵੇ ਮੇਰਾ। ਸੋ ਮੈਨੂੰ ਖਾਲਸਾ ਸਕੂਲ ਦਾਖਲ ਕਰਵਾ ਦਿੱਤਾ ਗਿਆ। ਹਿਤਕਾਰੀ ਜੀ ਉਦੋਂ ਉੱਥੇ ਪੰਜਾਬੀ ਪੜ੍ਹਾਉਣ ਲੱਗ ਪਏ ਸਨ, ਸੋ ਸ਼ਾਇਦ ਉਹਨਾਂ ਨੇ ਹੀ ਮੈਨੂੰ ਸਕੂਲ ਦੀ ਲਿਟਰੇਰੀ ਸੁਸਾਇਟੀ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ। ਖਾਲਸਾ ਸਕੂਲ ਛੋਟੇ ਬੈਰਕਾਂ ਵਰਗੇ ਕਮਰਿਆਂ ਵਿੱਚ ਸੀ ਤੇ ਵੱਡੀ ਬਿਲਡਿੰਗ ਵਿੱਚ ਖਾਲਸਾ ਕਾਲਜ ਸੀ। ਕਾਲਜ ਦੀ ਲਿਟਰੇਰੀ ਸੁਸਾਇਟੀ ਦੀ ਪ੍ਰੈਜ਼ੀਡੈਂਟ ਪ੍ਰਭਜੋਤ ਕੌਰ ਸੀ। ਉਹਦੀ ਛੋਟੀ ਭੈਣ ਸੁਰਜੀਤ ਵੀ ਉਸੇ ਕਾਲਜ ਵਿੱਚ ਸੀ, ਪਰ ਸੁਰਜੀਤ ਉਦੋਂ ਵੀ ਉਸੇ ਤਰ੍ਹਾਂ ਚੁੱਪ-ਚੁਪੀਤੀ ਤੇ ਸ਼ਰਮਾਕਲ ਜਿਹੀ ਹੀ ਸੀ ਜਿਹੋ ਜਿਹੀ ਅੱਜ ਏ। ਪ੍ਰਭਜੋਤ ਉਦੋਂ ਵੀ ਓਨੀ ਹੀ ਧਮਾਕੇਦਾਰ ਸੀ ਜਿੰਨੀ ਅੱਜ ਏ। ਸੋ ਪ੍ਰਭਜੋਤ ਕੌਰ ਦੇ ਜ਼ਿਆਦਾ ਚਰਚੇ ਸਨ। ਸੋਹਣੀ ਕੁੜੀ ਤੇ ਨਾਲ ਕਵੀ, ਚਰਚੇ ਕਿਸ ਤਰ੍ਹਾਂ ਨਾ ਹੁੰਦੇ। ਮੈਨੂੰ ਸਕੂਲ ਦਾ ਉਹ ਐਨੂਅਲ ਫੰਕਸ਼ਨ ਕਦੇ ਨਹੀਂ ਭੁੱਲ ਸਕਦਾ ਜਿਸ ਵਿੱਚ ਇੱਕ ਬੇਹੱਦ ਗੋਰੀ, ਰੱਜ ਕੇ ਸੋਹਣੀ, ਗੋਲ ਚਿਹਰੇ ਵਾਲੀ ਕੁੜੀ ਨੇ ਸਿਤਾਰ ਵਜਾਈ ਸੀ। ਇਹ ਅੰਮ੍ਰਿਤ ਕੌਰ ਸੀ, ਹਿਤਕਾਰੀ ਜੀ ਦੀ ਲਾਡਲੀ ਬੇਟੀ, ਤੇ ਇੱਕ ਬੇਹੱਦ ਹਸੀਨ, ਸਾਂਵਲੀ ਸਲੋਨੀ, ਕਾਨੇ ਵਾਂਗੂ ਪਤਲੀ, ਚਮਕ ਵਰਗੀ ਨਾਜ਼ਕ ਜਿਹੀ ਕੁੜੀ ਨੇ ਪੰਜਾਬੀ ਗੀਤ ਗਾਏ ਸਨ। ਇਹ ਸੁਰਿੰਦਰ ਕੌਰ ਸੀ। ਸਕੂਲ ਤੇ ਕਾਲਜ ਦੀ ਲਾਇਬ੍ਰੇਰੀ ਸਾਂਝੀ ਸੀ। ਉਸੇ ਲਾਇਬ੍ਰੇਰੀ ਵਿੱਚੋਂ ਮੈਂ ਪਹਿਲੀ ਪੰਜਾਬੀ ਦੀ ਕਿਤਾਬ, ਯਾਨੀ ਉਹ ਕਿਤਾਬ ਜਿਹੜੀ ਨਾ ਬੁੱਧੀਮਾਨੀ ਦੇ ਕੋਰਸ ਵਿੱਚ ਹੋਣ ਕਰਕੇ ਰੋ ਧੋ ਕੇ ਪੜ੍ਹੀ ਤੇ ਨਾ ਹੁਣ ਕਿਸੇ ਦਬਾਅ ਹੇਠਾਂ ਉਹਨੂੰ ਪੜ੍ਹਨਾ ਜ਼ਰੂਰੀ ਸੀ, ਜਿਹੜੀ ਮੈਂ ਆਪਣੀ ਮਰਜ਼ੀ ਨਾਲ ਪੜ੍ਹੀ, ਉਹ ਦੁੱਗਲ ਦੀ ਸਵੇਰ ਸਾਰ ਸੀ। ਤੇ ਪਹਿਲੀ ਵਾਰੀ ਮੈਨੂੰ ਲੱਗਾ, ਹਾਏ, ਮੈਂ ਕਿਉਂ ਨਹੀਂ ਇਹੋ ਜਿਹੀਆਂ ਕਹਾਣੀਆਂ ਲਿਖ ਸਕਦੀ। ਪੰਜਾਬੀ ਦੀਆਂ ਕਿਤਾਬਾਂ ਤੋਂ ਇਲਾਵਾ ਅੰਗਰੇਜ਼ੀ ਤੇ ਉਰਦੂ ਦੀਆਂ ਕਿਤਾਬਾਂ ਵੀ ਸਨ। ਉਰਦੂ ਮੈਨੂੰ ਨਿੱਕਿਆਂ ਹੁੰਦਿਆਂ ਕਿਸੇ ਨੇ ਪੜ੍ਹਨ ਹੀ ਨਹੀਂ ਦਿੱਤੀ, ਕਿਉਂਕਿ ਦਾਰਜੀ ਦੇ ਖਿਆਲ ਵਿੱਚ ਉਰਦੂ ਕੁੜੀਆਂ ਨੂੰ ਨਹੀਂ ਸੀ ਪੜ੍ਹਾਉਣੀ ਚਾਹੀਦੀ। ਉਹਨਾਂ ਦੇ ਖਿਆਲ ਵਿੱਚ ਉਰਦੂ ਬਦਮਾਸ਼ ਜ਼ਬਾਨ ਸੀ। ਕੀ ਇਸ਼ਕ ਆਸ਼ਕੀ ਦੀਆਂ ਗੱਲਾਂ ਭਰੀਆਂ ਪਈਆਂ ਸਨ ਉਰਦੂ ਦੀ ਸ਼ਾਇਰੀ ਵਿੱਚ, ਫਜ਼ੂਲ। ਪਰ ਜਸਬੀਰ ਜਦੋਂ ਗਾਚਨੀ ਨਾਲ ਪੋਚੀ ਤਖਤੀ ਤੇ ਕਾਨੇ ਦੀ ਕਲਮ ਨੂੰ ਕਾਲੀ ਸਿਆਹੀ ਵਿੱਚ ਡੋਬ ਕੇ ਉਰਦੂ ਦੇ ਅੱਖਰ ਲਿਖਦਾ ਤੇ ਨਾਲ-ਨਾਲ ਉਹਨਾਂ ਨੂੰ ਬੋਲਦਾ, ਉਹਨਾਂ ਅੱਖਰਾਂ ਨੂੰ ਤੱਕ ਕੇ ਹੀ ਮੈਂ ਉਰਦੂ ਸਿੱਖ ਲਈ ਸੀ, ਆਪਣੇ ਆਪ, ਚੋਰੀ-ਚੋਰੀ। ਤੇ ਇੱਕ ਦਿਨ ਲਾਇਬ੍ਰੇਰੀ ਵਿੱਚੋਂ ਮੈਂ ਸਾਦਤ ਹਸਨ ਮੰਟੋ ਦੀ ਕਿਤਾਬ ਲੈ ਆਂਦੀ ਤੇ ਆਪਣੀਆਂ ਸਕੂਲ ਦੀਆਂ ਕਿਤਾਬਾਂ ਦੇ ਪਿੱਛੇ ਲੁਕਾ ਕੇ ਰੱਖ ਦਿੱਤੀ। ਰਾਤੀਂ ਜਦੋਂ ਸਾਰੇ ਸੌਂ ਜਾਂਦੇ, ਮੈਂ ਉਹਨੂੰ ਪੜ੍ਹਦੀ। ਉਹ ਸ਼ਾਇਦ ਚੌਥੀ ਜਾਂ ਪੰਜਵੀਂ ਉਰਦੂ ਦੀ ਕਿਤਾਬ ਸੀ ਤੇ ਬਦਕਿਸਮਤੀ ਨਾਲ ਉਹ ਵੀ ਮੰਟੋ ਦੀ ਹੀ ਸੀ, ਜਿਹਨੂੰ ਰਾਤੀਂ ਪੜ੍ਹਦਿਆਂ ਮੈਂ ਸਿਰਹਾਣੇ ਹੇਠਾਂ ਰੱਖ ਕੇ ਸੌਂ ਗਈ। ਅਗਲੀ ਸਵੇਰ ਸਿਰਹਾਣੇ ਹੇਠੋਂ ਕੱਢ ਕੇ ਲੁਕਾਣੀ ਯਾਦ ਹੀ ਨਹੀਂ ਰਹੀ। ਗੁਸਲਖਾਨੇ ਵਿੱਚੋਂ ਨਹਾ ਕੇ ਨਿਕਲੀ ਤੇ ਦਾਰਜੀ ਨੇ ਉਹਨੂੰ ਮੇਰੇ ਸਾਹਮਣੇ ਕਰਕੇ ਕਿਹਾ, ਇਹ ਕੀ ਏ? ਜਿਸ ਤਰ੍ਹਾਂ ਕੋਈ ਕਿਸੇ ਕਾਤਲ ਦਾ ਲਹੂ ਭਿੱਜਿਆ ਛੁਰਾ ਲੱਭ ਕੇ ਆਖੇ, ਇਹ ਕੀ ਏ? ਮੈਂ ਥਰ-ਥਰ ਕੰਬਦੀ ਖੜੀ ਸਾਂ, ਲੱਤਾਂ ਡੋਲ ਰਹੀਆਂ ਸਨ। ਫਰਸ਼ ਤੇ ਛੱਤ ਤੇ ਕੰਧਾਂ ਸਭਨਾਂ ਵਿੱਚ ਭੁਚਾਲ ਦੇ ਹਿਚਕੋਲੇ ਸਨ ਤੇ ਦਾਰਜੀ ਨੇ ਉਸ ਕਿਤਾਬ ਨੂੰ ਪਾੜ ਕੇ ਲੀਰਾਂ ਕਰ ਦਿੱਤਾ। ਅੱਜ ਤੋਂ ਸਕੂਲ ਜਾਣਾ ਬੰਦ, ਉਹਨਾਂ ਨੇ ਸ਼ਾਹੀ ਹੁਕਮ ਸੁਣਾਇਆ। ਉਦੋਂ ਹਰ ਜੁਰਮ ਦੀ ਸਜ਼ਾ ਇਹੀ ਸੁਣਾਈ ਜਾਂਦੀ ਸੀ, ਸਕੂਲ ਜਾਣਾ ਬੰਦ। ਸਕੂਲ ਜਿਵੇਂ ਕੋਈ ਚਾਕਲੇਟ ਸੀ ਜਿਹੜੀ ਖੋਹ ਲਈ ਜਾਂਦੀ। ਜਸਬੀਰ ਲਈ ਸਕੂਲ ਨਾ ਕੋਈ ਰਿਆਇਤ ਸੀ ਨਾ ਚਾਕਲੇਟ। ਉਹ ਜੋ ਵੀ ਕਰ ਲਵੇ, ਜੋ ਵੀ ਕਿਸੇ ਨੂੰ ਕਹਿ ਦੇਵੇ, ਜੋ ਉਦਮ ਮਚਾ ਲਵੇ, ਕਿਸੇ ਨੇ ਉਹਨੂੰ ਕਦੇ ਸਕੂਲੋਂ ਉਠਾ ਲੈਣ ਦੀ ਧਮਕੀ ਨਹੀਂ ਸੀ ਦਿੱਤੀ। ਮੈਨੂੰ ਸਕੂਲ ਭੇਜਣਾ ਖਾਸ ਅਹਿਸਾਨ ਸੀ ਮੇਰੇ ਤੇ। ਜਸਬੀਰ ਨੂੰ ਸਕੂਲ ਭੇਜਣਾ ਨੇਮ ਧਰਮ ਸੀ, ਕਿਉਂਕਿ ਉਹਨੇ ਪੜ੍ਹ ਲਿਖ ਕੇ ਦਾਰਜੀ ਵਾਂਗੂ ਡਾਕਟਰ ਬਣਨਾ ਸੀ ਤੇ ਖਾਨਦਾਨ ਦਾ ਨਾਂ ਰੌਸ਼ਨ ਕਰਨਾ ਸੀ। ਮੈਂ ਤੇ ਬੀਜੀ ਕਹਿੰਦੇ ਪਰਾਇਆ ਧਨ ਸਾਂ, ਪਰਾਏ ਘਰ ਜਾਣਾ ਸੀ ਮੈਂ। ਪੜ੍ਹਾਈਆਂ ਕਰਕੇ ਮੈਂ ਕਿਹੜਾ ਕਲੈਕਟਰੀ ਬਰਿਸਟਰੀ ਕਰਨੀ ਸੀ। ਆਖਰ ਨੂੰ ਤੇ ਚੁੱਲ੍ਹਾ ਚੌਂਕਾ ਹੀ ਸੰਭਾਲਣਾ ਸੀ, ਉਹੀ ਸਿੱਖਣਾ ਚਾਹੀਦਾ ਸੀ ਮੈਨੂੰ। ਨਾਲੇ ਕੁੜੀਆਂ ਵਾਲੇ ਚੱਜ ਸਿੱਖਣੇ ਚਾਹੀਦੇ ਸਨ ਕਿ ਕਿਸ ਤਰ੍ਹਾਂ ਹੌਲੀ ਬੋਲੀਦਾ ਏ, ਕਿਸ ਤਰ੍ਹਾਂ ਹਲੀਮੀ ਨਾਲ ਗੱਲ ਕਰੀਦੀ ਏ,
ਕਿਸ ਤਰ੍ਹਾਂ ਨਜ਼ਰਾਂ ਨੀਵੀਆਂ ਰੱਖੀਦੀਆਂ ਨੇ, ਕਿਸ ਤਰ੍ਹਾਂ ਚਿੱਕ ਤੋਂ ਬਾਹਰ ਨਹੀਂ ਝਾਕੀਦਾ, ਕਿਸ ਤਰ੍ਹਾਂ ਧੰਮ-ਧੰਮ ਕਰਕੇ ਪੌੜੀਆਂ ਨਹੀਂ ਚੜ੍ਹੀਦੀਆਂ ਉਤਰੀਦੀਆਂ। 12 ਮੇਰੀ ਜ਼ਿੰਦਗੀ ਵਿੱਚ ਕਿਉਂਕਿ ਬਚਪਨ ਆਇਆ ਹੀ ਨਹੀਂ, ਸ਼ਾਇਦ ਇਸੇ ਕਰਕੇ ਮੇਰਾ ਜਿਸਮ ਇੰਨੀ ਛੇਤੀ ਜਵਾਨ ਹੋ ਰਿਹਾ ਸੀ। ਹਾਲੀ ਸਕੂਲੇ ਦਾਖਲ ਹੋਇਆ ਮੈਨੂੰ ਵਰ੍ਹਾ ਵੀ ਨਹੀਂ ਸੀ ਹੋਇਆ, ਯਾਨੀ ਮਸਾਂ 10 ਵਰ੍ਹਿਆਂ ਦੀ ਹੋਵਾਂਗੀ ਮੈਂ, ਕਿ ਇੱਕ ਦਿਨ ਮੇਰੀ ਸਲਵਾਰ, ਜਿਸ ਦਾ ਰੰਗ ਉਨਾਬੀ ਸੀ, ਲਹੂ ਨਾਲ ਗਿੱਲੀ ਹੋ ਗਈ। ਸਮਝ ਨਾ ਆਵੇ ਕਿੱਥੇ ਡਿੱਗ ਢਹਿ ਪਈ ਸਾਂ ਮੈਂ, ਕਿਸ ਤਰ੍ਹਾਂ ਤੇ ਕਿੱਥੇ ਇੰਨੀ ਸੱਟ ਲੱਗ ਗਈ ਸੀ ਕਿ ਲਹੂ ਦੀਆਂ ਘਰਾਲਾਂ ਮੇਰੀਆਂ ਲੱਤਾਂ ਤੋਂ ਵਹਿ ਰਹੀਆਂ ਸਨ। ਬੀਜੀ ਨੂੰ ਡਰਦਿਆਂ ਦੱਸਿਆ। ਉਹਨਾਂ ਮੱਥੇ ਤੇ ਇਸ ਤਰ੍ਹਾਂ ਹੱਥ ਮਾਰਿਆ ਜਿਸ ਤਰ੍ਹਾਂ ਮੈਂ ਕੋਈ ਜੁਰਮ ਕੀਤਾ ਸੀ। ਹਾਏ ਮਰ ਜਾਏ ਇੰਨੀ ਛੇਤੀ, ਬਸ ਇਹੀ ਕਿਹਾ ਸੀ ਉਹਨਾਂ ਨੇ, ਬਹੁਤ ਗੁੱਸੇ ਨਾਲ। ਉਹ ਲਫ਼ਜ਼ ਜਿਉਂ ਦੇ ਤਿਉਂ ਮੇਰੀ ਛਾਤੀ ਵਿੱਚ ਖੁਣੇ ਹੋਏ ਨੇ। ਉਹਨਾਂ ਦਾ ਮੱਥੇ ਤੇ ਮਾਰਿਆ ਹੱਥ ਤੇ ਉਹ ਲਫ਼ਜ਼ ਗਰਮ ਸਲਾਖਾਂ ਨਾਲ ਮੇਰੇ ਜ਼ਿਹਨ ਵਿੱਚ, ਮੇਰੀ ਸਾਰੀ ਹੋਂਦ ਵਿੱਚ, ਮੇਰੀ ਸੋਚ ਵਿੱਚ, ਮੇਰੇ ਮਨ ਦੇ ਨਰਮ ਗੋਸ਼ਤ ਵਿੱਚ ਖੁਣੇ ਗਏ। ਇਹਦੇ ਫੌਰਨ ਬਾਅਦ ਉਹਨਾਂ ਨੇ ਚਾਬੀ ਵਾਲੇ ਲੱਠੇ ਦਾ ਥਾਨ ਕੱਢਿਆ ਤੇ ਇੱਕ ਸਿੱਧੀ ਦੋਹਰੀ ਪੱਟੀ ਸਿਉਂ ਦਿੱਤੀ, ਜਿਹਦੇ ਵਿੱਚ ਕੱਛਾਂ ਵਾਲੀ ਥਾਂ ਰਤਾ ਕੁ ਵੇਤਰੀ ਹੋਈ ਸੀ ਤੇ ਉਹਦੇ ਉੱਤੇ ਦੋਹੀਂ ਪਾਸੀਂ 2 ਤਣੀਆਂ ਲੱਗੀਆਂ ਹੋਈਆਂ ਸਨ। 2 ਸਿੱਧੀਆਂ ਸਪਾਟ ਖੜਖੜ ਕਰਦੇ ਕੁਰਾਹੜੇ ਲੱਠੇ ਦੀਆਂ ਪੱਟੀਆਂ ਤੇ ਉੱਤੇ 2 ਤਣੀਆਂ। ਹੁਕਮ ਹੋਇਆ ਕਿ ਇਹਨੂੰ ਪਾ ਕੇ ਹੀ ਉੱਤੋਂ ਕਮੀਜ਼ ਪਾਣੀ ਏ। ਲੱਗਦਾ ਸੀ ਜਿਸ ਤਰ੍ਹਾਂ ਮੈਂ ਕੋਈ ਕੈਦੀ ਸਾਂ ਜਿਸ ਨੂੰ ਹੱਥਕੜੀਆਂ ਬੇੜੀਆਂ ਦੀ ਥਾਵੇਂ ਲੱਠੇ ਦੀਆਂ ਇਹਨਾਂ ਪੱਟੀਆਂ ਵਿਚਕਾਰ ਕੱਸ ਦਿੱਤਾ ਗਿਆ ਸੀ। ਉਹੀ ਸਿੱਧ ਪੱਧਰੀਆਂ ਉਸੇ ਲੱਠੇ ਦੀਆਂ ਪੱਟੀਆਂ ਮੈਂ ਐਮਏ ਤੱਕ ਪਾਉਂਦੀ ਰਹੀ। ਇੱਕ ਦਿਨ ਮੇਰੇ ਨਾਲ ਪੜ੍ਹਦੀ ਕੁੜੀ, ਉਦੋਂ ਤੱਕ ਅਸੀਂ ਦਿੱਲੀ ਆ ਗਏ ਹੋਏ ਸਾਂ, ਮੈਨੂੰ ਨਾਲ ਲੈ ਕੇ ਕਰੋਲ ਬਾਗ ਗਈ ਤੇ ਪਹਿਲੀ ਬਰਾ ਉਹਨੇ ਮੈਨੂੰ ਖਰੀਦ ਦਿੱਤੀ। ਪਾਗਲ, ਮੂਰਖ, ਮਾਂ ਨੇ ਸਿਉਂ ਦਿੱਤੀਆਂ ਤੇ ਤੂੰ ਪਾ ਲਈਆਂ, ਬਸ ਬਹੁਤ ਹੋ ਗਿਆ। ਨਾਲ ਪੜਨ ਵਾਲੇ ਮੁੰਡੇ ਵੀ ਤੱਕ ਕੇ ਹੱਸਦੇ ਨੇ ਤੈਨੂੰ ਮੂਰਖ ਨੂੰ। ਇਹ ਬਰਾ ਪਾ ਕੇ ਵੇਖੀ, ਜੇ ਫਿਟਿੰਗ ਠੀਕ ਹੋਈ ਤੇ ਮੇਰੇ ਨਾਲ ਆ ਕੇ ਹੋਰ ਖਰੀਦ ਲਵੀਂ। 13 ਖੈਰ ਇਹ ਤਾਂ ਬਹੁਤ ਬਾਅਦ ਦੀ ਗੱਲ ਏ। ਫਿਲਹਾਲ ਤਾਂ ਅਸੀਂ ਲਾਹੌਰ ਸਾਂ। ਮੈਂ ਖਾਲਸਾ ਸਕੂਲ ਪੜ੍ਹ ਰਹੀ ਸਾਂ ਤੇ ਹਰ ਜੁਰਮ ਬਦਲੇ ਮੈਨੂੰ ਸਕੂਲੋਂ ਉਠਾ ਲਿਆ ਜਾਂਦਾ ਸੀ, ਸਜ਼ਾ ਦੇ ਕੇ ਮੁੜ ਸਕੂਲ ਭੇਜ ਦਿੱਤਾ ਜਾਂਦਾ ਸੀ। ਬੀਜੀ ਅਕਸਰ ਬਿਮਾਰ ਰਹਿੰਦੇ ਸਨ। ਜਦੋਂ ਉਹ ਜ਼ਿਆਦਾ ਬਿਮਾਰ ਹੁੰਦੇ ਤਾਂ ਵੀ ਮੇਰਾ ਸਕੂਲ ਜਾਣਾ ਬੰਦ ਹੋ ਜਾਂਦਾ। ਜਦੋਂ ਜਸਬੀਰ ਬਿਮਾਰ ਹੁੰਦਾ ਉਦੋਂ ਵੀ ਸਕੂਲ ਜਾਣਾ ਬੰਦ। ਹੁਣ ਤਾਂ ਮੈਨੂੰ ਆਪੇ ਹੀ ਇਹ ਅਹਿਸਾਸ ਹੋਣ ਲੱਗ ਪਿਆ ਸੀ ਕਿ ਘਰ ਵਿੱਚ ਕੋਈ ਵੀ ਬਿਮਾਰ ਹੋਵੇ ਜਾਂ ਬਹੁਤੇ ਪ੍ਰਾਹੁਣੇ ਹੀ ਆ ਜਾਣ ਤੇ ਮੈਨੂੰ ਸਕੂਲ ਨਹੀਂ ਜਾਣਾ ਚਾਹੀਦਾ। ਇੱਕ ਵਾਰੀ ਜਸਬੀਰ ਨੂੰ ਚਿਕਨ ਪੌਕਸ ਨਿਕਲ ਆਈ। ਬਹੁਤ ਤੇਜ਼ ਬੁਖਾਰ ਸੀ। ਮੈਂ ਹੀ ਦਿਨ ਰਾਤ ਉਹਦੀ ਸਰਹੱਦੀ ਬੈਠੀ ਰਹਿੰਦੀ ਸਾਂ ਤੇ ਅਰਦਾਸਾਂ ਕਰਦੀ ਰਹਿੰਦੀ ਸਾਂ, ਬਾਬਾ ਜੀ ਮੇਰੇ ਵੀਰ ਨੂੰ ਰਾਜ਼ੀ ਕਰ ਦਿਓ, ਇਹਦੀ ਬਿਮਾਰੀ ਬੇਸ਼ੱਕ ਮੈਨੂੰ ਦੇ ਦਿਓ। ਪਤਾ ਨਹੀਂ ਕਿਉਂ ਮੈਂ ਜਸਬੀਰ ਨੂੰ ਬਹੁਤ ਪਿਆਰ ਕਰਦੀ ਸਾਂ। ਸਾਰੇ ਕਹਿੰਦੇ ਸਨ, ਇੱਕੋ ਤੇ ਵੀਰ ਹੈ ਤੇਰਾ, ਤੇ ਮੈਨੂੰ ਉਹਦੀਆਂ ਸਾਰੀਆਂ ਜ਼ਿਆਦਤੀਆਂ ਭੁੱਲ ਜਾਂਦੀਆਂ ਸਨ। ਨਾਲੇ ਮਨ ਵਿੱਚ ਬਹੁਤ ਸਾਫ਼ ਹੋ ਚੁੱਕਾ ਸੀ ਇਹ ਅਹਿਸਾਸ ਕਿ ਜਸਬੀਰ ਦਾ ਮੁੱਲ, ਉਹਦੀ ਕਦਰ, ਉਹਦੀ ਲੋੜ ਮੇਰੇ ਨਾਲੋਂ ਬਹੁਤ ਜ਼ਿਆਦਾ ਏ। ਉਹ ਰਾਜ਼ੀ ਹੋ ਜਾਵੇ, ਮੇਰਾ ਕੀ ਏ? ਨਾਲੇ ਮੇਰਾ ਤੇ ਉਂਝ ਵੀ ਕਈ ਵਾਰੀ ਮਰਨ ਤੇ ਜੀ ਕਰਦਾ ਹੁੰਦਾ ਸੀ। ਝਿੜਕਾਂ ਪੈ ਜਾਣ ਤਾਂ ਵੀ, ਮਾਰ ਪੈ ਜਾਏ ਤਾਂ ਵੀ, ਬੀਜੀ ਤੇ ਦਾਰਜੀ ਦਾ ਆਪਸ ਵਿੱਚ ਕੋਈ ਝਗੜਾ ਹੋ ਜਾਏ ਤਾਂ ਵੀ, ਮੈਨੂੰ ਸਕੂਲੋਂ ਉਠਾ ਲਿਆ ਜਾਵੇ ਤਾਂ ਵੀ, ਉਹਨਾਂ ਕੱਸੀਆਂ ਹੋਈਆਂ ਪੱਟੀਆਂ ਦੀਆਂ ਲਾਸਾਂ ਮੇਰੀ ਛਾਤੀ ਤੇ ਪੈਣ ਤਾਂ ਵੀ, ਹਰ ਮਹੀਨੇ ਲਹੂ ਨਾਲ ਗੜੁੱਚ ਹੋ ਜਾਵਾਂ ਤਾਂ ਵੀ। ਤੇ ਸੱਚਮੁੱਚ ਉਧਰੋਂ ਉਹ ਰਾਜ਼ੀ ਹੋਇਆ, ਉਧਰੋਂ ਮੈਨੂੰ ਉਹੀ ਚਿਕਨ ਪੌਕਸ ਨਿਕਲ ਆਈ। ਤੇਜ਼ ਬੁਖਾਰ, ਕਈ ਦਿਨ ਹੋਸ਼ ਹੀ ਨਹੀਂ ਰਹੀ। ਜਿਸ ਦਿਨ ਹੋਸ਼ ਆਈ ਸ਼ਾਮ ਦਾ ਵੇਲਾ ਸੀ। ਪਹਿਲੀ ਗੱਲ ਜਿਹੜੀ ਮੈਂ ਘਰ ਦੀ ਮਾਈ ਕੋਲੋਂ ਪੁੱਛੀ ਇਹੀ ਸੀ, ਜਸਬੀਰ ਕਿੱਥੇ ਵੇ? ਉਹਨੇ ਕਿਹਾ, ਹਾਕੀ ਹੁਕੀ ਖੇਡਣ ਗਿਆ ਹੋਣਾ ਏ। 14 1945 ਦੀਆਂ ਗਰਮੀਆਂ ਵਿੱਚ ਜਦੋਂ ਅਸੀਂ ਹਮੇਸ਼ਾ ਵਾਂਗੂ ਪਹਿਲਗਾਮ ਗਏ, ਦਾਰਜੀ ਨੂੰ ਹਿੱਲ ਡਾਇਰੀਆ ਹੋ ਗਿਆ। ਲਾਹੌਰ ਵਾਪਸ ਆ ਕੇ ਉਹ ਮੰਜੀ ਨਾਲ ਜੁੜ ਗਏ। ਕੋਈ ਦਵਾਈ ਅਸਰ ਨਹੀਂ ਸੀ ਕਰ ਰਹੀ। ਦਾਰਜੀ ਦੀਆਂ ਆਪਣੀਆਂ ਹੋਮਿਓਪੈਥਿਕ ਦਵਾਈਆਂ, ਜਿਨ੍ਹਾਂ ਨਾਲ ਉਹਨਾਂ ਨੇ ਹਜ਼ਾਰਾਂ ਮਰਦੇ ਬੰਦੇ ਬਚਾਏ ਸਨ, ਡਾਕਟਰ ਰਘਬੀਰ ਸਿੰਘ ਦੀਆਂ ਐਲੋਪੈਥਿਕ ਦਵਾਈਆਂ, ਮੇਓ ਹਸਪਤਾਲ ਦੇ ਵੱਡੇ ਤੋਂ ਵੱਡੇ ਡਾਕਟਰਾਂ ਦੀਆਂ ਦਵਾਈਆਂ, ਆਯੁਰਵੈਦਿਕ, ਯੂਨਾਨੀ, ਕੋਈ ਵੀ ਦਵਾਈ ਅਸਰ ਨਹੀਂ ਸੀ ਕਰ ਰਹੀ। ਮੇਰਾ ਸਕੂਲ ਜਾਣਾ ਜ਼ਾਹਿਰ ਏ ਕਿ ਬੰਦ ਸੀ। ਉਸ ਵੇਲੇ ਮੈਂ ਮਸਾਂ 10.5 ਜਾਂ 11 ਸਾਲਾਂ ਦੀ ਸਾਂ, ਪਰ ਚੌਂਕੇ ਦਾ ਸਾਰਾ ਕੰਮ ਕਰ ਰਹੀ ਸਾਂ। ਨੌਕਰ ਵੀ ਸਨ, ਪਰ ਸਾਡੇ ਘਰ ਦਾ ਇਹੀ ਰਿਵਾਜ ਸੀ ਕਿ ਸਬਜ਼ੀਆਂ ਨੂੰ, ਦਾਲਾਂ ਨੂੰ ਤੜਕਾ ਬੀਜੀ ਹੀ ਲਾਉਂਦੇ ਸਨ। ਹੁਣ ਉਹ ਤੜਕੇ ਮੈਨੂੰ ਲਾਣੇ ਆ ਗਏ ਸਨ। ਬੀਜੀ ਤਾਂ ਦਿਨ ਰਾਤ ਰੋਂਦੇ ਰਹਿੰਦੇ। ਆਏ ਗਏ ਨੂੰ ਸ਼ਿਕੰਜਵੀ, ਲੱਸੀ ਪਿਆਂਦੇ, ਗੱਲਬਾਤ ਕਰਦੇ ਤੇ ਫੇਰ ਰੋਣ ਲੱਗ ਪੈਂਦੇ ਜਾਂ ਦਾਰਜੀ ਦੀ ਮੰਜੀ ਕੋਲ ਬੈਠੇ ਰਹਿੰਦੇ। ਉਂਝ ਉਹਨਾਂ ਨੂੰ ਬੈੱਡ ਪੈਨ ਦੇਣ ਲਈ, ਸਪੰਜ ਕਰਨ ਲਈ, ਦਵਾਈਆਂ ਦੇਣ ਲਈ ਰਘਬੀਰ ਸਿੰਘ ਹੋਰਾਂ 2 ਨਰਸਾਂ ਦਾ ਇੰਤਜ਼ਾਮ ਕਰ ਦਿੱਤਾ ਹੋਇਆ ਸੀ। ਇੱਕ ਸਵੇਰ ਦੀ ਨਰਸ, ਇੱਕ ਰਾਤ ਦੀ। ਜਿਉਂ-ਜਿਉਂ ਉਹ ਕਮਜ਼ੋਰ ਹੁੰਦੇ ਜਾ ਰਹੇ ਸਨ, ਉਹਨਾਂ ਦੀ ਸਰਹੱਦੀ ਲੰਮੇ ਸਟੈਂਡ ਤੇ ਗਲੂਕੋਜ਼ ਦੀ ਬੋਤਲ ਤਕਰੀਬਨ ਹਰ ਵੇਲੇ ਉਲਟੀ ਲਟਕੀ ਰਹਿੰਦੀ। ਉਹਨਾਂ ਦੀਆਂ ਬਾਹਾਂ ਵਿੱਚ ਗਲੂਕੋਜ਼ ਦੀਆਂ ਨਾਲੀਆਂ ਲੱਗੀਆਂ ਰਹਿੰਦੀਆਂ। ਉਹਨਾਂ ਦੇ ਕਈ ਮਰੀਜ਼ ਆ ਕੇ ਰੋਣ ਲੱਗਦੇ, ਉਹਨਾਂ ਦੇ ਰਾਜ਼ੀ ਹੋਣ ਦੀਆਂ ਸੁੱਖਣਾ ਸੁੱਖਦੇ।
ਦਾਰ ਜੀ ਕੋਈ 2-3 ਮਹੀਨਿਆਂ ਮਗਰੋਂ ਮੌਤ ਨਾਲ ਸਿੱਧੀ ਲੜਾਈ ਲੜ ਕੇ ਠੀਕ ਹੋ ਗਏ। ਹਾਲੇ ਬਹੁਤ ਕਮਜ਼ੋਰ ਸਨ ਤੇ ਹੇਠਾਂ ਕਲੀਨਿਕ ਵਿੱਚ ਨਹੀਂ ਸਨ ਜਾਂਦੇ। ਤਾਈਂ ਇਹ ਬੀਜੀ ਬਹੁਤ ਬਿਮਾਰ ਹੋ ਗਏ। ਬੀਜੀ ਦਾ ਇੱਕ ਗੁਰਦਾ ਤਾਂ ਪੱਥਰਾਂ ਨਾਲ ਭਰਿਆ ਹੋਇਆ ਸੀ ਤੇ ਕੰਮ ਹੀ ਨਹੀਂ ਸੀ ਕਰਦਾ। ਦੂਜੇ ਵਿੱਚ ਵੀ 9 ਪੱਥਰ ਸਨ। ਇੱਕ ਪੱਥਰੀ ਗਾਲ ਬਲੈਡਰ ਵਿੱਚ ਸੀ, ਜਿਹੜੀ ਜਦੋਂ ਬਾਈਲ ਡਕਟ ਦੇ ਮੂੰਹ ਵਿੱਚ ਆ ਕੇ ਫਸ ਜਾਂਦੀ, ਲਿਵਰ ਦੀ ਸਾਰੀ ਬਾਈਲ ਰੁਕ ਕੇ ਜ਼ਹਿਰੀਲੀ ਬਣ ਜਾਂਦੀ। ਉਹਨਾਂ ਦੇ ਹੋਠ ਵੀ ਨੀਲੇ ਪੈ ਜਾਂਦੇ, ਜ਼ੋਰ ਦਾ ਬੁਖਾਰ ਚੜ੍ਹ ਜਾਂਦਾ। ਉਂਝ ਤੇ ਦਾਰਜੀ ਦੀਆਂ ਦਵਾਈਆਂ ਨਾਲ ਉਹ 8-10 ਦਿਨਾਂ ਵਿੱਚ ਠੀਕ ਹੋ ਜਾਂਦੇ ਸਨ। ਗਾਲ ਬਲੈਡਰ ਦੀ ਪੱਥਰੀ ਖਿਸਕ ਕੇ ਫੇਰ ਗਾਲ ਬਲੈਡਰ ਵਿੱਚ ਚਲੀ ਜਾਂਦੀ ਸੀ ਤੇ ਬਾਈਲ ਦੀ ਜ਼ਹਿਰ ਹੌਲੀ-ਹੌਲੀ ਨਿਕਲ ਜਾਂਦੀ ਸੀ। ਪਰ ਐਤਕੀਂ ਦਾਰਜੀ ਦੀ ਲੰਮੀ ਬਿਮਾਰੀ ਕਰਕੇ ਉਹ ਬਹੁਤ ਕਮਜ਼ੋਰ ਹੋ ਗਏ ਹੋਏ ਸਨ ਤੇ ਦਵਾਈਆਂ ਅਸਰ ਹੀ ਨਹੀਂ ਸਨ ਕਰ ਰਹੀਆਂ। ਕੋਈ ਸਖਤ ਦਵਾਈ ਯਾਨੀ ਹੋਮਿਓਪੈਥੀ ਦੀ ਉੱਚੀ ਪੋਟੈਂਸੀ ਦੀ ਦਵਾਈ ਦਾਰਜੀ ਦੇਣੋਂ ਝਿਜਕ ਰਹੇ ਸਨ। ਕਿਧਰੇ ਉਹਨਾਂ ਦਾ ਕਮਜ਼ੋਰ ਜਿਸਮ ਉਹਨੂੰ ਝੱਲ ਹੀ ਨਾ ਸਕੇ। ਇੰਨੀ ਦਿਨੀ ਸਾਡੇ 2 ਨੌਕਰਾਂ ਵਿੱਚੋਂ ਇੱਕ, ਜਿਹੜਾ ਰਸੋਈ ਦੇ ਕੰਮ ਵਿੱਚ ਮੇਰੀ ਮਦਦ ਕਰਦਾ ਸੀ, ਦੌੜ ਗਿਆ। ਮੈਂ ਸਾਰਾ ਦਿਨ ਚੁੱਲ੍ਹੇ ਅੱਗੇ ਬੈਠੀ ਸਬਜ਼ੀਆਂ ਬਣਾਉਂਦੀ, ਰੋਟੀਆਂ ਪਕਾਉਂਦੀ। ਘਰ ਦੇ ਤੇ ਉਹੀ 2.5 ਬੰਦੇ ਸਨ, ਪਰ ਬੀਜੀ ਦੀ ਖਬਰ ਲੈਣ ਲਈ ਕਈ ਰਿਸ਼ਤੇਦਾਰ ਆਏ ਰਹਿੰਦੇ। ਹੋਰ ਆਂਢੋਂ ਗੁਆਂਢੋਂ ਖਬਰ ਲੈਣ ਆਇਆਂ ਨੂੰ ਲੱਸੀ ਜਾਂ ਸ਼ਿਕੰਜਵੀ ਜ਼ਰੂਰ ਪਿਆਣੀ ਹੁੰਦੀ। ਦੌੜ ਕੇ ਇੱਕ ਕਮਰੇ ਤੋਂ ਦੂਜੇ ਕਮਰੇ ਤੇ ਮੁੜ ਕੇ ਫੇਰ ਰਸੋਈ। 5-7 ਦਿਨਾਂ ਤੋਂ ਮੇਰੇ ਤੋਂ ਕੁਝ ਖਾਧਾ ਨਹੀਂ ਸੀ ਜਾ ਰਿਹਾ। ਮੂੰਹ ਵਿੱਚ ਕੁਝ ਵੀ ਪਾਣ ਤੇ ਦਿਲ ਨਹੀਂ ਸੀ ਕਰਦਾ। ਸਬਜ਼ੀ ਨੂੰ ਤੜਕਾ ਲਾ ਰਹੀ ਹੁੰਦੀ ਤਾਂ ਉਹਦੀ ਹਵਾਂਕ ਨਾਲ ਜਾਂ ਰਿੱਝਦੀ ਦਾਲ ਦੀ ਹਵਾਂਕ ਨਾਲ ਮੇਰਾ ਦਿਲ ਖਰਾਬ ਹੋਣ ਲੱਗਦਾ। ਡਰਦੀ ਚੁੱਪਚਾਪ ਗੁਸਲਖਾਨੇ ਵਿੱਚ ਜਾਂਦੀ ਤੇ ਉਲਟੀ ਕਰਕੇ ਵਾਪਸ ਰਸੋਈ ਵਿੱਚ ਆ ਜਾਂਦੀ। ਹੁਣ ਤਾਂ ਉਲਟੀਆਂ ਵਿੱਚ ਵੀ ਸਿਰਫ ਪੀਲਾ ਜਿਹਾ, ਖੱਟਾ ਕੌੜਾ ਜਿਹਾ ਪਾਣੀ ਨਿਕਲ ਰਿਹਾ ਸੀ, ਬਸ। ਕੋਈ 7ਵਾਂ ਦਿਨ ਹੋਵੇਗਾ ਕਿ ਮੈਂ ਸੋਚਿਆ ਅੱਜ ਆਲੂ ਵੜੀਆਂ ਬਣਾ ਲਵਾਂ। ਉਹਨੇ ਦਿਨੀ ਬੀਜੀ ਦੀ ਬਿਮਾਰੀ ਕਰਕੇ ਸਾਡੇ ਘਰ ਸਿਰਫ ਮੂੰਗੀ ਦੀ ਦਾਲ ਤੇ ਘੀਆ ਤੇ ਸਾਵੀਆਂ ਤੋਰੀਆਂ ਤੇ ਕੱਦੂ ਤੇ ਟੀਂਡੇ, ਇਹੋ ਜਿਹੀਆਂ ਨਰਮ ਚੀਜ਼ਾਂ ਹੀ ਬਣਦੀਆਂ ਸਨ। ਕੁਝ ਕਰਾਰਾ ਬਣਾ ਲਵਾਂ, ਮੈਂ ਸੋਚਿਆ। ਮੈਨੂੰ ਆਲੂ ਵੜੀਆਂ ਉਂਝ ਵੀ ਚੰਗੀਆਂ ਲੱਗਦੀਆਂ ਸਨ। ਸ਼ਾਇਦ ਕਰਾਰੀਆਂ ਮਿਰਚਾਂ ਵਾਲੀਆਂ ਵੜੀਆਂ ਨਾਲ ਰੋਟੀ ਅੰਦਰ ਲੰਘ ਹੀ ਜਾਵੇ। ਆਲੂ ਵੜੀਆਂ ਬਣ ਗਈਆਂ। ਮੈਂ ਇੱਕ ਆਲੂ ਤੇ ਇੱਕ ਵੜੀ ਕੌਲੀ ਵਿੱਚ ਪਾਈ ਤੇ ਰੋਟੀ ਦੀ ਇੱਕ ਗਰਾਹੀ ਤੋੜ ਕੇ ਅੱਧੀ ਵੜੀ ਨਾਲ ਮੂੰਹ ਵਿੱਚ ਪਾ ਲਈ। ਉਹ ਗਰਾਹੀ ਮੇਰੇ ਮੂੰਹ ਵਿੱਚ ਫੁੱਲ ਗਈ। ਇੰਨੇ ਵਿੱਚ ਦਾਰਜੀ ਕਾਹਲੀ ਨਾਲ ਰਸੋਈ ਵਿੱਚ ਆਏ। ਕੀ ਸਬਜ਼ੀ ਬਣਾਈ ਏ? ਉਹਨਾਂ ਨੇ ਪੁੱਛਿਆ। ਮੇਰੇ ਮੂੰਹ ਵਿੱਚ ਰੋਟੀ ਦੀ ਗਰਾਹੀ ਫੁੱਲੀ ਹੋਈ ਸੀ। ਨਾ ਅੰਦਰ ਲੰਘਦੀ ਸੀ, ਨਾ ਹੀ ਉਹਨੂੰ ਮੈਂ ਦਾਰਜੀ ਦੇ ਸਾਹਮਣੇ ਬਾਹਰ ਕੱਢ ਸਕਦੀ ਸਾਂ। ਉਹਨਾਂ ਦੀ ਨਜ਼ਰ ਮੇਰੀ ਕੌਲੀ ਵਿੱਚ ਪਈ। ਆਲੂ ਵੜੀਆਂ? ਉਹਨਾਂ ਨੇ ਗੁੱਸੇ ਨਾਲ ਕਿਹਾ ਤੇ ਠੋਕਰ ਮਾਰ ਕੇ ਮੇਰੀ ਕੌਲੀ ਨੂੰ ਪਰਾਂ ਰੇੜ ਦਿੱਤਾ। ਮਾਂ ਮਰ ਰਹੀ ਏ ਤੇ ਇਹਨੂੰ ਆਲੂ ਵੜੀਆਂ ਖਾਣ ਦੀ ਪਈ ਏ। ਬਸ ਉਹਦੇ ਤੋਂ ਮਗਰੋਂ ਮੈਨੂੰ ਹੋਸ਼ ਨਹੀਂ। ਜਦੋਂ ਹੋਸ਼ ਆਈ, ਮੈਂ ਉੱਤੇ ਬਰਸਾਤੀ ਵਿੱਚ ਮੰਜੇ ਤੇ ਲੇਟੀ ਹੋਈ ਸਾਂ ਤੇ ਮੰਜੇ ਤੋਂ ਹੇਠਾਂ ਰਤਾ ਪਰਾਂ ਇੱਕ ਮੋਟੀ ਜਿਹੀ ਨੌਕਰਾਣੀ ਬੈਠੀ ਸੀ। ਉਹਦੀ ਸ਼ਕਲ ਸੂਰਤ ਤੋਂ ਸਾਫ਼ ਜ਼ਾਹਰ ਸੀ ਕਿ ਉਹ ਕੋਈ ਨਵੀਂ ਨੌਕਰਾਣੀ ਏ ਤੇ ਬੇਹੱਦ ਗਰੀਬੜੀ ਜਿਹੀ ਏ। ਮੈਂ ਅੱਖਾਂ ਖੋਲ੍ਹੀਆਂ ਤਾਂ ਉਹ ਦੌੜ ਕੇ ਲਪਕ ਕੇ ਮੇਰੇ ਵੱਲ ਆਈ। ਮੈਨੂੰ ਇਸ ਤਰ੍ਹਾਂ ਹੈਰਾਨੀ ਨਾਲ ਤੱਕਿਆ ਜਿਸ ਤਰ੍ਹਾਂ ਕੋਈ ਅਜੂਬਾ ਵੇਖ ਰਹੀ ਹੋਵੇ। ਤੇ ਫੇਰ ਉਹਨੇ ਜ਼ੋਰ-ਜ਼ੋਰ ਦੀ ਆਵਾਜ਼ਾਂ ਦਿੱਤੀਆਂ, ਜਾਗ ਪਈ, ਛੇਤੀ ਆਓ, ਕੁੜੀ ਜਾਗ ਪਈ ਜੇ। ਤੇ ਅਗਲੇ ਹੀ ਪਲ ਦਾਰਜੀ ਤੇ ਬੀਜੀ ਦੀਆਂ ਰੁੰਨੀਆਂ ਸੱਜਲ ਅੱਖਾਂ ਮੇਰੇ ਤੇ ਝੁਕੀਆਂ ਹੋਈਆਂ ਸਨ। ਬੀਜੀ ਮੇਰੀ ਹੋਸ਼ ਵਿੱਚ ਪਹਿਲੀ ਵਾਰੀ ਮੇਰਾ ਸਿਰ ਪਲੋਸ ਰਹੇ ਸਨ। ਦਾਰਜੀ ਮੇਰੀ ਹੋਸ਼ ਵਿੱਚ ਪਹਿਲੀ ਵਾਰੀ ਮੇਰੇ ਲਈ ਅੰਦਰ ਹੀ ਅੰਦਰ ਰੋ ਰਹੇ ਸਨ। ਉਹਨਾਂ ਦੇ ਹੋਠ ਘੁੱਟ ਕੇ ਮੀਚੇ ਹੋਏ ਕੰਬ ਰਹੇ ਸਨ। ਅੰਦਰ ਧੱਕੇ ਜਾਂਦੇ ਰੋਣ ਨਾਲ ਉਹਨਾਂ ਦਾ ਚਿਹਰਾ ਹੋਰ ਵੀ ਗੁਲਾਬੀ ਹੋ ਗਿਆ ਹੋਇਆ ਸੀ। ਫੇਰ ਵਾਹਿਗੁਰੂ ਕਰਦੇ ਬਾਪੂ ਜੀ ਪੌੜੀਆਂ ਚੜ੍ਹ ਕੇ ਆ ਪਹੁੰਚੇ ਤੇ ਮੈਨੂੰ ਪਿਆਰ ਕਰਕੇ ਮੇਰੇ ਸਾਰੇ ਪਿੰਡੇ ਤੇ ਹੱਥ ਫੇਰਨ ਲੱਗੇ। ਤਾਤੀ ਵਾਓ ਨਾ ਲੱਗ ਗਈ, ਗੁਰਪਾਰ ਬ੍ਰਹਮ ਸਰਨਾਈ। ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਧੰਨ ਮੇਰਾ ਵਾਲਿਆ ਦਾਤਿਆ, ਬੱਚੀ ਵਾਪਸ ਮੋੜ ਦਿੱਤੀ ਜੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਭਾਈਆ ਜੀ, ਮੇਰੇ ਦਾਦਾ ਜੀ ਆ ਕੇ ਮੇਰੀ ਪੁਆਂਦੀ ਬਹਿ ਗਏ ਤੇ ਮੇਰੀਆਂ ਲੱਤਾਂ ਨੂੰ ਪੋਲੀ ਮਲਦੇ ਹੋਏ ਬੱਚਿਆਂ ਵਾਂਗੂ ਤਾੜ ਕਰਕੇ ਰੋ ਪਏ। ਉਹ ਵੀ ਵਾਹ ਸਾਈਆਂ, ਵਾਹ ਮੇਰੇ ਮਾਲਕ, ਵਾਹ ਦੋਹਾਂ ਜਹਾਨਾਂ ਦੇ ਵਾਲੀ ਕਹਿ ਰਹੇ ਸਨ। ਇਸੇ ਤਰ੍ਹਾਂ ਉਹ ਬਾਬਾ ਜੀ ਦੇ ਕਮਰੇ ਵਿੱਚ ਰੱਬ ਨਾਲ ਗੱਲਾਂ ਕਰਦੇ ਹੁੰਦੇ ਸਨ, ਕਦੇ ਰੁੱਸ ਕੇ, ਕਦੇ ਖੁਸ਼ਾਮਦ ਕਰਕੇ, ਕਦੇ ਜਿਸ ਤਰ੍ਹਾਂ ਦੋਸਤਾਂ ਨਾਲ ਗੱਲਾਂ ਕਰੀਦੀਆਂ ਨੇ। ਰੱਬ ਨੂੰ ਉਹ ਬਹੁਤੀ ਵਾਰੀ ਯਾਰਾ ਕਹਿੰਦੇ ਸਨ, ਪਰ ਅੱਜ ਨਹੀਂ ਸਨ ਕਹਿ ਰਹੇ। ਮੇਰੀ ਦਾਦੀ ਮੇਰੀਆਂ ਤਲੀਆਂ ਮਲਣ ਲੱਗੀ। ਹਰ ਵੇਲੇ ਹਰ ਇੱਕ ਨਾਲ ਨਾਰਾਜ਼ ਰਹਿਣ ਵਾਲੀ ਦਾਦੀ ਨੂੰ ਮੈਂ ਪਹਿਲੀ ਵਾਰੀ ਇੰਜ ਪਿਘਲਦਿਆਂ ਤੱਕਿਆ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਭਰਿਆ ਭਕੁੰਨਿਆ ਮੁਤਮਈਨ ਪਲ ਸੀ। ਸਾਰੇ ਮੇਰੇ ਤੇ ਆਪਣੀਆਂ ਮੁਹੱਬਤਾਂ ਲੁਟਾ ਰਹੇ ਸਨ। ਜੇ ਬਿਮਾਰ ਹੋ ਕੇ ਇਸ ਤਰ੍ਹਾਂ ਹੁੰਦਾ ਏ ਤੇ ਰੱਬ ਜੀ, ਮੇਰੇ ਪਾਲੇ ਬਾਬਾ ਜੀ, ਮੈਨੂੰ ਬਿਮਾਰ ਹੀ ਰੱਖੋ। ਇੰਨਾ ਪਿਆਰ ਤੇ ਕਰਨਗੇ ਸਾਰੇ। ਉਸ ਪਲ ਮੈਂ ਦੁਨੀਆ ਜਹਾਨ ਦੀ ਮਲਿਕਾ ਸਾਂ। ਉਸ ਪਲ ਮੈਂ ਪਰੀਆਂ ਨਾਲੋਂ ਵੀ ਸੋਹਣੀ ਸਾਂ। ਬਹੁਤ ਸਾਰੀ ਖੁਸ਼ੀ ਦਾ ਇੱਕ ਗੋਲਾ ਜਿਹਾ ਗੇਂਦ ਵਾਂਗੂ ਉਛਲਿਆ ਤੇ ਮੇਰੇ ਢਿੱਡ ਵਿੱਚੋਂ ਉਛਲ ਕੇ ਮੇਰੇ ਸੰਗ ਵਿੱਚ ਆ ਕੇ ਫਸ ਗਿਆ। ਮੇਰਾ ਦਿਲ ਕੀਤਾ ਧਾੜਾ ਮਾਰ ਕੇ ਰੋਵਾਂ ਵੀ ਤੇ ਖਿੜਖਿੜਾ ਕੇ ਹੱਸਾਂ ਵੀ।
ਹੌਲੀ-ਹੌਲੀ ਜਦੋਂ ਪੂਰੀ ਤਰ੍ਹਾਂ ਹੋਸ਼ ਆਈ, ਮੈਨੂੰ ਲੱਗਾ ਪਾਸਾ ਪਰਤਣਾ ਵੀ ਮੇਰੇ ਲਈ ਮੁਸ਼ਕਲ ਸੀ। ਉਹ ਮੋਟੀ ਮਾਈ ਹੀ ਮੈਨੂੰ ਪਾਸਾ ਪਰਤਵਾਉਂਦੀ ਤੇ ਮੇਰੀ ਪਿੱਠ ਤੇ ਪੋਲੀ-ਪੋਲੀ ਮਾਲਿਸ਼ ਕਰਦੀ ਰਹਿੰਦੀ। ਇੰਜ ਲੱਗਦਾ ਸੀ ਜਿਸ ਤਰ੍ਹਾਂ ਸਾਰੀ ਪਿੱਠ ਪਟੜਾ ਹੋ ਗਈ ਹੋਵੇ। ਲੱਤਾਂ ਬਾਹਾਂ ਕਿਸੇ ਸੁੱਕੇ ਦਰਖਤ ਦੀਆਂ ਖੜਸੁੱਕ ਟਾਹਣੀਆਂ ਸਨ ਜਿਵੇਂ। ਪਾਸਾ ਪਰਤ ਕੇ ਜਦੋਂ ਇੱਕ ਲੱਤ ਦੂਜੀ ਤੇ ਰੱਖਦੀ ਤਾਂ ਗੋਡਿਆਂ ਦੀਆਂ ਹੱਡੀਆਂ ਇੱਕ ਦੂਜੀ ਨਾਲ ਰਗੜ ਖਾ ਕੇ ਦੁਖਦੀਆਂ। ਰਤਾ ਹੋਰ ਹੋਸ਼ ਆਈ ਤਾਂ ਮੈਂ ਤੱਕਿਆ, ਉਹ ਮਾਈ ਜਦੋਂ ਮੇਰੇ ਵਾਲਾਂ ਵਿੱਚ ਪੋਲੀ-ਪੋਲੀ ਕੰਘੀ ਕਰ ਰਹੀ ਸੀ ਤਾਂ ਘੜੀ-ਮੁੜੀ ਕੰਘੀ ਨਾਲੋਂ ਵਾਲਾਂ ਦੇ ਗੁੱਛੇ ਲਾਹ ਕੇ, ਉਂਗਲੀ ਤੇ ਲਪੇਟ ਕੇ, ਗੁੰਜੂ-ਮੁੰਜੂ ਬਣਾ ਕੇ ਮੇਰੀ ਸਰਹੰਦੀ ਵੱਲ ਮੰਜੀ ਦੇ ਹੇਠਾਂ ਰੱਖੀ ਜਾਂਦੀ ਸੀ। ਮੈਂ ਬਾਂਹ ਚੁੱਕ ਕੇ ਵਾਲਾਂ ਨੂੰ ਹੱਥ ਲਾਇਆ। ਹਾਏ, ਕਿੱਥੇ ਗਏ ਮੇਰੇ ਸਾਰੇ ਵਾਲ? ਗੋਡਿਆਂ ਤੋਂ ਹੇਠਾਂ ਤੱਕ ਝੂਲਣ ਵਾਲੀ ਗੁੱਤ ਵਿੱਚ ਮਸਾਂ-ਮਸਾਂ ਕਾਬੂ ਆਉਣ ਵਾਲੇ ਵਾਲ। ਮੈਨੂੰ ਵਿਖਾ ਇਹ ਸਾਰੇ ਵਾਲ ਜਿਹੜੇ ਤੂੰ ਉਂਗਲਾਂ ਤੇ ਲਪੇਟ-ਲਪੇਟ ਕੇ ਹੁਣੇ ਥੱਲੇ ਸੁੱਟੇ ਨੇ। ਮੈਂ ਰੋਣ ਹਾਕੀ ਆਵਾਜ਼ ਵਿੱਚ ਉਸ ਮਾਈ ਨੂੰ ਕਿਹਾ। ਉਹਨੇ ਬੁੱਕ ਭਰ ਕੇ ਵਾਲਾਂ ਦੇ ਗੁੱਛੇ ਮੇਰੇ ਸਾਹਮਣੇ ਕਰ ਦਿੱਤੇ ਤੇ ਕਹਿਣ ਲੱਗੀ, ਇਹਨੇ ਤੇ ਰੋਜ਼ ਲੈਂਦੇ ਨੇ, ਪਰ ਕੋਈ ਨਹੀਂ, ਜਾਨ ਬਚ ਗਈ। ਵਾਲਾਂ ਦਾ ਕੀ ਏ? ਉਹ ਤੇ ਫੇਰ ਉੱਗ ਆਉਂਦੇ ਨੇ। ਜਾਨ ਬਚ ਗਈ? ਕੀ ਹੋਇਆ ਸੀ ਮੈਨੂੰ? ਹੁਣ ਮੈਨੂੰ ਕੀ ਪਤਾ ਬੀਬੀ, ਇਹ ਤਾਂ ਡਾਕਟਰਾਂ ਨੂੰ ਪਤਾ ਹੋਊ। ਤੂੰ ਆਪਣੇ ਦਾਰ ਜੀ ਕੋਲੋਂ ਪੁੱਛੀ। ਮੇਰੇ ਮੂੰਹ ਦਾ ਸਵਾਦ ਇੰਨਾ ਬਕਬਕਾ ਸੀ ਕਿ ਕੋਈ ਕਰਾਰੀ ਚੀਜ਼ ਖਾਣ ਤੇ ਦਿਲ ਕਰਦਾ ਸੀ, ਪਰ ਮਿਲਦਾ ਸੀ ਸਾਬੂਦਾਣਾ, ਦਾਲ ਦਾ ਪਾਣੀ, ਪਤਲਾ ਦਲੀਆ, ਦੁੱਧ। ਸਭ ਨਾਲ ਨਫ਼ਰਤ ਹੋ ਗਈ ਸੀ ਮੈਨੂੰ। ਉਹ ਮੋਟੀ ਮਾਈ ਇੱਕ ਦਿਨ ਲੱਸੀ ਦਾ ਗਲਾਸ ਸਾਹਮਣੇ ਰੱਖ ਕੇ 2-4 ਪਰੌਂਠੀਆਂ ਹੱਥ ਤੇ ਧਰ ਕੇ ਖਾ ਰਹੀ ਸੀ। ਇੱਕ ਗੰਢੇ ਨੂੰ ਉਹਨੇ ਮੁੱਕੀ ਮਾਰੀ, ਉਤਲਾ ਛਿੱਲੜ ਲਾਇਆ, ਪੋਲੇ ਗੰਢੇ ਨੂੰ ਪਰੌਂਠੀ ਤੇ ਧਰ ਕੇ ਰਤਾ ਗੁਖਲਾਰਿਆ ਤੇ ਉੱਤੇ ਲੂਣ ਤੇ ਲਾਲ ਮਿਰਚਾਂ ਧੂੜ ਕੇ ਖਾਣ ਲੱਗੀ। ਹਾਏ, ਮੈਨੂੰ ਇੱਕ ਗਰਾਈ ਗੰਢੇ ਨਾਲ ਦੇ ਦੇ, ਮੈਂ ਤਰਲੇ ਕਰਦੀ ਰਹੀ। ਉਹ ਕਹਿਣ ਲੱਗੀ, ਬੀਬੀ ਹੋਰ ਤੂੰ ਜਿਵੇਂ ਜੀ ਕਰੇ ਕਰਾ ਲੈ, ਪਰ ਇਹ ਤੇ ਦੇਣ ਦਾ ਹੁਕਮ ਨਹੀਂ। ਹਾਏ, ਸਿਰਫ ਇੱਕ ਗਰਾਈ। ਉਸ ਵੇਲੇ ਦੁਨੀਆ ਭਰ ਦੇ ਬਾਦਸ਼ਾਹੀ ਪਕਵਾਨਾਂ ਨਾਲੋਂ ਵੀ ਵੱਧ ਲਜ਼ੀਜ਼ ਉਹ ਰੋਟੀ ਦੀ ਗਰਾਈ ਤੇ ਲੂਣ ਮਿਰਚਾਂ ਵਾਲਾ ਗੰਢਾ ਜਾਪ ਰਿਹਾ ਸੀ। ਕਿਸੇ ਖਾਣ ਵਾਲੀ ਚੀਜ਼ ਲਈ ਮੈਂ ਕਦੇ ਵੀ ਇੰਨਾ ਨਹੀਂ ਤਰਸੀ, ਨਾ ਉਸ ਤੋਂ ਪਹਿਲੋਂ ਤੇ ਨਾ ਉਸ ਤੋਂ ਮਗਰੋਂ। ਹੋਸ਼ ਆਇਆ ਅਜੇ 2-4 ਦਿਨ ਹੀ ਲੰਘੇ ਸਨ ਕਿ ਮੈਨੂੰ ਆਹਿਸਤਾ-ਆਹਿਸਤਾ ਯਾਦ ਆਉਣ ਲੱਗਾ ਕਿ ਮੈਂ ਬਿਮਾਰ ਕਦੋਂ ਹੋਈ ਸਾਂ। ਉਹ ਤੇ ਗਰਮੀਆਂ ਦੇ ਦਿਨ ਸਨ ਤੇ ਹੁਣ ਤੇ ਸਿਆਲਾ ਸ਼ੁਰੂ ਹੋ ਰਿਹਾ ਸੀ। ਦੁਪਹਿਰ ਵੇਲੇ ਬਰਸਾਤੀ ਵਿੱਚ ਧੁੱਪ ਚੰਗੀ ਲੱਗਦੀ। ਸਿਰ ਛਾਵੇਂ ਰੱਖ ਕੇ ਬਾਕੀ ਸਾਰਾ ਪਿੰਡਾ ਧੁੱਪੇ ਕਰਕੇ ਲੇਟਣ ਤੇ ਦਿਲ ਕਰਦਾ। ਮੈਂ ਜਿਸ ਤਰ੍ਹਾਂ ਕਹਿੰਦੀ, ਮਾਈ ਉਸੇ ਤਰ੍ਹਾਂ ਮੇਰੀ ਮੰਜੀ ਖਿਸਕਾ ਕੇ ਕਰ ਦੇਂਦੀ। ਮੈਂ ਉਹਨੂੰ ਪੁੱਛਿਆ, ਅੱਜ ਤਰੀਕ ਕੀ ਏ? ਉਹਨੇ ਦੱਸ ਦਿੱਤੀ। ਤੇ ਮਹੀਨਾ? ਹੁਣ ਬੀਬੀ, ਮੈਨੂੰ ਅੰਗਰੇਜ਼ੀ ਦੇ ਮਹੀਨਿਆਂ ਦਾ ਕੀ ਪਤਾ। ਮੈਂ ਹੋਈ ਅਨਪੜ੍ਹ, ਮੂਰਖ, ਗੁਆਰ। ਉਹਨੇ ਪਰਲੇ ਪਾਸੇ ਤੱਕਦਿਆਂ ਕਿਹਾ। ਕੰਧ ਤੇ ਲੱਗਾ ਕੈਲੰਡਰ ਵੇਖਿਆ। ਜੁਲਾਈ ਦਾ ਮਹੀਨਾ ਸੀ। ਸਮਝ ਨਾ ਆਵੇ ਕਿ ਜੁਲਾਈ ਦੇ ਮਹੀਨੇ ਵਿੱਚ ਤਾਂ ਹੇਠਾਂ ਕਮਰੇ ਠੰਡੇ ਕਰਕੇ ਪੱਖੇ ਲਾ ਕੇ ਬਵੀਦਾ ਸੀ ਸਾਰਾ ਦਿਨ। ਮੈਨੂੰ ਨਹੀਂ ਪਤਾ ਉਦੋਂ ਕੂਲਰ ਤੇ ਏਅਰ ਕੰਡੀਸ਼ਨਰ ਹੁੰਦੇ ਸਨ ਕਿ ਨਹੀਂ, ਪਰ ਸਾਡੇ ਘਰ ਨਹੀਂ ਸਨ। ਰੋਹਿਣੀ ਦੇ ਘਰ ਵੀ ਨਹੀਂ ਸਨ। ਮੇਰੀ ਨਾਨੀ ਦੇ ਘਰ ਵੀ ਨਹੀਂ ਸਨ, ਹਾਲਾਂਕਿ ਮੇਰੇ ਨਾਨਾ ਜੀ ਨੇ ਵਰ੍ਹਿਆਂ ਦੇ ਵਰ੍ਹੇ ਰੇਲਵੇ ਦੀ ਵੱਡੀ ਅਫਸਰੀ ਕੀਤੀ ਸੀ। ਉਹ ਜਿੱਥੇ ਵੀ ਜਾਂਦੇ ਸਨ, ਬੀਜੀ ਦੱਸਦੇ ਕਿ ਪੂਰੇ 4 ਡੱਬੇ ਗੱਡੀ ਦੇ ਉਹਨਾਂ ਵਾਸਤੇ ਰਿਜ਼ਰਵ ਹੁੰਦੇ ਸਨ। ਇੱਕ ਉਹਨਾਂ ਦੇ ਸੌਣ ਬਹਿਣ ਵਾਲਾ ਕਮਰਾ, ਇੱਕ ਕੰਮ ਕਰਨ ਵਾਲਾ ਜਿਹਦੇ ਵਿੱਚ ਉਹਨਾਂ ਦੇ ਬਾਬੂ ਤੇ ਸਟੈਨੋ ਤੇ ਟਾਈਪ ਕਰਨ ਵਾਲੇ ਤੇ ਹਿਸਾਬ ਜੋੜਨ ਵਾਲੇ ਕਲਰਕ ਬਹਿੰਦੇ, ਇੱਕ ਨੌਕਰਾਂ ਦਾ ਡੱਬਾ ਤੇ ਇੱਕ ਰਸੋਈ। ਪੂਰੇ 4 ਗੱਡੀ ਦੇ ਡੱਬੇ। ਸ਼ਾਹੀ ਠਾਠ ਨਾਲ ਨੌਕਰੀ ਕੀਤੀ ਸੀ ਉਹਨਾਂ ਨੇ। ਭਾਵੇਂ ਹੁਣ ਦਾਰਜੀ ਨੇ ਜਦੋਂ ਬੀਜੀ ਨੂੰ ਨੀਵਾਂ ਕਰਨਾ ਹੋਵੇ ਇਹੀ ਕਹਿੰਦੇ ਸਨ, ਅੰਗਰੇਜ਼ਾਂ ਦੀਆਂ ਜੁੱਤੀਆਂ ਚੱਟਦੇ ਰਹੇ ਸਾਰੀ ਉਮਰ। ਹੁਣ ਵੀ ਉਹਨਾਂ ਦੇ ਅੰਗਰੇਜ਼ ਦੋਸਤ ਕਦੇ ਕਦਾਈ ਉਹਨਾਂ ਦੇ ਘਰ ਆਉਂਦੇ, ਪੀਰ ਮੱਕੀ ਦੀ ਗਲੀ ਵਾਲੇ ਘਰ। ਅਸੀਂ ਬੱਚੇ ਉਹਨਾਂ ਨੂੰ ਦੂਰੋਂ ਦੂਰੋਂ ਸਾਹ ਰੋਕ ਕੇ ਵੇਖਦੇ ਤੇ ਨਾਨਾ ਜੀ ਯਾਨੀ ਭਾਈਆ ਜੀ ਤੇ ਸਾਨੂੰ ਬੜਾ ਫਖਰ ਹੁੰਦਾ। ਜੇ ਇਹ ਮਹੀਨਾ ਜੁਲਾਈ ਦਾ ਹੀ ਸੀ ਤਾਂ ਗਰਮੀ ਕਿਉਂ ਨਹੀਂ ਸੀ? ਮੇਰਾ ਮੰਜਾ ਉੱਤੇ ਬਰਸਾਤੀ ਵਿੱਚ ਕਿਉਂ ਸੀ, ਜਿੱਥੇ ਸਿਰਫ ਸਿਆਲ ਦੇ ਸ਼ੁਰੂ ਦੇ ਦਿਨਾਂ ਵਿੱਚ ਸਵੀਂਦਾ ਸੀ? ਜਾਂ ਮੀਂਹਾਂ ਦੀ ਰੁੱਤੇ ਕੋਠਿਆਂ ਵਾਲੀਆਂ ਸਾਰੀਆਂ ਮੰਜੀਆਂ ਤੇ ਬਿਸਤਰੇ ਇਸੇ ਬਰਸਾਤੀ ਵਿੱਚ ਲੱਗ ਜਾਂਦੇ ਸਨ? ਮੀਂਹ ਕਿੱਥੇ ਸਨ? ਬੜੇ ਦਿਨਾਂ ਮਗਰੋਂ ਪਤਾ ਲੱਗਾ ਕਿ ਮੈਂ 4 ਮਹੀਨੇ ਬੇਹੋਸ਼ ਪਈ ਰਹੀ ਸਾਂ। ਜਿਸ ਦਿਨ ਦਾਰਜੀ ਨੇ ਮੇਰੀ ਆਲੂ ਵੜੀਆਂ ਵਾਲੀ ਕੌਲੀ ਨੂੰ ਠੋਕਰ ਮਾਰੀ ਸੀ, ਜਿਸ ਦਿਨ ਵੜੀ ਵਾਲੀ ਰੋਟੀ ਦੀ ਗਰਾਈ ਮੇਰੇ ਮੂੰਹ ਵਿੱਚ ਫਸ ਗਈ ਸੀ, ਉਸ ਦਿਨ ਮੈਨੂੰ 104 ਬੁਖਾਰ ਸੀ। ਟਾਈਫਾਈਡ ਦੂਜੇ ਯਾਨੀ ਖਤਰਨਾਕ ਹਫ਼ਤੇ ਵਿੱਚ ਦਾਖਲ ਹੋ ਚੁੱਕਾ ਸੀ। 7-8 ਦਿਨ ਭੁੱਖਿਆਂ ਰਹਿਣ ਕਰਕੇ ਕਮਜ਼ੋਰੀ ਬਹੁਤ ਹੋ ਗਈ ਹੋਈ ਸੀ ਤੇ ਟਾਈਫਾਈਡ ਸੀ ਕਿ ਕਿਸੇ ਦਵਾਈ ਨਾਲ ਕਾਬੂ ਹੀ ਨਹੀਂ ਸੀ ਆ ਰਿਹਾ। ਟਾਈਫਾਈਡ ਦਾ ਬੁਖਾਰ ਰਤਾ ਹੇਠਾਂ ਆਉਣਾ ਸ਼ੁਰੂ ਹੋਇਆ ਤਾਂ ਨਮੂਨੀਆ ਹੋ ਗਿਆ। ਤੇਜ਼ ਬੁਖਾਰ ਵਿੱਚ ਬਰਫ਼ ਦੇ ਪਾਣੀ ਦੀਆਂ ਪੱਟੀਆਂ ਕੋਈ ਪੁਰਾਣੀ ਨਰਸ ਸਿਰ ਤੇ ਰੱਖਦੀ ਸੌਂ ਗਈ ਸੀ ਤੇ ਬਰਫ਼ ਵਾਲਾ ਪਾਣੀ ਮੇਰੀ ਧੌਣ ਤੋਂ ਹੁੰਦਾ ਹੋਇਆ ਪਿੱਠ ਤੇ ਛਾਤੀ ਭਿਉਂਦਾ ਰਿਹਾ ਸੀ। ਨਮੂਨੀਆ ਤੋਂ ਮਗਰੋਂ ਫੇਫੜਿਆਂ ਵਿੱਚ ਪਾਣੀ ਇਕੱਠਾ ਹੋ ਗਿਆ ਜਾਂ ਸ਼ਾਇਦ ਦਿਮਾਗ ਵਿੱਚ ਇਕੱਠਾ ਹੋ ਗਿਆ। ਯਾਦ ਨਹੀਂ ਕੀ ਦੱਸਿਆ ਸੀ ਉਹਨਾਂ। ਫਿਰ ਇੱਕ ਦਿਨ ਅਜਿਹਾ ਆਇਆ ਕਿ ਡਾਕਟਰਾਂ ਨੇ ਵੀ ਤੇ ਦਾਰਜੀ ਨੇ ਵੀ ਕਿਹਾ, ਦਵਾਈਆਂ ਬੰਦ ਕਰ ਦਿਓ। ਅਖੀਰਲੇ ਸਾਹਾਂ ਵਿੱਚ ਇਹਨੂੰ ਹੋਰ ਤਕਲੀਫ ਨਾ ਦਿਓ, ਸ਼ਾਂਤੀ ਨਾਲ ਜਾਣ ਦਿਓ। ਤਾਈਂ ਇਹ ਦਾਰਜੀ ਦੇ ਦੋਸਤ ਡਾਕਟਰ ਮੁਹੰਮਦ ਯੂਸਫ ਨੇ ਦਾਰਜੀ ਨੂੰ ਕਿਹਾ, ਮੈਨੂੰ ਇੱਕ ਅਖੀਰਲੀ ਵਾਹ ਲਾ ਲੈਣ ਦਿਓ। ਹੈ ਤੇ ਖਤਰਨਾਕ, ਕਿਉਂਕਿ ਰੀੜ੍ਹ ਦੀ ਹੱਡੀ ਵਿੱਚ ਮੋਟੀ ਸੂਈ ਪਾ ਕੇ ਦਿਮਾਗ ਦਾ ਪਾਣੀ ਖਿੱਚਣਾ ਏ ਤੇ ਰੀੜ੍ਹ ਦੀ ਹੱਡੀ ਵਿੱਚ ਸਾਰੇ ਨਰਵਸ ਦਾ ਜਾਲ ਹੁੰਦਾ ਏ।
ਇੱਕ ਵੀ ਨਰਵ ਜ਼ਖਮੀ ਹੋ ਗਈ ਤੇ ਇਹਨੂੰ ਪੈਰਾਲਿਸਿਸ ਹੋ ਸਕਦਾ ਏ, ਕੁਝ ਵੀ ਹੋ ਸਕਦਾ ਏ, ਪਰ ਆਖਰੀ ਕੋਸ਼ਿਸ਼ ਕਰਨ ਵਿੱਚ ਕੀ ਹਰਜ਼ ਏ। ਦਾਰਜੀ ਮੰਨ ਗਏ ਤੇ ਡਾਕਟਰ ਮੁਹੰਮਦ ਯੂਸਫ ਨੇ ਪਾਣੀ ਕੱਢ ਦਿੱਤਾ। ਮਾਈ ਦੱਸਦੀ ਸੀ, ਬੀਬਾ ਐਡਾ ਮੋਟਾ ਸੂਆ, ਰਜ਼ਾਈਆਂ ਨਗੰਦਨ ਵਾਲੇ ਸੂਏ ਨਾਲੋਂ ਵੀ ਮੋਟਾ ਤੇ ਲੰਮਾ, ਚਿਲਮਚੀ ਭਰ ਕੇ ਪਾਣੀ ਕੱਢਿਆ ਡਾਕਟਰ ਨੇ, ਤੇ ਮੈਂ ਬਚ ਗਈ। ਨਾ ਬਚਦੀ ਤਾਂ ਕਿਸ ਤਰ੍ਹਾਂ ਪਤਾ ਲੱਗਦਾ ਜ਼ਿੰਦਗੀ ਕਿੰਨੀ ਜ਼ਾਲਮ ਹੈ। ਨਾ ਬਚਦੀ ਤੇ ਕਿਸ ਤਰ੍ਹਾਂ ਪਤਾ ਲੱਗਦਾ ਨੰਗੇ ਪੈਰੀਂ ਤਿੱਖੀਆਂ ਸੂਲਾਂ ਤੇ ਤੁਰਨਾ ਹੁੰਦਾ ਏ ਤੇ ਮੂੰਹੋਂ ਉਫ ਵੀ ਨਹੀਂ ਕਰਨੀ ਹੁੰਦੀ। ਨਾ ਬਚਦੀ ਤਾਂ ਕਿਸ ਤਰ੍ਹਾਂ ਪਤਾ ਲੱਗਦਾ ਕਿ ਆਂਦਰਾਂ ਦੇ ਟੋਟੇ ਕਿਸ ਤਰ੍ਹਾਂ ਹੁੰਦੇ ਨੇ ਜਦੋਂ ਜਿਹਨੂੰ ਪਿਆਰ ਕਰਦੇ ਹੋਵੋ, ਜਿਹਨੂੰ ਤੁਸਾਂ ਆਪਣੇ ਲਹੂ ਮਾਸ ਨਾਲ ਘੜਿਆ ਹੋਵੇ, ਜਿਹਦਾ ਨਾੜੂ ਕੱਟੇ ਜਾਣ ਤੋਂ ਮਗਰੋਂ ਵੀ ਤੁਹਾਡੀਆਂ ਆਂਦਰਾਂ ਨਾਲ ਜੁੜਿਆ ਰਿਹਾ ਹੋਵੇ। ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੌਤ ਦੀ ਆਗੋਸ਼ ਵਿੱਚ ਜਾ ਲੁਕੇ ਤੇ ਤੁਸੀਂ ਫਿਰ ਵੀ ਜ਼ਿੰਦਾ ਰਹੋ ਤਾਂ ਹਰ ਰਾਤ ਕਿਸ ਤਰ੍ਹਾਂ ਲੰਘਦੀ ਏ। ਨਾ ਬਚਦੀ ਤਾਂ ਕਿਸ ਤਰ੍ਹਾਂ ਪਤਾ ਲੱਗਦਾ ਕਿ ਆਪਣੇ ਲਹੂ ਮਾਸ ਨਾਲ ਘੜੀ ਦੂਜੀ ਬੇਟੀ ਜਦੋਂ ਦੁਨੀਆ ਭਰ ਵਿੱਚ ਮਕਬੂਲ ਹੁੰਦੀ ਏ ਤਾਂ ਤਾਰੇ ਕਿਸ ਤਰ੍ਹਾਂ ਕਿਰਨਮਕਿਰਨੀ ਤੁਹਾਡੀ ਝੋਲੀ ਵਿੱਚ ਆ ਡਿੱਗਦੇ ਨੇ ਤੇ ਕਿਹੋ ਜਿਹਾ ਗਰੂਰ ਹੁੰਦਾ ਏ ਕਿ ਜ਼ਿੰਦਗੀ ਦੇ ਚਿੱਕੜ ਵਿੱਚੋਂ ਤੁਸਾਂ ਕਿਹੋ ਜਿਹਾ ਨਾਯਾਬ ਕਮਲ ਖੜਾਇਆ ਏ। ਨਾ ਬਚਦੀ ਤਾਂ ਦੋਸਤੀਆਂ, ਦੁਸ਼ਮਣੀਆਂ, ਮੁਹੱਬਤਾਂ, ਨਫ਼ਰਤਾਂ, ਜ਼ਿੰਦਗੀਆਂ, ਮੌਤਾਂ, ਹਾਸਿਆਂ, ਰੋਣਿਆਂ, ਸੁੱਖਾਂ ਦੁੱਖਾਂ ਦੇ ਰਹੱਸ ਕਿਸ ਤਰ੍ਹਾਂ ਪਤਾ ਲੱਗਦੇ। ਨਾ ਬਚਦੀ ਤਾਂ ਜਿਹੜੀਆਂ ਚੰਗੀਆਂ ਮਾੜੀਆਂ ਕਹਾਣੀਆਂ ਲਿਖੀਆਂ ਨੇ ਉਹ ਕੌਣ ਤੁਹਾਨੂੰ ਸੁਣਾਉਂਦਾ। ਜ਼ਿੰਦਗੀ ਵਿੱਚ ਜ਼ੋਰ ਜ਼ਬਰਦਸਤੀ, ਲੁੱਟ ਖਸੁੱਟ, ਘਟੀਆਪਣ, ਆਪੋ-ਤਾਪੀ ਤੇ ਸਿਆਸੀ ਚਾਲਬਾਜ਼ੀਆਂ ਤੇ ਜ਼ੁਲਮਾਂ ਨਾਲ ਜਿਸ ਤਰ੍ਹਾਂ ਟੱਕਰ ਲਈ ਏ ਉਹ ਕੌਣ ਲੈਂਦਾ। ਜ਼ਿੰਦਗੀ ਦੇ ਮਹਿਣੇ ਤਲਾਸ਼ ਕਰਨ ਦੀ ਕੋਸ਼ਿਸ਼ ਜਿਹੜੀ ਮੇਰੇ ਹੀ ਹਿੱਸੇ ਵਿੱਚ ਆਉਣੀ ਸੀ ਉਹ ਸੰਤਾਪ ਹੋਰ ਕੌਣ ਹੰਢਾਉਂਦਾ। ਸੋ ਜਦੋਂ ਪਤਾ ਲੱਗ ਹੀ ਗਿਆ ਤਾਂ ਪੁਰਾਣਾ ਕੈਲੰਡਰ ਜਿਹੜਾ ਸਿਰਫ ਮੈਨੂੰ ਭੁਲੇਖਾ ਪਾਉਣ ਲਈ ਲਟਕਾਇਆ ਗਿਆ ਸੀ ਬਰਸਾਤੀ ਵਿੱਚ, ਉਹਦੇ 4-5 ਸਫ਼ੇ ਪਾੜ ਕੇ ਹੁਣ ਵਾਲਾ ਮਹੀਨਾ ਕੱਢ ਕੇ ਲਟਕਾ ਦਿੱਤਾ ਗਿਆ। ਭਾਵੇਂ ਵਿੱਚੋਂ ਕਿੰਨਾ ਹੀ ਚਿਰ, ਸਾਲ 1.5 ਸਾਲ ਮੈਂ ਸਕੂਲ ਨਹੀਂ ਸਾਂ ਗਈ, ਜੇ ਗਈ ਵੀ ਹੋਵਾਂਗੀ ਤਾਂ ਸਾਲ 1.5 ਸਾਲ ਵਿੱਚ ਕੁੱਲ ਮਿਲਾ ਕੇ 15 ਦਿਨਾਂ ਤੋਂ ਵੱਧ ਨਹੀਂ ਗਈ ਹੋਵਾਂਗੀ। ਤਾਂ ਵੀ ਸਾਲਾਂ ਦੇ ਹਿਸਾਬ ਨਾਲ ਮੇਰੇ 10ਵੀਂ ਦੇ ਇਮਤਿਹਾਨ ਨੂੰ ਮਸਾਂ 5-6 ਮਹੀਨੇ ਰਹਿੰਦੇ ਸਨ, ਕਿਉਂਕਿ ਖਾਲਸਾ ਸਕੂਲ ਮੈਨੂੰ 8ਵੀਂ ਜਮਾਤ ਦੇ ਅਖੀਰਲੇ ਦਿਨਾਂ ਵਿੱਚ ਦਾਖਲ ਕਰਵਾਇਆ ਗਿਆ ਸੀ। ਭਾਵੇਂ ਦਾਰਜੀ ਤੇ ਬੀਜੀ ਕਹਿੰਦੇ ਸਨ, ਕੋਈ ਜ਼ਰੂਰਤ ਨਹੀਂ ਇਮਤਿਹਾਨ ਬਾਰੇ ਸੋਚਣ ਦੀ, ਪਾਠ ਕਰਿਆ ਕਰ, ਉਹ ਕਹਿੰਦੇ, ਪਰ ਮੈਂ ਮੰਜੇ ਤੇ ਲੇਟੀ ਕਿਤਾਬਾਂ ਪੜ੍ਹਦੀ ਰਹੀ ਤੇ 47 ਦੀ ਮਾਰਚ ਜਾਂ ਅਪ੍ਰੈਲ ਵਿੱਚ 10ਵੀਂ ਦਾ ਇਮਤਿਹਾਨ ਦੇ ਦਿੱਤਾ। ਉਸ ਤੋਂ ਮਗਰੋਂ ਮਈ ਵਿੱਚ ਅਸੀਂ ਸ਼ਿਮਲੇ ਚਲੇ ਗਏ। ਇਹ ਸੀ ਅਜੀਤ ਕੌਰ ਦੀ ਆਤਮ ਕਥਾ ਕੂੜਾ ਕਬਾੜਾ ਦਾ ਪਹਿਲਾ ਹਿੱਸਾ। ਦੂਸਰੇ ਹਿੱਸੇ ਲਈ ਚੱਲਦੇ ਹਾਂ ਅੱਗੇ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਤੁਹਾਨੂੰ ਇਹ ਕੰਮ ਪਸੰਦ ਆਇਆ ਤਾਂ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਸਾਰਿਆਂ ਨੂੰ ਦੱਸਣਾ।